शेरे पंजाब 600 AM ते निघा हार्दिक स्वागत है। मैं तुहाडा मेजबान हरजीत सिंह गिल। 9:07 होए ने 18 दसंबर का दिन है, वरा 2020 का शुक्रवार है, 4 पौ नानक शे संमत 552। निघा हार्दिक स्वागत है जी। वो भी वीर ने जेड़े छत्तां ते गुल मेखां लाउंदे ने, ਉਹੀ 2x4 ਤੇ ਤੁਰਦੇ ਨੇ, ਉਹੀ ਠੋਕਣਾ। ਕਈ ਤੱਤਾ ਤਰਪਾਲਾਂ ਪਾਉਂਦੇ ਨੇ। ਜੇ ਇਹ ਜੇ ਸਮੇਂ 'ਚ ਪੁੱਠੀ ਖੁੱਲ ਜਾਏ ਤਰਪਾਲ, ਬਸ ਬੰਦਾ ਭੂਤ ਬਣ ਜਾਂਦਾ ਹੈ। ਅੱਜ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਚੱਲਾਂਗੇ ਪੰਜਾਬ ਨੂੰ। ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ ਤੇ ਫਿਰ ਪਰਮਿੰਦਰ ਸਿੰਘ ਥਿੰਦ 10 ਮਿੰਟ ਇੰਸ਼ੋਰੈਂਸ ਬਾਰੇ ਗੱਲਾਂ ਬਾਤਾਂ ਕਰਨਗੇ। ਅਗਲੇ ਹਿੱਸੇ 'ਚ ਆਖਰੀ ਘੰਟੇ 'ਚ ਸਰਦੀਆਂ ਦੇ ਵਿੱਚ ਆਪਾਂ ਤੁਰਨ ਜਾਂਦੇ ਹਾਂ ਬਾਹਰ, ਆਥਣੇ ਜਾਂ ਤੁਰਨ ਜਾਂਦੇ ਹਾਂ, ਉਸ ਸਮੇਂ ਵੀ ਦਿਨੇ ਵੀ ਜਦ ਸੜਕ ਟੱਪਦੇ ਹਾਂ ਤਾਂ ਕੀ ਕੀ ਖਿਆਲ ਰੱਖਣ ਦੀ ਲੋੜ ਹੈ, ਕੱਪੜੇ ਕਿਹੋ ਜਿਹੇ ਪਾਈਦੇ ਨੇ, ਪਾਉਣੇ ਚਾਹੀਦੇ ਆ, ਇਸ 'ਤੇ ਗੱਲਬਾਤ ਹੋਏਗੀ। ਨਾਲ ਹੀ ਮਾਂ ਬੋਲੀ ਦੇ ਵਿਸਰ ਰਹੇ ਸ਼ਬਦ, ਉਹਨਾਂ ਦੇ ਕੁਛ ਸ਼ਬਦਾਂ ਦੀ ਸਾਂਝ ਤੁਹਾਡੇ ਨਾਲ ਪਾਵਾਂਗਾ। ਜਿਹੜੇ ਪਿੰਡਾਂ ਦੇ ਵੱਡੇ ਸ਼ਬਦ ਸੀ, ਉਹਨਾਂ ਦੇ ਅਰਥ ਨਾਲ ਤੁਹਾਡੇ ਸਨਮੁਖ 604 204 0600 6042040600 ਔਨ ਏਅਰ ਨੰਬਰ ਹੈ, ਤੇ ਨਾਲ ਹੀ 604 242 2890 604242 2890। ਸ਼ੇਰੇ ਪੰਜਾਬ radio.ca ਤੇ ਲਿਸਨ ਲਾਈਵ ਸਿੱਧਾ ਪ੍ਰਸਾਰਣ ਚੱਲ ਰਿਹਾ। ਪ੍ਰੋਗਰਾਮ ਨੂੰ ਤੁਸੀਂ ਫੇਸਬੁੱਕ ਤੇ ਲਾਈਵ ਵੀ ਵੇਖ ਸਕਦੇ ਹੋ, 600 AM ਸ਼ੇਰੇ ਪੰਜਾਬ ਰੇਡੀਓ, ਤੇ ਐਪ ਕਿਸੇ ਸਮੇਂ ਵੀ ਆ ਸਕਦਾ ਹੈ। ਜਿਵੇਂ ਸੰਧਾਰਾ ਦੇਣ ਮਾਮੇ ਨੇ ਆਉਣਾ ਹੁੰਦਾ ਨਾ, ਬੇਬੇ ਝਾਕਦੀ ਹੈ ਸਾਉਣ ਦੇ ਮਹੀਨੇ ਕਦੇ ਵੀ ਆਊ, ਇਉਂ ਹੀ ਐਪ ਆਉਣਾ ਸਾਡਾ। ਛੇ 604 729 1224 ਮੇਰਾ ਨੰਬਰ ਹੈ, ਸੈੱਲ ਨੰਬਰ, ਜਿੱਥੇ ਤੁਸੀਂ ਮੈਨੂੰ ਵਟਸਐਪ ਟੈਕਸਟ ਕਰ ਸਕਦੇ ਹੋ, ਕੋਈ ਸੁਨੇਹਾ ਭੇਜ ਸਕਦੇ ਹੋ। ਫੇਸਬੁੱਕ ਦਾ ਪੇਜ ਹਰਜੀਤ ਸਿੰਘ ਗਿੱਲ, ਹਰਜੀਤ ਸਿੰਘ ਗਿੱਲ ਸ਼ੋਅ ਤੁਹਾਡੇ ਲਈ ਬ੍ਰਾਇਨ ਜੈਸਲ BMW ਲੈ ਕੇ ਆ ਰਹੇ ਨੇ। ਬਾਉਂਡਰੀ ਤੇ ਲੋਹਿਟ ਤੇ ਹੈ, ਵੈਲੈਂਟੀਨੋ ਐਲਾਮੇਡਾ ਮੈਨੇਜਰ ਨੇ, ਤੇ ਤੁਸੀਂ ਕੈਸ਼ਬੈਕ, ਲੋ ਫਾਈਨੈਂਸ ਰੇਟ, ਮਤਲਬ ਤੁਹਾਨੂੰ ਚੈੱਕ ਵੀ ਦੇਣਗੇ, ਕਾਰ ਵੀ ਦੇਣਗੇ, ਤੇ ਵਿਆਜ ਦੀ ਦਰ ਘੱਟ। ਵੈਲੈਂਟੀਨੋ ਐਲਾਮੇਡਾ, ਬ੍ਰਾਇਨ ਜੈਸਲ BMW, ਬਾਉਂਡਰੀ ਤੇ ਲੋਹਿਟ ਤੇ। ਪਹਿਰੇਦਾਰ ਰਾਖਾ ਬਿੰਡਾ ਬਾਲ ਕੁੱਤਾ ਤੇ ਕਾਗਲਾ ਪਾਉਣਗੇ ਡੰਡ ਸ਼ੀਏ। ਪਹਿਰੇਦਾਰ ਰਾਖਾ ਬਿੰਡਾ ਬਾਲ ਕੁੱਤਾ ਅਤੇ ਕਾਗਲਾ ਪਾਉਣਗੇ ਡੰਡ ਸ਼ੀਏ। ਬਾਲ ਦੈਨ ਹਕੀਮ ਤੇ ਨਾਰ ਨੌਕਰ ਮਿੱਤਰ ਪੀਰ ਦੁੱਖ ਲੈਣਗੇ ਵੰਡ ਸ਼ੀਏ। ਸ਼ੇਰ ਸੂਰਮਾ ਨਾਗ ਸੰਸਾਰ ਬਿੱਛੂ ਬਾਜ ਹਰਖ ਕੇ ਕਰਨਾ ਕੰਡ ਸ਼ੀਏ। ਉਹ ਤਾਂ ਮੌਤ ਦਾ ਖੌਫ ਨਾ ਕਰਨ ਕੋਈ, ਸਗੋਂ ਵੱਧ ਫਲਾਮ ਦੇ ਝੰਡ ਸ਼ੀਏ। ਕੀੜੇ ਆਹਣ ਕੁਆਰੀ ਕੂੰਜ ਮਿਰਗ ਬੇੜਾ, ਧੋਖਾ ਖਾਣ ਜੇ ਛੋੜ ਗਏ ਮੰਡ ਸ਼ੀਏ। ਬਾਹਮਣ ਬਾਣੀਏ ਜੈਨ ਰਜਪੂਤ ਸਾਈਦ, ਜ਼ਿਆਦਾ ਭਾਵੜੇ ਭੋਗਦੇ ਰੰਡ ਸ਼ੀਏ। ਛੇੜੂ ਛੜਾ ਪਾੜਾ ਨਾਈ ਡੂਮ ਪਾਠੀ, ਜ਼ਿਆਦਾ ਖਾਣ ਜਹਾਨ ਤੇ ਖੰਡ ਸ਼ੀਏ। ਖੰਡ ਨੂੰ ਬਹੁਤ ਪੈਂਦੇ ਆ। ਠਾਣਾ ਸਿੰਘ ਫਤਿਹ ਸਿੰਘ, ਠਾਣਾ ਸਿੰਘ ਫਤਿਹ ਭਗਤ ਰਾਮ ਸਾਈਂ, ਜਾਨਾ ਮੱਗਰ ਨਾ ਕਰਨ ਘਮੰਡ ਸ਼ੀਏ। ਪਹਿਰੇਦਾਰ ਰਾਖਾ ਬਿੰਡਾ ਬਾਲ ਕੁੱਤਾ ਤੇ ਕਾਗਲਾ ਪਾਉਣਗੇ ਡੰਡ ਸ਼ੀਏ। ਛੇ ਦਾ ਬੈਂਤ ਬਾਬੂ ਰਜਬਲੀ ਜੀ ਦਾ। ਇੱਕ ਬ੍ਰੇਕਿੰਗ ਨਿਊਜ਼ ਆ ਜੀ, ਸਰੀ ਦੇ ਵਿੱਚੋਂ 134 ਤੇ 92 ਤੇ ਵੱਡਾ ਇੱਕ ਪੁਲਿਸ ਇੰਸੀਡੈਂਟ ਹੈ। ਬੰਦੇ ਨੂੰ ਪਾ ਕੇ ਇੱਕ ਐਂਬੂਲੈਂਸ ਦੇ ਵਿੱਚ, ਐਂਬੂਲੈਂਸ ਜਾ ਰਹੀ ਹੈ ਤੇ ਐਂਬੂਲੈਂਸ ਨੂੰ ਨਾਲ ਪੁਲਿਸ ਸਕਾਊਟ ਕਰ ਰਹੀ ਹੈ। ਸੋ ਹੁਣੇ ਬ੍ਰੇਕਿੰਗ ਨਿਊਜ਼ ਆ ਰਹੀ ਹੈ 134 ਤੇ 92 ਤੇ। ਹੋਇਆ ਕੀ ਹੈ, ਜਿਹਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਜਾ ਰਹੇ ਨੇ, ਨਾਲ ਪੁਲਿਸ ਗਈ ਹੈ। ਸੋ ਕੁਝ ਨਾ ਕੁਝ ਅਜਿਹਾ ਹੋਇਆ ਜਿੱਥੇ ਪੁਲਿਸ ਦੀ ਹੋਂਦ ਜਿਹੜੀ ਹੈ, ਪੁਲਿਸ ਦੀ ਮੌਜੂਦਗੀ ਜਿਹੜੀ ਹੈ, ਉਹ ਜ਼ਰੂਰੀ ਹੈ। 134 ਤੇ 92 ਤੇ ਉਸ ਏਰੀਏ ਦੇ ਵਿੱਚੋਂ ਤੋਂ। ਤੇ ਜੇ ਤੁਹਾਨੂੰ ਪਤਾ ਲੱਗਦਾ ਹੈ, ਸੁਨੇਹਾ ਭੇਜੋ, ਦੱਸਿਓ ਆਪਣੇ ਰਿਸੈਪਸ਼ਨ ਤੇ ਜਾਂ ਮੈਨੂੰ 604 729 1224 ਤੇ। ਕੁਝ ਖਬਰਾਂ ਜਿਹੜੀਆਂ ਕਿਸਾਨਾਂ ਦੇ ਇਸ ਸੰਘਰਸ਼ ਦੀਆਂ ਤੁਹਾਡੇ ਸਨਮੁਖ ਕਰਨੀਆਂ ਚਾਹੁੰਦਾ ਵੀ ਉੱਥੇ ਕਹਾਣੀ ਕੀ ਹੈ। ਨਵਕਿਰਨ ਸਿੰਘ ਪੱਤੀ ਉਹਨਾਂ ਨਾਲ ਮੇਲ ਹੋ ਗਿਆ ਜੀ, ਗੱਲਬਾਤ ਕਰਦੇ ਹਾਂ। ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ।
ਸ਼ੁਕਰੀਆ ਗਿੱਲ ਸਾਹਿਬ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਬਹੁਤ ਬਹੁਤ। ਅੱਛਾ, ਪਹਿਲੀਆਂ ਖਬਰਾਂ ਜਿਹੜੀਆਂ ਉਹ ਇਹ ਦੱਸੋ ਵੀ ਸੰਘਰਸ਼ ਦੀ ਕੀ ਖਬਰ ਹੈ? ਕੁੰਡਲੀ ਤੋਂ, ਟਿਕਰੀ ਤੋਂ ਕੀ ਖਬਰਾਂ ਆ ਰਹੀਆਂ ਨੇ? ਲੇਟੈਸਟ ਕੀ ਆ ਜੀ? ਬਹੁਤ ਵਧੀਆ ਚੱਲ ਰਿਹਾ ਸੰਘਰਸ਼, ਬਹੁਤ ਵਧੀਆ ਅੰਦੋਲਨ ਚੱਲ ਰਿਹਾ ਜੀ। ਅੱਛਾ, ਇਹਦਾ ਜਿਹੜੇ ਕਾਨੂੰਨੀ ਚਾਰਾਜੋਈ ਹੋ ਰਹੀ ਹੈ ਉਹਦੇ ਬਾਰੇ ਕੀ ਦੱਸ ਸਕਦੇ ਹੋ? ਉਹਦੇ ਤੇ ਗੱਲ ਹੈ, ਕੁਝ ਕਹਿ ਰਹੇ ਨੇ ਵੀ ਕਨਸਟੀਟਿਊਸ਼ਨ ਦੇ ਹਿਸਾਬ ਦੇ ਨਾਲ ਸੈਂਟਰ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਕਿਤੇ ਕਿਤੇ ਇਹ ਵੀ ਕਹਿੰਦੇ ਜਵਾਹਰ ਲਾਲ ਨਹਿਰੂ ਦੇ ਸਮੇਂ ਇਹ ਚੀਜ਼ਾਂ ਲਿਖੀਆਂ ਗਈਆਂ ਕਿ ਜੇ ਪੰਜਾਬ ਤੋਂ ਸੂਬੇ ਤੋਂ ਸੂਤ ਨਾ ਆਵੇ ਤਾਂ ਸੈਂਟਰ ਇਨਵੋਲਵ ਹੋ ਸਕਦਾ। ਸੋ ਤੁਸੀਂ ਇਹਦੀ ਅਪਡੇਟ ਕੀ ਕਰਨਾ ਚਾਹੁੰਦੇ ਹੋ? ਜੀ ਗਿੱਲ ਸਾਹਿਬ, ਦੇਖੋ ਮਸਲਾ ਇਹ ਹੈਗਾ ਕਿ ਭਾਵੇਂ ਭਾਰਤੀ ਸੰਵਿਧਾਨ ਅਨੁਸਾਰ ਵੱਖ-ਵੱਖ ਮਸਲਿਆਂ ਦੇ ਉੱਤੇ ਕਾਨੂੰਨ ਨੇ ਜਿਹੜੇ ਉਹ ਕੇਂਦਰ ਦੇ ਥਾਂ ਦੇ ਉੱਤੇ ਸੈਂਟਰ ਲੜ ਸਕਦਾ, ਸੈਂਟਰ ਦੇ ਥਾਂ ਦੇ ਉੱਤੇ ਜਿਹੜਾ ਵੱਖ-ਵੱਖ ਮਸਲਿਆਂ ਦੇ ਉੱਤੇ ਆਪ ਮੁਹਾਰੇ ਅੰਦੋਲਨ ਆ ਜਿਹੜਾ ਉਹ ਲੜਿਆ ਜਾ ਰਿਹਾ ਹੈਗਾ। ਪਰ ਇਹ ਵੀ ਸੱਚ ਹੈਗਾ ਕਿ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਬੱਚੇ ਦਿਨ ਦਿਹਾੜੇ ਹੀ ਲੋਕਾਂ ਦੇ ਲਈ ਅੰਦੋਲਨ ਲਾਉਂਦੇ ਨੇ ਔਰ ਰਾਤ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਉਹਨਾਂ ਦੇ ਵੱਲੋਂ ਜਿਹੜਾ ਉਹ ਬੰਦ ਕਰ ਦਿੱਤਾ ਜਾਂਦਾ ਹੈ। ਤਾਂ ਹੁਣ ਇਸ ਮਸਲੇ ਦੇ ਉੱਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਆਪ ਮੁਹਾਰੇ ਲੜ ਰਹੀਆਂ ਨੇ ਔਰ ਸੰਸਥਾਵਾਂ ਨੇ ਜਿਹੜੀਆਂ ਉਹ ਕਿਸਾਨਾਂ ਦੇ ਅਗਵਾਈ ਦਾ ਦਾਅਵਾ ਵੀ ਕਰ ਰਹੀਆਂ ਨੇ ਜੀ। ਅੱਛਾ, ਨਾਲ ਹੀ ਇਹ ਦੱਸਿਓ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਬਾਰੇ ਲੋਕ ਇਹ ਸੋਚ ਰਹੇ ਨੇ ਕਿ ਉਹ ਇਸ ਗੱਲ ਤੇ ਨਹੀਂ ਆ ਰਹੇ, ਅੜਫਸ ਹੋਈ ਹੈ। ਅੱਜ ਉਹ ਫੇਰ ਇਸ ਦੇ ਪੱਖ ਦੇ ਵਿੱਚ ਬੋਲੇ ਨੇ, ਕੀ ਕਹਿੰਦੇ ਆ? ਜੀ ਗਿੱਲ ਸਾਹਿਬ, ਗੱਲ ਇਹ ਹੈਗਾ ਕਿ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੈਂ ਅੰਦੋਲਨ ਦੇ ਦੌਰਾਨ ਦੇਖਿਆ ਹੈਗਾ ਕਿ ਅੜਫਸ ਦਾ ਮਾਹੌਲ ਬਣਿਆ ਹੈ। ਗਿੱਲ ਸਾਹਿਬ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮਸਲਾ ਗਾ ਜਿਹੜਾ ਉਹ ਘਰੋਂ ਮਾਹੌਲ ਜਿਹਾ ਬਣ ਕੇ ਆਇਆ ਗਾ ਕਿ ਅੜਫਸ ਦਾ ਮਾਹੌਲ ਜਿਹੜਾ ਉਹ ਬਣਿਆ ਗਾ। ਕਈ ਥਾਵਾਂ ਦੇ ਉੱਤੇ ਕਾਤਰੇ ਪਾਏ ਹੋਏ ਨੇ ਔਰ ਉਹ ਅੱਗੇ ਲੱਗਣ ਦੀ ਗੱਲ ਕਰ ਰਹੇ ਨੇ, ਪਰ ਸੰਸਥਾਵਾਂ ਨੇ ਜਿਹੜੀਆਂ ਉਹ ਬਹੁਤ ਸਾਰੀਆਂ ਇਹ ਕਹਿ ਰਹੀਆਂ ਨੇ ਕਿ ਨਹੀਂ, ਇੱਥੇ ਹੀ ਠੀਕ ਹੈ। ਤਾਂ ਇਹ ਜਿਹੜਾ ਮਾਹੌਲ ਬਣਿਆ ਹੋਇਆ, ਇਹ ਮਾਹੌਲ ਦੇ ਵਿੱਚੋਂ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਲੰਘ ਰਹੀਆਂ ਨੇ, ਪਰ ਇਹ ਮਾਹੌਲ ਆ ਜਿਹੜਾ ਉਹ ਕਿਸਾਨ ਪੱਖੀ ਆ। ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਆ ਜੀ। ਨਵਕਿਰਨ ਸਿੰਘ, ਤੁਸੀਂ ਠੀਕ ਹੋ? ਤੁਹਾਡੀ ਸਿਹਤ ਠੀਕ ਹੈ? ਮੈਨੂੰ ਤੁਹਾਡੀ ਗੱਲਬਾਤ ਠੀਕ ਨਹੀਂ ਲੱਗ ਰਹੀ ਅੱਜ। ਮੈਂ ਸਿਹਤ ਠੀਕ ਹੈ ਤੁਹਾਡੀ? ਹੈਲੋ ਨਵਕਿਰਨ ਸਿੰਘ, ਪੱਤੀ ਹੋਰਾਂ ਦੇ ਨਾਲ ਗੱਲਬਾਤ ਜਿਸ ਤਰ੍ਹਾਂ ਉਹ ਅੱਗੇ ਕਰਦੇ ਆ ਠੀਕ ਨਹੀਂ ਮੈਨੂੰ ਲੱਗਦਾ ਕੁਛ। ਮੈਂ ਦੁਬਾਰਾ ਵਾਪਸ ਆ ਕੇ ਫੇਰ ਉਹਨਾਂ ਨਾਲ ਗੱਲ ਕਰਦਾ। ਹੁਣੇ ਆਉਣਾ ਜੀ ਵਾਪਸ, ਇੱਕ ਬ੍ਰੇਕ ਲੈ ਲਵਾਂ ਜੀ। ਨਵਕਿਰਨ ਸਿੰਘ ਹੋਣੀ ਮੇਰੇ ਨਾਲ ਨੇ। ਮੈਂ ਥੋੜ੍ਹਾ ਜਿਹਾ ਫਿਕਰ ਕਰ ਗਿਆ ਸੀ, ਉਹਨਾਂ ਦੀ ਗੱਲਬਾਤ ਠੀਕ ਨਹੀਂ ਸੀ। ਕਈ ਵਾਰ ਬੰਦੇ ਦੀ ਸਿਹਤ ਦਾ ਕੋਈ ਇਸ਼ੂ ਹੁੰਦਾ, ਆਪਾਂ ਨੂੰ ਅਲਾਮਤਾਂ ਕਈ ਵਾਰ ਇੱਥੇ ਪਤਾ ਲੱਗ ਜਾਂਦੇ। ਤਾਂ ਮੈਂ ਨਵਕਿਰਨ, ਸਤਿ ਸ੍ਰੀ ਅਕਾਲ। ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਹੁਣ ਠੀਕ ਹੋ? ਹੁਣ ਠੀਕ ਹੋ? ਮੈਂ ਫਿਕਰ ਕਰ ਗਿਆ ਸੀ ਕਿ ਤੁਹਾਡੀ ਗੱਲਬਾਤ ਉਸ ਤਰ੍ਹਾਂ ਨਹੀਂ ਸੀ ਜਿਵੇਂ ਅੱਗੇ ਆ। ਅੱਛਾ, ਸੰਘਰਸ਼ ਦੀ ਗੱਲ ਜਿਹੜੀ ਮੈਂ ਕਰਨੀ, ਹਾਂਜੀ, ਸੰਘਰਸ਼ ਦੀ ਜਿਹੜੀ ਗੱਲਬਾਤ ਮੈਂ ਕਰ ਰਿਹਾ ਸੀ, ਹੁਣ ਇਹਦੀ ਚਾਰਾਜੋਈ ਜਿਹੜੀ ਕਾਨੂੰਨੀ ਹੋ ਰਹੀ ਹੈ, ਕੰਸਟੀਟਿਊਟ ਦੇ ਹਿਸਾਬ ਦੇ ਨਾਲ ਇਹਨੂੰ ਕਹਿ ਰਹੇ ਨੇ ਇਹ ਵਾਜਬ ਹੈ ਜਾਂ ਨਹੀਂ। ਇੱਕ ਸਟੂਡੈਂਟ ਦੇ ਵੱਲੋਂ ਬਹੁਤ ਮਹਿੰਗਾ ਵਕੀਲ ਕਰਕੇ ਜਿਹੜੀ ਪਟੀਸ਼ਨ ਪਾਈ ਗਈ ਹੈ, ਵਕੀਲ ਕੋਲ, ਸਟੂਡੈਂਟ ਕੋਲ ਕਿੱਥੋਂ ਪੈਸੇ ਆ ਗਏ? ਇਹਦੇ ਬਾਰੇ ਕੀ ਜਾਣਦੇ ਹੋ ਤੁਸੀਂ? ਜੀ ਗਿੱਲ ਸਾਹਿਬ, ਦੇਖੋ ਇਹ ਮਸਲਾ ਗਾ ਜਿਹੜਾ ਹਕੀਕਤ ਇਹ ਹੈ ਕਿ ਜਿਹੜੀ ਪਟੀਸ਼ਨ ਪਾਈ ਗਈ ਉਹ ਡਿੰਗੇ ਟੇਢੇ ਢੰਗ ਦੇ ਨਾਲ ਸਰਕਾਰ ਵੱਲੋਂ ਹੀ ਪਾਈ ਗਈ ਹੈ ਔਰ ਸਰਕਾਰ ਆਪਦੇ ਬੰਦੇ ਜਿਵੇਂ ਖੜੇ ਕਰਦੀ ਹੈ, ਅਕਸਰ ਇਸ ਤਰੀਕੇ ਦਾ ਮਾਹੌਲ ਜਿਹੜਾ ਸਿਰਜਦੀ ਆ, ਉਸੇ ਤਰੀਕੇ ਦਾ ਮਾਹੌਲ ਸਿਰਜਿਆ ਗਿਆ ਹੈਗਾ। ਔਰ ਇਸ ਮਸਲੇ ਦੇ ਵਿੱਚ ਵੀ ਜਿਹੜਾ ਮਾਹੌਲ ਬਣਿਆ ਗਾ ਉਹ ਕੇਂਦਰ ਸਰਕਾਰ ਦੇ ਵੱਲੋਂ ਆਪਣੇ ਬੰਦੇ ਖੜੇ ਕਰਕੇ ਪਹਿਲਾਂ ਪਟੀਸ਼ਨ ਪਾਈ ਗਈ ਆ ਔਰ ਫਿਰ ਮਸਲੇ ਨੂੰ ਅਦਾਲਤ ਦੇ ਵਿੱਚ ਲਿਜਾਇਆ ਗਿਆ। ਗਿੱਲ ਸਾਹਿਬ, ਮਸਲਾ ਇਹ ਹੈਗਾ ਕਿ ਸਰਕਾਰ ਸਿੱਧੇ ਤੌਰ ਦੇ ਉੱਤੇ ਪਹਿਲਾਂ ਇਸ ਮਸਲੇ 'ਚ ਖੁਦ ਦਖਲਅੰਦਾਜ਼ੀ ਕਰ ਰਹੀ ਸੀ, ਪਰ ਜਦੋਂ ਸਰਕਾਰ ਨੂੰ ਇਹ ਲੱਗਿਆ ਕਿ ਉਹਨਾਂ ਦੇ ਹੱਥ ਦੇ ਵਿੱਚੋਂ ਮਾਹੌਲ ਨਿਕਲ ਰਿਹਾ ਗਾ, ਮਾਹੌਲ ਇਸ ਤਰੀਕੇ ਦਾ ਬਣ ਰਿਹਾ ਗਾ ਕਿ ਸਰਕਾਰ ਖੁਦ ਹੀ ਘਿਰ ਰਹੀ ਹੈ। ਪਹਿਲਾਂ ਸਰਕਾਰ ਇਹ ਚਾਹੁੰਦੀ ਸੀਗੀ
ਕਿ ਜਿਹੜੇ ਕਿਸਾਨ ਨੇ ਉਹ ਇਸ ਮਸਲੇ ਦੇ ਵਿੱਚ ਸਰਕਾਰ ਦੀ ਗੱਲ ਮੰਨਣ, ਪਰ ਕਿਸਾਨਾਂ ਨੇ ਹਕੀਕਤ ਦੇ ਤੌਰ ਦੇ ਉੱਤੇ ਇਹ ਕਿਹਾ ਕਿ ਅਸੀਂ ਕਿੰਨੇ ਕਾਨੂੰਨ ਵਾਪਸ ਲੈ ਤੋਂ ਬਿਨਾਂ ਪਿਛਾਂਹ ਨਹੀਂ ਮੁੜਦੇ। ਸਰਕਾਰ ਅਮੈਂਡਮੈਂਟ ਦੇ ਉੱਤੇ ਖੜੀ ਸੀ। ਉਸ ਤੋਂ ਬਾਅਦ ਸਰਕਾਰ ਇਸ ਗੱਲ ਦੇ ਉੱਤੇ ਆ ਗਈ, ਪਟੀਸ਼ਨ ਪਵਾ ਕੇ ਕਹਤਾ ਵੀ ਦਿੱਲੀ ਦੀਆਂ ਸੜਕਾਂ ਖਾਲੀ ਹੋਣੀਆਂ ਚਾਹੀਦੀਆਂ ਨੇ ਜੀ, ਲੋਕਾਂ ਨੇ ਇੱਥੋਂ ਦੀ ਲੰਘਣਾ ਹੈ। ਇਸ ਕਰਕੇ ਕਿਸਾਨ ਇਸ ਮਸਲੇ ਨੂੰ ਸਮੇਟਣ। ਇਹ ਐਂ ਵੀ ਹੋਇਆ ਸੀ ਗੱਲ ਸਾਹਿਬ ਵੀ ਜਦੋਂ ਪਟਿਆਲਾ ਘੇਰਨਾ ਸੀ ਕਿਸਾਨਾਂ ਨੇ ਕੁਝ ਸਾਲ ਪਹਿਲਾਂ, ਤਾਂ ਉਦੋਂ ਵੀ ਹਾਈ ਕੋਰਟ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਪਟੀਸ਼ਨ ਪਵਾਈ ਗਈ ਸੀ ਔਰ ਉਦੋਂ ਵੀ ਕਿਹਾ ਸੀ ਕਿ ਇਹਨਾਂ ਨੂੰ ਜੀ ਵੱਖ-ਵੱਖ ਥਾਵਾਂ ਦੇ ਉੱਤੇ ਥਾਂ ਪ੍ਰੋਵਾਈਡ ਕਰ ਦਿੱਤਾ ਜਾਵੇ ਔਰ ਰਸਤਾ ਚੱਲਣਾ ਚਾਹੀਦਾ। ਤਾਂ ਹੁਣ ਵੀ ਇਸ ਤਰੀਕੇ ਦਾ ਹੁਣ ਮਾਹੌਲ ਇਹ ਬਣਾਇਆ ਜਾ ਰਿਹਾ ਹੈਗਾ ਸੁਪਰੀਮ ਕੋਰਟ ਦੇ ਵੱਲੋਂ ਕਿ ਕਿਸਾਨਾਂ ਨੂੰ ਇਹ ਲੱਗਦਾ ਕਿ ਸਾਡੇ ਪੱਖ 'ਚ ਹੈ ਸੁਪਰੀਮ ਕੋਰਟ। ਕਿਸਾਨਾਂ ਨੂੰ ਇਹ ਲੱਗਦਾ ਗਾ ਕਿਉਂਕਿ ਕਿਸਾਨਾਂ ਦੇ ਪੱਖ ਦੀਆਂ ਕੁਝ ਗੱਲਾਂ ਕੀਤੀਆਂ ਗਈਆਂ ਨੇ, ਲੇਕਿਨ ਹਕੀਕਤ ਇਹ ਆ ਕਿ ਅਦਾਲਤ ਦੇ ਵਿੱਚੋਂ ਜੇ ਕਿਸਾਨਾਂ ਨੂੰ ਇਨਸਾਫ ਮਿਲਦਾ ਹੁੰਦਾ ਤਾਂ ਸਾਨੂੰ 1984 ਦਾ ਇਨਸਾਫ ਮਿਲ ਜਾਂਦਾ। ਜੇ ਅਦਾਲਤਾਂ ਦੇ ਰਾਹੀਂ ਇਨਸਾਫ ਮਿਲਦਾ ਹੁੰਦਾ ਤਾਂ ਐਡੀ ਦੂਰ ਮਹੀਨਿਆਂ ਬੱਧੀ ਇੱਕ ਐਜੀਟੇਸ਼ਨ ਨੂੰ ਲਮਕਾਉਣ ਦੀ ਲੋੜ ਨਹੀਂ ਸੀ, ਸਿੱਧਾ ਅਦਾਲਤ 'ਚ ਪਟੀਸ਼ਨ ਪਾਈ ਜਾਂਦੀ ਔਰ ਇਨਸਾਫ ਮਿਲ ਜਾਂਦਾ। ਸੋ ਇਸ ਕਰਕੇ ਹਕੀਕਤ ਇਹ ਹੈ ਗਿੱਲ ਸਾਹਿਬ ਕਿ ਇਸ ਅਦਾਲਤ ਦੇ ਵਿੱਚੋਂ ਇਨਸਾਫ ਮਿਲਣ ਦੀ ਆਸ ਉਮੀਦ ਆ ਜਿਹੜੀ ਉਹ ਘੱਟ ਨਜ਼ਰ ਆਉਂਦੀ ਆ ਜੀ। ਅੱਛਾ, ਉਧਰ ਇੱਕ ਹੀ ਰੱਟ ਲਾਈ ਜਾ ਰਹੀ ਹੈ ਕਿ ਮੈਂ ਕਾਨੂੰਨ ਠੀਕ ਨੇ, ਮੋਦੀ ਹੋਣੀ ਫਿਰ ਬੋਲੇ ਨੇ। ਕੱਲ ਵੀ ਮੈਂ ਆਪਣੇ ਪ੍ਰੋਗਰਾਮ ਤੋਂ ਬਾਅਦ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ਸੀ ਕਿ ਮੀਡੀਏਸ਼ਨ ਹੋਵੇ, ਕੋਈ ਬੰਦਾ ਵਿੱਚ ਆਵੇ, ਕੋਸ਼ਿਸ਼ ਕਰਨ ਕਿ ਢੀਂਡਸੇ ਹੋਣੀ ਬਾਦਲ ਹੋਣੀ ਇਹਨੂੰ ਕਰ ਸਕਦੇ ਸੀ। ਬਾਦਲ ਹੋਣਾ ਦਾ ਤੋੜ ਵਿਛੋੜਾ ਹੋ ਗਿਆ, ਢੀਂਡਸਾ ਫੂਲ ਕੇ ਉਹਨਾਂ ਦੀ ਗੱਲ ਹੋਈ, ਤਰਲੋਚਨ ਸਿੰਘ ਉਹਨਾਂ ਦੀ ਗੱਲ ਹੋਈ, ਡਾਕਟਰ ਮਨੋਹਰ ਸਿੰਘ ਉਹਨਾਂ ਦੀ ਗੱਲ ਹੋਈ ਕਿ ਇਹ ਬੰਦੇ ਅੱਗੇ ਆਉਣ। ਹੁਣ ਇਹ ਜਿਹੜਾ ਇੱਕ ਦੂਜੇ ਦੇ ਬਿਲਕੁਲ ਸਾਹਮਣੇ ਖੜੇ ਆ, ਤੁਸੀਂ ਕੀ ਸੋਚਦੇ ਹੋ? ਕੁਛ ਕਿਸਾਨ ਜਥੇਬੰਦੀਆਂ ਦੀ ਤਰਜ਼ ਕੀ ਹੈ ਕਿ ਕੋਈ ਬੰਦਾ ਉਹਨਾਂ ਨੂੰ ਗੱਭੇ ਇਹਨਾਂ ਦੇ ਬਹਿ ਕੇ ਕੋਈ ਗੱਲ ਕਰਾ ਸਕਦਾ? ਗਿੱਲ ਸਾਹਿਬ ਗੱਲ ਇਹ ਆ ਕਿ ਅੰਦੋਲਨ ਨੇ ਬਹੁਤ ਕੁਛ ਜਿਹੜਾ ਅਜਿਹਾ ਕੀਤਾ ਜਿਹਦੀ ਕਿਸੇ ਨੂੰ ਆਸ ਉਮੀਦ ਨਹੀਂ ਜੀ। ਇਹ ਅੰਦੋਲਨ ਨੇ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ, ਅਜਿਹੇ ਵਿਅਕਤੀਆਂ ਨੂੰ ਪਛਾਣ ਕਰ ਦਿੱਤਾ ਜਿਹੜੇ ਇਸ ਅੰਦੋਲਨ ਤੋਂ ਪਹਿਲਾਂ ਬਹੁਤ ਕੁਝ ਆਪਣੇ ਆਪ ਦੇ ਵਿੱਚ ਕਹਾਉਂਦੇ ਸੀ। ਹੁਣ ਗਿੱਲ ਸਾਹਿਬ ਤੁਸੀਂ ਇਹ ਦੇਖ ਲਓ ਕਿ ਇਸ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਨੂੰ ਬਹੁਤ ਸਾਰਿਆਂ ਨੇ ਆਪੇ ਤੜਾਏ। 9 ਮਾਸ ਦਾ ਰਿਸ਼ਤਾ ਅਕਾਲੀ ਦਲ ਵਾਲੇ ਕਹਿੰਦੇ ਸੀ ਸਾਡਾ ਗਾ ਭਾਰਤੀ ਜਨਤਾ ਪਾਰਟੀ ਦੇ ਨਾਲ, ਔਰ ਉਹਨਾਂ ਨੂੰ ਇੱਕ ਦੂਜੇ ਦੇ ਆਹਮਣੇ ਸਾਹਮਣੇ ਲਿਆ ਕੇ ਖੜਾ ਕਰਤਾ, ਉਹ ਇਸ ਅੰਦੋਲਨ ਨੇ ਖੜਾ ਕੀਤਾ। ਬਹੁਤ ਸਾਰੇ ਲੋਕ ਬੀਜੇਪੀ ਦੇ ਨੇੜੇ ਜਾਣਾ ਚਾਹੁੰਦੇ ਸੀ, ਜਿਨ੍ਹਾਂ 'ਚ ਸੁਖਦੇਵ ਸਿੰਘ ਢੀਂਡਸਾ ਹੋਰੀ ਵੀ ਸੀ, ਜਿਨ੍ਹਾਂ 'ਚ ਫੂਲਕਾ ਹੋਰੀ ਵੀ ਸੀ, ਬਹੁਤ ਸਾਰੇ ਹੋਰ ਵਿਅਕਤੀ ਸੀ। ਈਵਨ ਬਹੁਤ ਸਾਰੀਆਂ ਚਰਚਾਵਾਂ ਇਹ ਵੀ ਚੱਲਦੀਆਂ ਸੀ ਕਿ ਨਵਜੋਤ ਸਿੱਧੂ ਜਿਹੜੇ ਨੇ ਉਹ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਜਾਣ, ਲੇਕਿਨ ਉਹਨਾਂ ਨੇ ਬੀਜੇਪੀ ਦੇ ਵਿੱਚ ਤਾਂ ਕੀ ਜਾਣਾ ਸੀ, ਬਲਕਿ ਅਜਿਹੇ ਲੋਕਾਂ ਨੂੰ ਵੀ ਬੀਜੇਪੀ ਦੇ ਖਿਲਾਫ ਬੋਲਣ ਲਈ ਮਜਬੂਰ ਕੀਤਾ ਇਸ ਅੰਦੋਲਨ ਨੇ। ਔਰ ਇਸ ਅੰਦੋਲਨ ਦੀ ਇਹ ਜਿੱਤ ਕਹਿ ਸਕਦੇ ਆਂਗੇ ਕਿ ਇਸ ਅੰਦੋਲਨ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਬਹੁਤਿਆਂ ਦੇ ਅਸਤੀਫੇ ਦਵਾਤੇ। ਸੋ ਇਹੀ ਕਾਰਨ ਹੈ ਗਿੱਲ ਸਾਹਿਬ ਕਿ ਹੁਣ ਕੋਈ ਵਿਚੋਲੀਆ ਬਣਨ ਵਾਲੀ ਜਾਂ ਗੱਭੇ ਬਣਨ ਵਾਲੀ ਜਿਹੜੀ ਗੱਲ ਹੈ ਉਹ ਤੋਂ ਦੂਰ ਜਾਂਦਾ। ਹਰ ਕੋਈ ਸੋਚਦਾ ਗਾ ਕਿ ਮੈਂ ਜੇ ਇਸ ਰਾਹ ਪਿਆ ਸ਼ਾਇਦ ਮੇਰੇ ਨਾਲ ਜਿਹੜੀ ਉਹ ਬਾਦਲਾਂ ਵਾਲੀ ਹੋਵੇ, ਸ਼ਾਇਦ ਹਰ ਕਿਸੇ ਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੀ ਹੋਵੇ। ਸੋ ਇਸ ਕਰਕੇ ਕੋਈ ਨੇੜੇ ਨਹੀਂ ਆ ਰਿਹਾ। ਸੋ ਇਸ ਕਰਕੇ ਇਹ ਅੰਦੋਲਨ ਜਿਹੜਾ ਉਹ ਕਿਸ ਪਾਸੇ ਨੂੰ ਜਾਊਗਾ ਜਾਂ ਕੋਈ ਕੀ ਰਸਤੇ ਦੇ ਵਿੱਚ ਆਊ ਵਿਚੋਲੀਆ ਬਣ ਲਈ ਜਾਂ ਨਹੀਂ ਆਊ, ਇਹ ਵੀ ਭਵਿੱਖ ਦੇ ਉੱਤੇ ਨਿਰਭਰ ਕਰਦਾ। ਫਿਲਹਾਲ ਦੀ ਗੱਲ ਸਾਹਿਬ ਹਾਲਤ ਇਹ ਹੈ ਕਿ ਕੋਈ ਵੀ ਤਿਆਰ ਨਹੀਂ ਨਜ਼ਰ ਆ ਰਿਹਾ ਜੀ। ਭਾਜਪਾ ਦੇ ਵਿੱਚ ਜਿਹੜੀ ਇੱਕ ਵੱਡੀ ਟੀਮ ਹੈ, ਗਡਕਰੀ, ਰਾਜਨਾਥ ਸਿੰਘ ਤੇ ਹੋਰ ਬਹੁਤ ਨੇ, ਕਿਉਂਕਿ ਅਮਿਤ ਸ਼ਾਹ ਤੇ ਮੋਦੀ ਹੋਣੀ 1985 ਦਾ ਅਲਾਇੰਸ ਬਣਿਆ। 35 ਸਾਲ ਹੋ ਗਏ ਉਹਨਾਂ ਨੂੰ ਇਕੱਠਿਆਂ ਹੀ, ਜਦ ਤੋਂ ਗੁਜਰਾਤ ਤੋਂ ਤੁਰੇ ਨੇ, ਇੱਕ ਆਮ ਵਰਕਰ ਦੇ ਤੌਰ ਤੇ ਤੁਰੇ ਤੇ ਕਿੱਥੇ ਅੱਜ ਉਹ ਪਹੁੰਚੇ ਹੋਏ ਨੇ। ਓਬਵੀਅਸਲੀ ਸੰਘ ਪਿੱਛੇ ਹੈ, RSS ਦੇ ਮੇਨ ਬੰਦੇ ਕਰਕੇ ਉਹਦੇ 'ਚ ਕੰਮ ਕੀਤਾ। ਹੁਣ ਸੀਨੀਅਰ ਆਗੂ ਚੌਧਰੀ ਬਰਿੰਦਰ ਸਿੰਘ ਨੇ ਇਹਦੀ ਵਿਰੋਧਤਾ ਕੀਤੀ ਹੈ। ਇਹਦੇ ਬਾਰੇ ਦੱਸੋ ਜੀ, ਉਹ ਕੌਣ ਨੇ, ਕਿੱਥੇ ਨੇ, ਕਿੱਥੋਂ ਨੇ ਤੇ ਉਹਨਾਂ ਨੇ ਕੀ ਕਿਹਾ? ਜੀ ਗਿੱਲ ਸਾਹਿਬ ਦੇਖੋ, ਜਿਹੜੇ ਚੌਧਰੀ ਬਰਿੰਦਰ ਸਿੰਘ ਨੇ ਉਹ ਮੰਤਰੀ ਰਹੇ ਨੇ, ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਮੰਤਰੀ ਸੀ ਬਰਿੰਦਰ ਸਿੰਘ, ਔਰ ਹੁਣ ਉਹ ਖੇਤੀ ਕਾਨੂੰਨਾਂ ਦੇ ਪੱਖ 'ਚ ਸਿੱਧੇ ਤੌਰ ਤੇ
ਜਿਹੜਾ ਉਹ ਬੀਜੇਪੀ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ। ਉਹਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਕਿਸਾਨਾਂ ਦੀ ਹੱਕੀ ਪਾਰਟੀ ਨਹੀਂ ਹੈ, ਇਸ ਕਰਕੇ ਉਹ ਸੰਕੇਤਕ ਧਰਨਾ ਦੇ ਰਹੇ ਨੇ। ਸੋ ਚੌਧਰੀ ਵਰਿੰਦਰ ਸਿੰਘ ਉਹਨਾਂ ਨੇ ਸਰ ਛੋਟੂ ਰਾਮ ਦੀ ਗੱਲ ਕੀਤੀ ਹੈ। ਗੱਲ ਸਾਹਿਬ, ਸਰ ਛੋਟੂ ਰਾਮ ਉਹ ਵਿਅਕਤੀ ਹੋਇਆ ਜਿਹਨੇ ਅੰਗਰੇਜ਼ ਹਕੂਮਤ ਦੇ ਖਿਲਾਫ ਬਗਾਵਤ ਕੀਤੀ ਸੀ ਔਰ ਜਿਹਨੇ ਖੇਤੀ ਦੇ ਅਜਿਹੇ ਕਾਨੂੰਨਾਂ ਦੀ ਮੰਗ ਕੀਤੀ ਸੀ ਜਿਹੜੇ ਕਿਸਾਨ ਦੇ ਪੱਖ 'ਚ ਹੋਣ। ਤੇ ਹੁਣ ਉਸੇ ਤਰ੍ਹਾਂ ਦੀ ਤਰਜ਼ ਦੇ ਉੱਤੇ ਚੌਧਰੀ ਵਰਿੰਦਰ ਸਿੰਘ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਦਿਖਾਈ ਦਿੰਦੇ ਨੇ। ਉਹਨੇ ਕਿਹਾ ਮੈਂ ਭੁੱਖ ਹੜਤਾਲ ਕਰੂੰਗਾ ਕਿਸਾਨਾਂ ਦੇ ਹੱਕ ਦੇ ਵਿੱਚ ਔਰ ਬੀਜੇਪੀ ਦਾ ਜਿਹੜਾ ਉਹ ਵਿਰੋਧ ਕਰੂੰਗਾ। ਉਹਨੇ ਕਿਹਾ ਕਿ 2 ਦਿਸ਼ਾਵਾਂ ਤੋਂ ਕਿਸਾਨਾਂ ਲਈ ਯਾਤਰਾਵਾਂ ਕਰਨਗੇ। ਸੋ ਚੌਧਰੀ ਵਰਿੰਦਰ ਸਿੰਘ ਦਾ ਐਲਾਨ ਆ ਜਿਹੜਾ ਉਹ ਨਰਿੰਦਰ ਮੋਦੀ ਹੋਰਾਂ ਦੇ ਲਈ ਖਤਰੇ ਦੀ ਘੰਟੀ ਕਹਿ ਸਕਦੇ ਹਾਂ। ਚੌਧਰੀ ਵਰਿੰਦਰ ਸਿੰਘ ਪਹਿਲਾ ਉਹ ਬੰਦਾ ਹੋਊਗਾ ਜਿਹਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹਿ ਕੇ ਬਗਾਵਤ ਕੀਤੀ ਆ। ਹੁਣ ਤੱਕ ਜਿਹੜੀਆਂ ਇਹਦੇ ਨਾਲ ਸਹਿਯੋਗੀ ਪਾਰਟੀਆਂ ਸੀ ਉਹਨਾਂ ਨੇ ਬਗਾਵਤ ਕੀਤੀ, ਸਹਿਯੋਗੀ ਬੰਦਿਆਂ ਨੇ ਬਗਾਵਤ ਕੀਤੀ, ਪਰ ਇਹ ਕੇਂਦਰ ਦਾ ਮੰਤਰੀ ਰਹਿ ਚੁੱਕਿਆ ਬੰਦਾ ਹੈਗਾ ਜਿਹੜਾ ਨਰਿੰਦਰ ਮੋਦੀ ਹੋਰਾਂ ਦੇ ਖਿਲਾਫ ਕਿਸਾਨਾਂ ਦੇ ਹੱਕ 'ਚ ਬਗਾਵਤ ਕਰ ਰਿਹਾ ਜੀ। ਗੱਲ ਸਾਹਿਬ ਅੱਛਾ ਨਵਕੀਰ ਨੇ ਇੱਕ ਇਹਦੀ ਜਿਹੜੀ ਇੱਕ ਕੜੀ ਆ ਜਿਹਨੂੰ ਮੈਂ ਛੂਹਣਾ ਚਾਹੁੰਦਾ, ਅਸੀਂ ਅਗਲੇ ਹਫ਼ਤੇ ਇਸ ਤੇ ਹੋਰ ਕੰਮ ਕਰਨਾ ਚਾਹੁੰਦੇ ਹਾਂ। ਜਿਹੜੇ ਇਸ ਸੰਘਰਸ਼ ਦੇ ਵਿੱਚ 20-21 ਜਣੇ ਸ਼ਹੀਦ ਹੋ ਗਏ। ਇੱਕ ਹੁਣ ਪਟਿਆਲੇ ਕੋਲ ਦਾ ਮੁੰਡਾ 30-35 ਸਾਲਾਂ ਦਾ ਸਹੁਰੇ ਘਰ ਰਹਿੰਦਾ, ਪਿੱਛੇ ਵੀ ਕੋਈ ਨਹੀਂ ਅੱਗੇ ਵੀ ਨਹੀਂ ਕੋਈ, ਭੋਰਾ ਭੋਰ ਜਵਾਕ ਨੇ, ਬਹੁਤ ਜ਼ਿਆਦਾ ਮੁਸ਼ਕਿਲ ਹੋ ਗਈ। ਹੁਣ ਉਹ ਜਿਹੜੇ ਘਰ ਸੁੰਨੇ ਹੋਣੇ ਨੇ, ਦੇਖੋ ਇਹ ਸੰਘਰਸ਼ ਪੁਰਾਣੇ ਦੀ ਨਹੀਂ ਗੱਲ, ਮੈਂ ਸਿੱਖ ਸੰਘਰਸ਼ ਦੀ ਗੱਲ ਵੇਖਾਂ। ਜਿਹੜੇ ਘਰਾਂ 'ਚੋਂ ਤੁਰ ਗਏ ਉਹਨਾਂ ਦੇ ਘਰਾਂ 'ਚ ਘਾਹ ਉੱਗ ਖੜੇ। ਮੈਂ ਨਹੀਂ ਕਹਿੰਦਾ ਕੌਮ ਨੇ ਪਤਾ ਨਹੀਂ ਕੀਤਾ, ਕੌਮ ਕਰਦੀ ਰਹੀ, ਇਕੱਲਾ ਬੰਦਾ ਕਰਦਾ ਰਿਹਾ। ਵੱਡੇ ਲੈਵਲ 'ਤੇ ਜਿਹੜਾ ਕੁਛ ਹੋਣਾ ਚਾਹੀਦਾ ਸਾਂਭ ਨਹੀਂ ਹੋਇਆ। ਹੁਣ ਇਹਦੇ 'ਚ ਜਿਹੜੇ ਇਹ 21 ਜੀ ਨੇ ਘਰਾਂ ਦੇ ਚਲੇ ਗਏ, ਹਲੇ ਹੋਰ ਰੱਬ ਸੁੱਖ ਰੱਖੇ, ਅੱਗੇ ਕੀ ਹੁੰਦਾ ਪਤਾ ਨਹੀਂ। ਤੇ ਸੰਤ ਬਾਬਾ ਰਾਮ ਸਿੰਘ ਦੇ ਬਾਰੇ ਰੁਦਨ ਜਿਹੜਾ ਹੋ ਰਿਹਾ ਸੀ, ਉਹ ਬੜੀਆਂ ਗੱਲਾਂ ਚੱਲੀਆਂ ਜੀ, ਉਹ ਇਸ ਤਰ੍ਹਾਂ ਹੋਇਆ। ਪਰ ਉਹਨਾਂ ਦੀ ਜਿਹੜੀ ਚਿੱਠੀ ਪੜ੍ਹ ਕੇ ਇਹ ਗੱਲ ਲੱਗਦੀ ਆ ਵੀ ਉਹਨਾਂ ਨੇ ਆਪ ਇਹ ਸ਼ਹਾਦਤ ਦਿੱਤੀ ਹੈ। ਠੀਕ ਹੈ, ਇਹ ਡਿਸਕਸ਼ਨ ਚੱਲੀ ਜੀ, ਇਹ ਨਹੀਂ ਹੋਣਾ ਚਾਹੀਦਾ, ਇਹ ਖੁਦਕੁਸ਼ੀ ਜੇ ਹੈ, ਖੁਦਕੁਸ਼ੀ ਉਹ ਆ। ਜਿਹੜਾ ਤੁਰ ਗਿਆ ਉਹ ਬੰਦਾ ਤੁਰ ਗਿਆ। ਇਹ ਜਿਹੜੇ ਹੁਣ ਪਰਿਵਾਰ ਨੇ ਉਹਨਾਂ ਦੇ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਵੀ ਉਹਨਾਂ ਦੀ ਮਾਇਕ ਸਹਾਇਤਾ ਜਿਹੜੀ ਹੈ ਉਹ ਕੀ ਹੋ ਰਹੀ ਹੈ, ਕਿਵੇਂ ਹੋ ਰਹੀ ਹੈ। ਤੇ ਇਹ 21 ਪਰਿਵਾਰ ਜਿਹੜੇ ਨੇ ਉਹਨਾਂ ਦੀ ਆਰਥਿਕ ਜਿਹੜੀ ਹੁਣ ਆਰਥਿਕ ਜਿਹੜੀ ਉਹਨਾਂ ਦੀ ਸਿਚੁਏਸ਼ਨ ਆ ਉਹ ਕਿਹੋ ਜਿਹੀ ਹੈ ਜੀ। ਗੱਲ ਸਾਹਿਬ, ਜਿਹੜੀਆਂ ਕੋਈ ਮੌਤਾਂ ਹੋਈਆਂ ਇਹ ਮੌਤਾਂ ਬੇਹੱਦ ਮਾੜੀ ਘਟਨਾ ਜਿਹੜੀ ਉਹ ਵਾਪਰੀ ਹੈਗੀ ਔਰ ਦਰਦਨਾਕ ਹਾਲਤ ਦੇ ਵਿੱਚ ਬਹੁਤੀਆਂ ਮੌਤਾਂ ਹੋਈਆਂ। ਕਈ ਐਕਸੀਡੈਂਟ ਹੋਏ, ਕਈ ਥਾਵਾਂ ਦੇ ਉੱਤੇ ਨੌਜਵਾਨਾਂ ਦੀ ਮੌਤ ਹੋਈ। ਹੁਣ ਇੱਕ ਦੇਖੋ ਤੁਸੀਂ, ਉਹ 16 ਸਾਲ ਦਾ ਮੁੰਡਾ ਗਿੱਲ ਸਾਹਿਬ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹਦਾ ਪਿੰਡ ਪੈਂਦਾ ਔਰ ਮਾਪਿਆਂ ਦਾ ਇਕਲੌਤਾ ਪੁੱਤ, ਨਾਨੀ ਦੇ ਨਾਲ ਉਹ ਕਿਸਾਨ ਸੰਘਰਸ਼ ਦੇ ਵਿੱਚ ਜਾ ਰਿਹਾ। ਰਾਹ 'ਚ ਖਾਤੇ ਤੋਂ ਡਿੱਗਿਆ, ਪਿੱਛੋਂ ਕੋਈ ਵਹੀਕਲ ਆ ਉੱਥੋਂ ਦੀ ਲੰਘ ਗਿਆ ਔਰ ਉਹਦੀ ਦਰਦਨਾਕ ਹਾਲਤ ਦੇ ਵਿੱਚ ਮੌਤ ਹੋਈ ਹੈ। 16 ਸਾਲ ਦੀ ਉਮਰ ਹੈ। ਜਿਹੜੇ ਇਹ ਨੌਜਵਾਨ ਦੀ ਮੌਤ ਹੋਈ ਆ, ਤੁਸੀਂ ਦੱਸਿਆ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਹੈ, ਪਟਿਆਲੇ ਸਹੁਰੇ ਘਰ ਰਹਿੰਦਾ, 33 ਸਾਲਾਂ ਦੀ ਇਹਦੀ ਟੋਟਲ ਉਮਰ ਹੈ। ਟ੍ਰੇਨ ਦੇ ਵਿੱਚ ਡਿੱਗਦਾ ਔਰ ਸਵੇਰੇ ਪਤਾ ਲੱਗਿਆ, ਰਾਤ ਨੂੰ ਡਿੱਗਿਆ, ਸਵੇਰੇ ਪਤਾ ਲੱਗਿਆ ਕਿ ਇਹਦੀ ਮੌਤ ਹੋ ਗਈ। ਸੋ ਲਗਭਗ 2 ਦਰਜਨ ਦੇ ਕਰੀਬ ਮੌਤਾਂ ਨੇ ਜਿਹੜੀਆਂ ਉਹ ਹੋਈਆਂ ਨੇ। ਮੰਦਭਾਗੀ ਘਟਨਾਵਾਂ। ਇੱਕ ਇਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1 ਲੱਖ ਰੁਪਏ ਦਾ ਐਲਾਨ ਜਿਹੜਾ ਉਹ ਕੀਤਾ ਸੀ, ਹਰ ਵਿਅਕਤੀ ਨੇ 1 ਲੱਖ ਰੁਪਇਆ ਦੇਵਾਂਗੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਨਾਲ ਜਿਹੜਾ ਐਗਰੀਮੈਂਟ ਹੋਇਆ ਕਿਸਾਨਾਂ ਦਾ, ਉਹਦੇ ਤਹਿਤ ਹੋਇਆਗਾ 5 ਲੱਖ ਰੁਪਇਆ ਜਿਹੜਾ ਪੰਜਾਬ ਸਰਕਾਰ ਫੌਰੀ ਦੇਊ, 5 ਬਾਅਦ ਚ ਦੇਊ। ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਮੁਹੱਈਆ ਕੀਤੀ ਜਾਣੀ ਆ। ਸੋ ਇਸ ਤੋਂ ਇਲਾਵਾ ਗੱਲ ਸਾਹਿਬ, ਬਹੁਤ ਸਾਰੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਵੱਲੋਂ ਆਰਥਿਕ ਸਹਾਇਤਾ ਦਿੱਤੀ ਜਾਣੀ ਹੈ। ਸੋ ਚੰਗੀ ਗੱਲ ਹੈਗੀ ਕਿ ਪ੍ਰਵਾਸੀ ਭਾਰਤੀ, ਤੁਸੀਂ ਗੱਲ ਸਾਹਿਬ ਬਹੁਤ ਇਸ ਮਸਲੇ ਦੇ ਉੱਤੇ ਸੋਚ ਰਹੇ ਹੋ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਕਾਫੀ ਇਸ ਮਸਲੇ ਦੇ ਸਹਿਯੋਗ ਦੇਣ ਬਾਰੇ ਜਿਹੜੀ ਅਪੀਲ ਆ ਉਹ ਵੀ ਰੇਡੀਓ ਜਰੇ ਹਾਕ ਮਾਰੀ ਸੀ, ਹੁਣ ਵੀ ਮਾਰ ਰਹੇ ਹੋ। ਸੋ ਚੰਗੀ ਗੱਲ ਹੈ ਗੱਲ ਸਾਹਿਬ ਕਿ ਜਿਹੜੇ ਦੇਖੋ ਪਰਿਵਾਰ ਦਾ ਮੈਂਬਰ ਚਲਿਆ ਗਿਆ ਉਹਨੇ ਤਾਂ ਵਾਪਸ ਆਉਣਾ ਨਹੀਂ, ਪਰ ਬਹੁਤੇ ਪਰਿਵਾਰਾਂ ਦੇ ਵਿੱਚ ਜਿਹੜਾ ਦੇਖ ਰਹੇ ਆ ਉਹ ਪਰਿਵਾਰ ਦੀ ਆਰਥਿਕ ਹਾਲਤ ਆ ਜਿਹੜੀ ਉਹ ਬਹੁਤੀ ਚੰਗੀ ਨਜ਼ਰ ਨਹੀਂ ਆਈ। ਔਰ ਜਦੋਂ ਪਰਿਵਾਰ ਦਾ ਕਮਾਊ ਪੁੱਤ ਇਸ ਜਹਾਨੋਂ ਚੜਿਆ ਜਾਂਦਾ, ਉਸ ਤੋਂ ਬਾਅਦ ਪਰਿਵਾਰ ਦੀ ਹਾਲਤ ਕੀ ਹੁੰਦੀ ਹੈ ਉਹ ਆਪਾਂ ਨੂੰ ਪਤਾ ਹੈ। ਸਥਿਤੀ ਇਹ ਹੈ ਗੱਲ ਸਾਹਿਬ ਕਿ ਬਹੁਤੇ ਥਾਂ ਦੇ ਉੱਤੇ ਇਹ ਹੁੰਦਾ ਹੈਗਾ ਕਿ ਜਦੋਂ ਕੋਈ ਕਿਸਾਨ ਸੰਘਰਸ਼ ਦੇ ਵਿੱਚ ਤੁਰਦਾ ਹੈਗਾ
ਤਾਂ ਉਸ ਤੋਂ ਬਾਅਦ ਉਹਨੂੰ ਲਾਸ ਆ ਜਿਹੜਾ ਹੁੰਦਾ ਹੈਗਾ। ਕੁਰਬਾਨੀਆਂ ਦੇ ਸਿਰ ਦੇ ਉੱਤੇ ਹੀ ਕੌਮ ਆ ਜਿਹੜੀ ਉਹ ਅੱਗੇ ਵੱਧਦੀ ਆ। ਆਪਣੀ ਸਿੱਖ ਕੌਮ ਨੇ ਪਿਛਲੇ ਸਮੇਂ ਵੀ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ, ਹੁਣ ਵੀ ਕੁਰਬਾਨੀਆਂ ਦੇ ਰਹੀ ਆ। ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਮੈਂ ਦੇਖਿਆ ਗਿੱਲ ਸਾਹਿਬ ਕਿ ਕੋਈ ਸਬਜ਼ੀ ਬੀਜਦਾ ਸੀ ਔਰ ਉਹ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੇ ਲਈ ਦਿੱਲੀ 'ਚ ਮੋਰਚੇ ਦੇ ਉੱਤੇ ਡਟ ਗਿਆ। ਉਸ ਤੋਂ ਬਾਅਦ ਰੋਜ਼ ਜਾਂ ਗਾਈਆਂ ਜਾਂ ਅਵਾਰਾ ਪਸ਼ੂ ਹੋਰ ਉਹਦੀ ਫਸਲ ਸਾਰੀ ਸਬਜ਼ੀ ਖਾ ਗਏ ਔਰ ਉਹਨੂੰ ਸਬਜ਼ੀ ਵਾਹੁਣੀ ਪਈ। ਏਦਾਂ ਦੀਆਂ ਵੀ ਬਹੁਤ ਸਾਰੀਆਂ ਮੈਂ ਖੁਦ ਦੇਖੀਆਂ ਨੇ ਘਟਨਾਵਾਂ। ਔਰ ਕਈ ਥਾਵਾਂ ਦੇ ਉੱਤੇ ਸੱਟ ਵੱਜੀ ਕਿਸੇ ਵਿਅਕਤੀ ਦੇ, ਉਹਨੂੰ ਮੰਜੇ ਦੇ ਉੱਤੇ ਪੈਣਾ ਪੈ ਗਿਆ। ਏਦਾਂ ਦੀ ਹਾਲਤ ਵੀ ਜਿਹੜੀ ਬਹੁਤ ਸਾਰੇ ਕੇਸਾਂ ਦੇ ਵਿੱਚ ਦੇਖੀ ਆ। ਜੀ ਗਿੱਲ ਸਾਹਿਬ। ਅੱਛਾ, ਅਖੀਰ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਅੱਜ ਇੱਕ ਬਿਆਨ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤਾ ਮਿਨਿਸਟਰ ਜਿਹੜਾ ਫੋਰਨ ਮਿਨਿਸਟਰ ਹੈ ਪਾਕਿਸਤਾਨ ਦਾ ਮਹਿਮੂਦ ਕੁਰੈਸ਼ੀ। ਉਹ ਕਹਿੰਦਾ ਵੀ ਭਾਰਤ ਸਾਡੇ ਤੇ ਸਰਜੀਕਲ ਸਟ੍ਰਾਈਕ ਕਰਨ ਨੂੰ ਫਿਰਦਾ। ਬਹੁਤ ਵਾਰ ਵੱਡੀਆਂ ਚੀਜ਼ਾਂ ਹੋਈਆਂ ਜਦ ਡਾਇਵਰਟ ਕਰਦਾ ਸਟੇਟ ਜਾਂ ਡਾਇਵਰਟ ਕਰਦੀ ਹੈ। ਕਲਿੰਟਨ ਆਇਆ ਮਿਲਣ ਤਾਂ ਚਿੱਠੀ ਸਿੰਘਪੁਰਾ ਦੇ ਵਿੱਚ ਕੱਢ ਕੇ ਸਿੱਖ ਮਾਰ ਦਿੱਤੇ, 9 ਮੁਸਲਿਮ ਅੱਤਵਾਦੀਆਂ ਦਾ ਲਾ ਦਿੱਤਾ। ਗੁਆਂਢ ਦੇ ਪਿੰਡਾਂ ਦੇ ਵਿੱਚੋਂ 2 ਬੰਦੇ ਚਰਵਾਹੇ ਮਾਰ ਕੇ ਦੱਬਤੇ। DNA ਦੇ ਵਿੱਚ ਇਹ ਗੱਲ ਫਾਈਨਲ ਹੋ ਗਈ ਕਿ ਇਹ ਸਿੱਖ ਮੁਸਲਮਾਨਾਂ ਨੇ ਨਹੀਂ ਮਾਰੇ, ਸਟੇਟ ਦੇ ਟੈਰਰਿਜ਼ਮ ਨੇ, ਇਹ ਅੱਤਵਾਦ ਨੇ ਮਾਰੇ। ਹੁਣ ਇਹ ਸਰਜੀਕਲ ਸਟ੍ਰਾਈਕ ਦੀ ਗੱਲ ਚੱਲ ਰਹੀ ਹੈ। ਮਹਿਮੂਦ ਕੁਰੈਸ਼ੀ ਨੇ ਅੱਜ ਬਿਆਨ ਦਿੱਤਾ ਅਬੂ ਧਾਬੀ ਦੇ ਵਿੱਚ। ਉਧਰ ਅਫਗਾਨਿਸਤਾਨ ਦੇ ਵਿੱਚ ਵੀ ਇੱਕ ਬੰਬ ਧਮਾਕਾ ਹੋਇਆ, ਉਹਦੇ 'ਚ ਵੀ 15 ਬੱਚੇ ਮਾਰੇ ਗਏ ਨੇ। ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਕੁਰੈਸ਼ੀ ਦੇ ਬਿਆਨ ਨੂੰ? ਕਿਉਂਕਿ ਜਦ ਕੋਈ ਵੱਡੀ ਘਟਨਾ ਨੂੰ ਤੋਂ ਡਾਇਵਰਟ ਸਿਸਟਮ ਨੂੰ ਕਰਨਾ ਹੈ ਤਾਂ ਉਹ ਉਦੋਂ ਵੱਡੀ ਹੋਰ ਕਰ ਦਿੰਦੇ ਆ। ਅਤੇ ਮੀਡੀਆ ਬੈਠਾ ਹੀ ਹੈ, ਇਹੀ ਮੀਡੀਆ ਜਿਹੜੀ ਇੱਕ ਡਰੱਗ ਦੇ ਨਾਲ ਮੌਤ ਹੋਈ ਬਾਲੀਵੁੱਡ ਦੇ ਐਕਟਰ ਦੀ, ਉਹਦੇ ਲਈ ਮੀਡੀਆ ਕੀ ਕਰਦਾ ਰਿਹਾ। ਕੰਗਣਾ ਆ ਗਈ ਵਿੱਚ, ਇੱਕ ਇਹਨਾਂ ਦਾ ਚੇਲਾ ਬੰਬੇ ਬੈਠਾ ਅਰਨਬ, ਉਹ ਰੌਲਾ ਪਾਉਂਦਾ। ਅਤੇ ਜਿਹੜੇ ਸਾਡੇ ਇਹਦੇ ਵਿੱਚ 20-21 ਮਾਰੇ ਗਏ ਉਹਨਾਂ ਦੀ ਗੱਲ ਨਹੀਂ ਕਰਦਾ ਇਹੀ ਮੀਡੀਆ। ਸੋ ਇਸ ਨੂੰ ਤੁਸੀਂ ਕਿਵੇਂ ਲੈਂਦੇ ਹੋ? ਅਖੀਰ 'ਚ ਇਹ ਦੱਸੋ। ਜੀ ਗੱਲ ਦੇਖੋ, ਜਿਵੇਂ ਤੁਸੀਂ ਦੱਸਿਆ ਕਿ ਸੁਸ਼ਾਂਤ ਰਾਜਪੂਤ ਦੀ ਮੌਤ ਹੁੰਦੀ ਆ, ਖੁਦਕੁਸ਼ੀ ਕੇਸ ਬਣਦਾ ਔਰ ਪੂਰਾ ਮੀਡੀਆ ਕਈ ਦਿਨ ਰੋਣਾ ਰੋਂਦਾ ਹੈਗਾ। ਉਹ ਵੀ ਇੱਕ ਤਰੀਕੇ ਦੇ ਨਾਲ ਧਿਆਨ ਭਟਕਾਉਣ ਦਾ ਮਸਲਾ ਸੀ। ਉਸ ਤੋਂ ਬਾਅਦ ਵੀ ਗਿੱਲ ਸਾਹਿਬ ਆਪਾਂ ਦੇਖਿਆ ਕਿ ਇੱਕ ਕਾਮਰੇਡ ਦੀ ਅੰਮ੍ਰਿਤਸਰ ਦੇ ਵਿੱਚ ਹੱਤਿਆ ਹੁੰਦੀ ਆ। ਉਸ ਤੋਂ ਬਾਅਦ ਖਾਲਿਸਤਾਨ ਦਾ ਮਸਲਾ ਉਭਾਰਿਆ ਜਾਂਦਾ ਹੈਗਾ ਔਰ ਕਿਹਾ ਜਾਂਦਾ ਕਿ ਇਹ ਵਿਅਕਤੀ ਆ ਜਿਹੜਾ ਉਹ ਖਾਲਿਸਤਾਨ ਦਾ ਵਿਰੋਧ ਕਰਦਾ ਸੀ, ਸ਼ਾਇਦ ਇਸ ਕਰਕੇ ਹੱਤਿਆ ਹੁੰਦੀ ਆ। ਲੇਕਿਨ ਇਹ ਤਾਂ ਸਦਕੇ ਜਾਈਏ ਪੰਜਾਬੀਆਂ ਦੇ, ਸਦਕੇ ਜਾਈਏ ਖੇਤਰੀ ਮੀਡੀਆ ਦੇ, ਕੋਈ ਇਸ ਪਾਸੇ ਨਹੀਂ ਪਿਆ। ਪਰ ਸਰਕਾਰ ਨੇ, ਹਕੂਮਤ ਨੇ ਇਸ ਪਾਸੇ ਲਾਉਣ ਦਾ ਬਹੁਤ ਯਤਨ ਕੀਤਾ। ਉਸ ਤੋਂ ਬਾਅਦ ਇੱਕ ਰੇਲ ਗੱਡੀ ਮਾਨਸਾ ਦੇ ਵਿੱਚ ਗਿੱਲ ਸਾਹਿਬ ਡਰਾਈਵਰ ਦੇ ਵੱਲੋਂ ਇਤਿਹਾਤ ਵਰਤਣ ਦੇ ਕਰਕੇ ਇੱਕ ਵੱਡਾ ਹਾਦਸਾ ਹੁਣ ਬਚਿਆ। ਲੇਕਿਨ ਉੱਥੇ ਵੀ ਬਹੁਤ ਸਾਰੇ ਲੋਕਾਂ ਨੇ ਇਹ ਸ਼ੱਕ ਜ਼ਾਹਰ ਕੀਤਾ ਕਿ ਸ਼ਾਇਦ ਧਿਆਨ ਡਾਇਵਰਟ ਕਰਨ ਦਾ ਮਸਲਾ ਸੀ। ਸੋ ਹਕੂਮਤਾਂ ਅਕਸਰ ਇਹ ਕਰਿਆ ਕਰਦੀਆਂ ਨੇ। ਹਕੂਮਤਾਂ ਨੇ ਆਪਾਂ ਫਿਲਮਾਂ ਦੇ ਵਿੱਚ ਵੀ ਬਹੁਤ ਦੇ ਵਿੱਚ ਦੇਖਿਆ ਕਿ ਜਦੋਂ ਪੂਰੀ ਦੁਨੀਆ ਹੱਕ ਹਕੂਕ ਦੀ ਗੱਲ ਕਰ ਰਹੀ ਹੋਵੇ ਤਾਂ ਫਿਲਮ ਦੇ ਵਿੱਚ ਦੂਜੇ ਪਾਸੇ ਧਿਆਨ ਹਟਾਉਣ ਦੇ ਲਈ ਬਹੁਤ ਥਾਵਾਂ ਦੇ ਉੱਤੇ ਦੰਗੇ ਕਤਲੇਆਮ ਵੀ ਕਰਵਾਏ ਜਾਂਦੇ ਨੇ। ਸੋ ਹੁਣ ਵੀ ਜੋ ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੈਸ਼ੀ ਹੋਰਾਂ ਨੇ ਕਿਹਾ ਹੈਗਾ ਗਿੱਲ ਸਾਹਿਬ, ਇਹ ਹੋ ਸਕਦਾ ਹੈ, ਇਟਸ ਪੋਸੀਬਲ। ਕਿਉਂਕਿ ਇਹ ਜਿਹੜੇ ਇਸ ਵਕਤ ਭਾਰਤ ਦੀ ਰਾਜਸੱਤਾ ਚਲਾਉਂਦੇ ਨੇ, ਨਰਿੰਦਰ ਮੋਦੀ ਤੇ ਅਮਿਤ ਸ਼ਾਹ, ਇਹਨਾਂ ਨੂੰ ਮਾਸਟਰੀ ਆ ਬਹੁਤ ਸਾਰੇ ਮਸਲਿਆਂ ਦੇ ਵਿੱਚ, ਦੰਗੇ ਕਰਾਉਣ, ਹੋਰ ਜੰਗਾਂ ਲਾਉਣ। ਇਹ ਇਸ ਮਸਲੇ ਦੇ ਵਿੱਚ ਬਹੁਤ ਐਕਸਪਰਟ ਨੇ। ਜਿਵੇਂ ਗਿੱਲ ਸਾਹਿਬ ਤੁਸੀਂ ਵੀ ਕਈ ਵਾਰ ਜ਼ਿਕਰ ਕੀਤਾ, ਗੁਜਰਾਤ ਫਾਈਲਜ਼ ਨਾਂ ਦੀ ਜਿਹੜੀ ਕਿਤਾਬ ਹੈ ਉਹ ਇਸ ਗੱਲ ਦੇ ਪਰਦੇ ਖੋਲਦੀ ਹੈਗੀ ਕਿ ਇਹਨਾਂ ਨੇ ਕੁਛ ਬਹੁਤ ਵਾਰ ਕੀਤਾ ਹੈਗਾ। ਸੋ ਭਗਵੰਤ ਮਾਨ ਵੀ ਕਹਿੰਦਾ ਹੁੰਦਾ ਇਹ ਚੋਰੀ ਮੈਂ ਨਹੀਂ ਕੀਤੀ, ਮਿੱਤਰਾਂ ਦਾ ਨਾਂ ਲੱਗਦਾ, ਪਹਿਲਾਂ ਬਹੁਤ ਕੀਤੀਆਂ ਤਾਂ ਲੱਗਦਾ। ਸੋ ਇਹਨਾਂ ਨੇ ਪਹਿਲਾਂ ਅਜਿਹਾ ਕੁਛ ਬਹੁਤ ਕੀਤਾ ਹੈਗਾ। ਸੋ ਇਸ ਕਰਕੇ ਹੁਣ ਬਚਣ ਦੀ ਲੋੜ ਹੈ। ਔਰ ਮੀਡੀਆ ਨੂੰ ਵੀ ਆਪਾਂ ਇਹੀ ਅਪੀਲ ਕਰਾਂਗੇ, ਪ੍ਰਵਾਸੀ ਭਾਰਤੀਆਂ ਨੂੰ ਵੀ ਇਹੀ ਅਪੀਲ ਕਰਾਂਗੇ ਕਿ ਇਹਨਾਂ ਦੀਆਂ ਚਾਲਾਂ ਜਿਹੜੀਆਂ ਨੇ ਉਹਨਾਂ ਨੂੰ ਫੜਨ ਦੀ ਲੋੜ ਹੈ। ਹਕੀਕਤ ਨੂੰ ਸਮਝਦੇ ਹਾਂ। ਅੱਜ ਜੋ ਐਜੀਟੇਸ਼ਨ ਚੱਲ ਰਹੀ ਹੈ ਜਿਹਦੇ ਚ ਪੂਰਾ ਕੌਮ ਜੰਗੇ ਆਜ਼ਾਦੀ ਦੀ ਇੱਕ ਨਵੀਂ ਲੜਾਈ ਲੜ ਰਿਹਾ ਹੈ ਔਰ ਪੂਰੇ ਪ੍ਰਵਾਸੀ ਭਾਰਤੀ ਉਹਨਾਂ ਦੀ ਪਿੱਠ ਦੇ ਉੱਤੇ ਖੜੇ ਨੇ ਔਰ ਹਕੂਮਤ ਨੂੰ ਬਾਣੀ ਪਾਇਆ ਹੋਇਆ। ਗਿੱਲ ਸਾਹਿਬ ਹਕੀਕਤ ਇਹ ਹੈ ਵੀ ਇਹਨਾਂ ਨੂੰ ਸਵੇਰੇ ਉੱਠਦਿਆਂ ਨੂੰ ਵੀ, ਰਾਤ ਨੂੰ ਸੌਂਦਿਆਂ ਨੂੰ ਵੀ ਸੁਪਨੇ ਨੇ ਜਿਹੜੇ ਉਹ ਕਿਸਾਨਾਂ ਦੇ ਆਉਂਦੇ ਨੇ। ਹਕੀਕਤ ਇਹ ਹੈਗੀ ਕਿ ਅਮਿਤ ਸ਼ਾਹ ਨੇ ਕੱਲ ਵੀ ਮੀਟਿੰਗ ਕੀਤੀ ਹੈ ਕੇਂਦਰੀ ਮੰਤਰੀਆਂ ਦੇ ਨਾਲ ਔਰ ਮੀਟਿੰਗ ਦੇ ਵਿੱਚ ਇਹ ਏਜੰਡਾ ਅਪਣਾਇਆ ਗਿਆ ਕਿ ਇਸ ਅੰਦੋਲਨ ਨੂੰ ਫੇਲ ਕਿਵੇਂ ਕੀਤਾ ਜਾਵੇ। ਨਰਿੰਦਰ ਮੋਦੀ ਅੱਜ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਗਏ ਨੇ ਔਰ ਉੱਥੇ ਵੀ ਉਹ ਜਾ ਕੇ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਨਜ਼ਰ ਆਏ ਨੇ। ਇੱਕ ਬੰਨੇ ਇਹਨਾਂ ਦੇ ਮੰਤਰੀ ਕਿਸਾਨਾਂ ਮੂਹਰੇ ਖੁਦ ਬੈਠ ਕੇ ਮੰਨ ਚੁੱਕੇ ਨੇ
ਕਿ ਖੇਤੀ ਕਾਨੂੰਨਾਂ 'ਚ ਖਾਮੀਆਂ ਨੇ, ਉਹ ਖੁਦ ਕਹਿ ਚੁੱਕੇ ਨੇ ਅਮੈਂਡਮੈਂਟ ਕਰ ਲੈਣੇ ਆ। ਦੂਜੇ ਬੰਨੇ ਪ੍ਰਧਾਨ ਮੰਤਰੀ ਜੀ ਇੱਕ ਥਾਂ ਦੇ ਉੱਤੇ ਨਹੀਂ ਮੰਨੇ ਕਿ ਅਮੈਂਡਮੈਂਟ ਕਰਨ ਦੀ ਲੋੜ ਹੈ, ਉਹ ਹਰ ਥਾਂ ਦੇ ਉੱਤੇ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਨਜ਼ਰ ਆਉਂਦੇ ਨੇ। ਗੱਲ ਤੇ ਜੇ ਨਰਿੰਦਰ ਮੋਦੀ ਜੀ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੇ ਨੇ ਤਾਂ ਅਮੈਂਡਮੈਂਟ ਕਾਹਦੀ ਕਰਨ ਦੀ ਗੱਲ ਕਰਦੇ ਨੇ ਜੀ। ਸੋ ਇਸ ਕਰਕੇ ਇਹ ਅਜਿਹੀ ਹਕੂਮਤ ਹੈ ਜਿਹੜੀ ਹਕੂਮਤ ਲੋਕਾਂ ਦੇ ਨਾਲ ਬਲ ਫਰੇਬ ਦੀ ਨੀਤੀ ਕਰ ਰਹੀ ਹੈ, ਇਹ ਬਲ ਤੇ ਛਾਲਣਾ ਚੱਲ ਰਹੀ ਹੈ। ਇਸ ਕਰਕੇ ਲੋਕਾਂ ਦਾ ਧਿਆਨ ਹਟਾਉਣ ਲਈ ਕੋਈ ਵੀ ਕੰਡਾ ਵਰਤ ਸਕਦੇ ਨੇ। ਜੀ ਗੱਲ ਸਾਹਿਬ, ਧੰਨਵਾਦ ਨਵਕਿਰਨ। ਤੇ ਇੱਕੋ ਹੀ ਬੇਨਤੀ ਹੈ, ਮੈਨੂੰ ਪਤਾ ਹੈ ਰਾਤ ਦਾ ਸਮਾਂ ਬਹੁਤ ਹੋ ਜਾਂਦਾ ਹੈ, ਸਿਹਤ ਆਪਣੀ ਦਾ ਖਿਆਲ ਰੱਖਣਾ ਹੈ। ਭੱਜ ਨੱਠ 'ਚ ਰਹਿੰਦੇ ਹੋ, ਕਦੇ ਦਿੱਲੀ ਜਾਣਾ ਕਦੇ ਇੱਧਰ ਜਾਣਾ। ਪੱਤਰਕਾਰ ਦੀ ਨਿਗਾਹ ਜਿਹੜੀ ਹੈ ਉਹ ਬੜੀ ਖੁੱਲ੍ਹੀ ਰੱਖਦਾ ਉਹ। ਇਸ ਸਮੇਂ ਤੁਸੀਂ ਬਹੁਤ ਐਕਟਿਵ ਹੋ ਤੇ ਆਪਣੀ ਸਿਹਤ ਕਾਇਮ ਰੱਖਣੀ ਹੈ ਸਭ ਤੋਂ ਪਹਿਲਾਂ, ਬਾਕੀ ਗੱਲਾਂ ਆਪਾਂ ਬਾਅਦ 'ਚ ਕਰਦੇ ਰਹਿਣਾ, ਇਹ ਚੀਜ਼ਾਂ ਚੱਲਦੀਆਂ ਰਹਿਣੀਆਂ। ਧੰਨਵਾਦ। ਤੇ ਸੋਮਵਾਰ ਆਪਾਂ ਗੱਲਬਾਤ ਕਰਦੇ ਹਾਂ। ਸ਼ੁਕਰੀਆ ਗਿੱਲ ਸਾਹਿਬ। ਸੋਮਵਾਰ ਨੂੰ ਆਪਾਂ ਦਿੱਲੀ ਤੋਂ ਗੱਲਬਾਤ ਆ ਜਿਹੜੀ ਉਹ ਕਰਾਂਗੇ। ਸੌਰੀ, ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ ਲੱਗਿਆ, ਮੈਂ ਤਿਆਰੀ ਦੇ ਵਿੱਚ ਆ ਪੂਰਾ। ਸਵੇਰੇ ਜਲਦੀ ਜਿਹੜਾ ਉਹ ਦਿੱਲੀ ਨੂੰ ਚਾਲੇ ਜਿਹੜੇ ਉਹ ਪਾਵਾਂਗੇ। ਸੋ ਸੋਮਵਾਰ ਨੂੰ ਆਪਾਂ ਦਿੱਲੀ ਤੋਂ ਗੱਲਬਾਤ ਆ ਗਿੱਲ ਸਾਹਿਬ ਜਿਹੜੀ ਉਹ ਕਰਾਂਗੇ। ਜਿਹਦੇ ਵਸਦੇ ਰਹੋ। ਤੇ ਇਹ 21 ਪਰਿਵਾਰਾਂ ਦੇ ਬਾਰੇ ਆਪਾਂ ਜਾਣਕਾਰੀ ਇਕੱਠੀ ਕਰਨੀ ਹੈ ਅਗਲੇ ਹਫ਼ਤੇ। ਉਹ 21 ਪਰਿਵਾਰਾਂ ਦੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਦੋਨੇ ਰਲ ਕੇ, ਪਿੰਡਾਂ ਤੋਂ ਲੈ ਕੇ ਪਰਿਵਾਰ ਦਾ ਹਾਲ। ਉਹਦੇ 'ਤੇ ਮੈਂ ਕੰਮ ਕਰਨਾ ਚਾਹੁੰਦਾ ਵੀ ਕਿਵੇਂ ਨਾ ਕਿਵੇਂ ਉਹਨਾਂ ਤੱਕ ਆਰਥਿਕ ਮਦਦ ਪਹੁੰਚੇ। ਇਹ ਮੇਰੇ ਮਨ ਦੇ ਵਿੱਚ ਹੈ। ਬਾਕੀ ਕਮਿਊਨਿਟੀ ਦੀ ਮਰਜ਼ੀ, ਪਰ ਆਪਾਂ ਆਪਣੇ ਵੱਲੋਂ ਸਾਰੀ ਜਾਣਕਾਰੀ ਅਗਲੇ ਸੋਮਵਾਰ ਤੇ ਮੰਗਲਵਾਰ ਦੇਵਾਂਗੇ। ਤੁਸੀਂ ਵੀਕਐਂਡ ਦੇ ਵਿੱਚ ਤਿਆਰੀ ਕਰ ਲੈਣੀ ਆ ਪੂਰੀ 21 ਪਰਿਵਾਰਾਂ ਦੇ ਬਾਰੇ, ਇਹਨਾਂ ਦੇ ਬਾਰੇ, ਪਿੰਡ, ਉਹਨਾਂ ਦੀ ਪਰਿਵਾਰ ਦਾ ਸਾਈਜ਼, ਜ਼ਮੀਨ, ਆਰਥਿਕ ਕਿਹੋ ਜਿਹੀ ਉਹਨਾਂ ਦੀ ਮਦਦ ਉਹਨਾਂ ਨੂੰ ਹੋਵੇ। ਧੰਨਵਾਦ ਬਹੁਤ ਬਹੁਤ। ਆਪਣਾ ਖਿਆਲ ਰੱਖਿਓ। ਬਹੁਤ ਖੁਸ਼ੀ ਹੁੰਦੀ ਹੈ ਤੁਹਾਡੇ ਨਾਲ ਗੱਲ ਕਰਕੇ। ਥੈਂਕ ਯੂ। ਸ਼ੁਕਰੀਆ ਗਿੱਲ ਸਾਹਿਬ। ਸਾਰਿਆਂ ਦੀਆਂ ਤਸਵੀਰਾਂ ਸਮੇਤ ਜਾਣਕਾਰੀ ਪੂਰੀ ਹੈ ਜਿਹੜੀ ਉਹ ਸਾਂਝੀ ਕਰਾਂਗੇ ਆਪਣੇ ਸਰੋਤਿਆਂ ਦੇ ਨਾਲ। ਧੰਨਵਾਦ। ਧੰਨਵਾਦ ਜੀ। ਸਰਾਂ ਨਵਕਿਰਨ ਸਿੰਘ ਪੱਤੀ ਪਿੰਡ ਤੋਂ ਗੱਲਬਾਤ ਕਰ ਰਹੇ ਸੀ। ਪਹੁੰਚਣਗੇ ਦਿੱਲੀ ਵੀਕਐਂਡ ਤੇ, ਲਾਈਵ ਵੀ ਹੋਣਗੇ। ਕਿਰਨ ਸਿੰਘ ਪੱਤੀ ਨੂੰ ਤੁਸੀਂ ਪੰਜਾਬ ਤੋਂ ਸੁਣ ਕੇ ਹਟਿਓ, ਫਿਕਰੇ ਲੱਗ ਗਿਆ ਸੀ ਬੰਦਾ ਜਾਂ ਢਿੱਲਾ ਬੋਲਿਆ। ਉਸੇ ਸਮੇਂ 10 ਮੈਸੇਜ ਆਏ, ਚੈੱਕ ਕਰੋ, ਸਿਹਤ ਠੀਕ ਨਹੀਂ। ਬਾਈ ਰਣਜੀਤ ਸਿੰਘ ਢਿੱਲੋਂ, ਧੰਨਵਾਦ ਬਾਈ ਜੀ। SOS ਬੈਠੇ ਏਡੀ ਦੂਰੋਂ, ਖਿਆਲ ਰੱਖਦੇ ਹੋ ਸਾਡਾ ਸਾਰਿਆਂ ਦਾ। ਜਿਉਂਦੇ ਵਸਦੇ ਰਹੋ। ਪਰਮਿੰਦਰ ਸਿੰਘ ਥਿੰਦ ਜੀ, ਸਵਾਗਤ ਤੁਹਾਡਾ। ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ। ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ। ਜਮਾਂ ਹੀ ਟਣਕਦੇ ਹੋ ਜਿਵੇਂ ਕੋਲ ਹੀ ਬੈਠੇ ਹੋ। ਬਿਲਕੁਲ ਜੀ, ਤੁਸੀਂ ਵੀ ਇੱਕ ਵਾਰੀ ਡਰਾਤਾ ਹੀ ਪੱਤੀ ਸਾਹਿਬ ਨੇ, ਪਰ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਉਹਨਾਂ ਦਾ। ਮੈਨੂੰ ਫਿਕਰ ਲੱਗਿਆ, ਕਈ ਵਾਰ ਬੰਦਾ ਸੌਂ ਗਏ ਸੀ, ਉਹ ਸਡਨ ਉੱਠੇ ਨਾ, ਕਈ ਵਾਰ ਅਲਾਮਤ ਮੈਨੂੰ ਸਹੀ ਨਹੀਂ ਸੀ, ਤਾਂ ਹੀ ਮੈਂ ਹੋਲਡ ਕੀਤਾ। ਗੱਲਾਂ ਬਾਤਾਂ ਖਬਰਾਂ ਚੱਲਦੀਆਂ ਰਹਿਣੀਆਂ ਨੇ, ਜੀ ਦੀ ਸੁੱਖ ਚਾਹੀਦੀ ਹੈ। ਅੱਛਾ, ਨਵਾਂ ਕੀ ਹੈ ਇੰਡਸਟਰੀ ਦੇ ਵਿੱਚ? ਬਿਲਕੁਲ ਜੀ, ਇੱਕ ਤਾਂ ਜਿਹੜੀਆਂ ਆਪਾਂ ਪ੍ਰਮੋਸ਼ਨਾਂ ਦੀ ਗੱਲ ਕਰਦੇ ਹਾਂ, ਉਹੀ ਹੈ, ਆਪਾਂ ਲੱਭ ਕੇ ਲਿਆਉਂਦੇ ਕੋਈ ਨਾ ਕੋਈ ਹੈ। ਉਸ ਤੋਂ ਬਾਅਦ ਫਿਰ ਲੋਕੀ ਆਪਾਂ ਨੂੰ ਫਾਲੋ ਕਰਦੇ, ਵਧੀਆ ਲੱਗਦਾ। ਤੇ ਜਿੱਦਾਂ ਆਪਾਂ ਪ੍ਰਮੋਸ਼ਨਾਂ ਦੀ ਗੱਲ ਕਰਦੇ ਹਾਂ, ਜਦੋਂ ਆਪਾਂ 10% ਇੰਸ਼ੋਰੈਂਸ ਟਰਮ ਦੀ ਲੈ ਕੇ ਆਏ ਸੀ, ਹੁਣ ਉਸ ਤੋਂ ਬਾਅਦ ਹੈ ਵੀ ਤੁਸੀਂ 3 ਮਹੀਨੇ ਦਾ ਆਫ ਆ, ਡਿਸੇਬਿਲਟੀ ਤੇ 20% ਦਾ ਆਫ ਹੈ ਐਸੈਂਸ਼ੀਅਲ ਵਰਕਰ ਵਾਸਤੇ। ਨਾਲ ਦੀ ਨਾਲ ਮੁੱਖ ਦੀ ਗੱਲ ਹੈ, ਪ੍ਰਮੋਸ਼ਨਾਂ ਦੇ ਚਲੋ ਆਉਂਦੀਆਂ ਜਾਂਦੀਆਂ ਰਹਿਣੀਆਂ, ਮੇਨ ਹੈ ਆਪਦੇ ਢੁਕਵੀਂ ਸਲਾਹ ਲੈ ਕੇ ਤੇ ਗੁੰਝਲਦਾਰ ਪਾਲਿਸੀਆਂ ਤੋਂ ਬਚੋ, ਸਿੰਪਲ ਆਪਦੇ ਹਿਸਾਬ ਨਾਲ ਚੀਜ਼ ਲਓ। ਨਾਲ ਦੀ ਨਾਲ ਜਿਹੜਾ ਸਾਈਬਰ ਬ੍ਰੀਚ ਦੀ ਬਹੁਤ ਗੱਲ ਚੱਲ ਰਹੀ ਹੈ। ਪਿਛਲੇ ਸਾਲ ਵੀ ਇੰਸ਼ੋਰੈਂਸ ਕੰਪਨੀ ਤੇ ਇੱਕ ਡੇਜਰਡਨ ਹੈ, ਉਹਨਾਂ ਦੇ ਸਾਈਬਰ ਜਿਹੜਾ ਹੋਇਆ ਸੀ, ਉਹਨਾਂ ਦੀ ਬਹੁਤ ਹੀ ਜਾਣਕਾਰੀ, ਉਹਨਾਂ ਕਲਾਇੰਟਸ ਦੀ ਚੋਰੀ ਹੋ ਗਈ ਸੀ। ਉਹ ਹੁਣ ਵੱਧ ਕੇ ਜਿਹੜਾ ਉਹਨਾਂ ਦਾ ਜਿਹੜਾ ਸੋਚ ਰਹੇ ਵੀ ਕਿੰਨਾ ਖਰਚਾ ਆਊਗਾ, $108 ਮਿਲੀਅਨ ਖਰਚਾ ਆਉਣਾ ਜੀ ਉਸ ਤੇ ਜਿਹੜਾ ਬ੍ਰੀਚ ਹੋਈ ਹੈ। ਤਾਂ ਹੀ ਕਹਿੰਦੇ ਜਿਹੜੇ ਕਾਲ ਸੈਂਟਰਾਂ ਨੂੰ ਆ ਜਿਹੜੇ ਫੋਨ ਨੰਬਰ ਭੇਜਦੇ, ਫਿਰ ਕਿਤੇ ਹੋਰ ਜਾਂਦੇ ਨੇ, ਇਨਫੋਰਮੇਸ਼ਨ ਬਾਹਰ ਚਲੀ ਜਾਂਦੀ ਹੈ। ਇਸ ਕਰਕੇ ਕਾਲ ਸੈਂਟਰਾਂ ਤੋਂ ਬਚੋ, ਡਰਾਮਾ 'ਚ ਨਾ ਪਾਉਣ ਤੋਂ ਬਚੋ, ਔਨਲਾਈਨ ਸਕੈਮ 'ਚੋਂ ਬਚੋ। ਜਿਹੜਾ ਆਹ ਮੇਨ ਜਿਹੜਾ ਅੱਜ ਕੱਲ੍ਹ ਚੱਲ ਰਿਹਾ, ਜਦੋਂ ਵੀ ਇਹੋ ਜਿਹਾ ਕੋਈ ਨਾ ਕੋਈ ਆਉਂਦਾ ਫਾਈਨੈਂਸ਼ੀਅਲੀ ਉਤਾਰ ਚੜਾਵ, ਉਦੋਂ ਹੀ ਜਦੋਂ ਸਕੈਮਸ ਤੇ ਆਹ ਜਿਹੜੇ ਬੰਦੇ ਨੇ ਉਨੇ ਜ਼ਿਆਦਾ ਐਕਟਿਵ ਹੋ ਜਾਂਦੇ ਨੇ। ਆਹ ਚੀਜ਼ਾਂ ਜਿਹੜੀਆਂ ਨਵੀਆਂ ਚੱਲ ਰਹੀਆਂ ਮਾਰਕੀਟ 'ਚ। ਬਾਕੀ ਜਿਹੜੇ ਫਾਈਨੈਂਸ਼ੀਅਲ ਨੰਬਰ ਨੇ ਸਾਰੇ ਬੈਂਕਾਂ ਦੇ, ਇੰਸ਼ੋਰੈਂਸ ਜਿਹੜੇ ਕੰਪਨੀਆਂ ਦੇ, ਇਹ ਬਹੁਤ ਹੀ ਵਧੀਆ ਆਏ ਸੀਗੇ ਤੇ ਸਾਰੇ ਇਸ ਟਾਈਮ ਉੱਪਰ ਵੱਲ ਨੂੰ, ਗ੍ਰੀਨ ਵੱਲ ਨੂੰ ਜਾ ਰਹੇ ਜੀ। ਅੱਛਾ, ਮਾਰਕੀਟ ਦਾ ਟ੍ਰੈਂਡ ਕੀ ਹੈ ਜੀ ਅੱਜ ਕੱਲ੍ਹ? ਮਾਰਕੀਟ ਦਾ
ਜਿਹੜਾ ਟ੍ਰੈਂਡ ਹੈ ਜੀ, ਇੱਕ ਤਾਂ ਬਹੁਤ ਵਧੀਆ ਲੱਗ ਰਿਹਾ। ਜਿਹੜੇ ਵੀ ਪਰਿਵਾਰ ਜਿਹੜੇ ਹੈਗੇ ਨੇ, ਪਹਿਲਾਂ ਤਾਂ ਛੋਟੇ ਬੱਚਿਆਂ ਦੇ ਇੰਸ਼ੋਰੈਂਸ ਲੈਂਦੇ ਸੀ, ਪਰ ਜਿਹੜਾ ਮੇਨ ਹੁਣ ਮੈਨੂੰ ਦੇਖਣ ਤੋਂ ਮਿਲ ਰਿਹਾ, ਜਿਹੜੇ 18 ਪਲੱਸ ਨੇ, ਹੁਣ ਜਿਹੜੇ ਯੰਗ ਯੂਥ ਜਿਹੜਾ ਪ੍ਰੋਫੈਸ਼ਨਲ ਬਣ ਰਿਹਾ, ਉਹਨਾਂ ਦੇ ਪੇਰੈਂਟਸ ਇਸ ਚੀਜ਼ ਤੋਂ ਹੁਣ ਦੇਖਿਆ ਵੀ ਜਿਹੜੀਆਂ ਚੀਜ਼ਾਂ ਤੋਂ ਉਹ ਵਾਂਝੇ ਰਹਿ ਗਏ ਸੀ, ਉਹ ਕਹਿੰਦੇ ਵੀ ਅਸੀਂ ਜਿਹੜੇ ਬੱਚੇ ਹੁਣ ਪ੍ਰੋਫੈਸ਼ਨਲ ਬਣਨ ਲੱਗੇ ਨੇ ਉਹਨਾਂ ਨੂੰ ਪ੍ਰੋਟੈਕਟ ਕਰ ਦਈਏ। ਅਤੇ ਬਹੁਤ ਵਧੀਆ ਲੱਗਦਾ, ਬੱਚੇ ਵੀ ਨਾਲ ਆਉਂਦੇ ਨੇ, ਹੁਣ ਐਡਲਟ ਹੋ ਗਏ, ਉਹ ਨਾਲ ਆਉਂਦੇ ਨੇ, ਸਮਝਦੇ ਨੇ, ਕਹਿੰਦੇ ਯੈਸ ਸਾਨੂੰ ਆਹ ਚੀਜ਼ ਵਧੀਆ ਲੱਗਦੀ, ਆਹ ਚੀਜ਼ ਦਾ ਸਾਨੂੰ ਫਾਇਦਾ। ਉਹਨਾਂ ਦਾ ਝੁਕਾਅ ਹੁਣ ਬੱਚਿਆਂ ਦਾ ਉਹ ਉੱਧਰ ਨੂੰ ਹੋ ਗਿਆ ਬਹੁਤ ਜ਼ਿਆਦਾ। ਪਰ ਜਦੋਂ ਪਰਿਵਾਰ ਨਾਲ ਆਉਂਦੇ, ਬੱਚੇ ਨਾਲ ਆਉਂਦੇ ਨੇ, ਉਹ ਉਹਨਾਂ ਨੂੰ ਸੈੱਟ ਕਰਨਾ ਚਾਹੁੰਦੇ ਨੇ, ਪਰ ਮੇਨ ਉਹਨਾਂ ਦਾ ਇਹ ਜਿਹੜਾ ਵਧੀਆ ਵੀ ਗੁੰਝਲਦਾਰ ਚੀਜ਼ਾਂ ਤੋਂ ਬਚਣਾ ਚਾਹੁੰਦੇ ਨੇ, ਸੇਵਿੰਗ ਵਾਲੇ ਚੱਕਰ 'ਚ। ਉਹ ਕਹਿੰਦੇ ਵੀ ਸਾਨੂੰ ਤਾਂ ਪ੍ਰੋਟੈਕਸ਼ਨ ਚਾਹੀਦੀ ਹੈ। ਆਹ ਦੇਖ ਕੇ ਜਦੋਂ ਨਿਆਣੇ ਨਾਲ ਸਮਝਦੇ ਨੇ, ਇੱਕ ਤਾਂ ਆਹ ਬਹੁਤ ਨਵਾਂ ਟਰੈਂਡ ਚੱਲ ਰਿਹਾ। ਨਾਲ ਦੀ ਨਾਲ ਨਵੀਂ ਜਿਹੜੀ ਚੀਜ਼ ਹੈਗੀ ਹੈ ਵੀ ਲੋਕੀ ਹੁਣ ਜਿੱਦਾਂ ਦੇ ਹਾਲਾਤ ਚੱਲ ਰਹੇ ਨੇ, ਜਿੰਨੀਆਂ ਵੀ ਗੁੰਝਲਦਾਰ ਪਾਲਿਸੀਆਂ ਸੀਗੀਆਂ ਉਹਨਾਂ ਨੂੰ ਹੁਣ ਉਹ ਕਟਵਾ ਰਹੇ ਨੇ, ਜਾਂ ਉਹਨਾਂ ਨੂੰ ਕਟਵਾ ਰਹੇ ਨੇ ਜਿਹੜੇ ਫਸੇ ਹੋਏ ਨੇ, ਕਿਉਂਕਿ ਜਿਹਨਾਂ $600-700 ਕਿਸ਼ਤ ਲਾਈ ਹੋਈ ਹੈ। ਹੁਣ ਉਹ ਹੈ ਵੀ ਹੁਣ ਕਿਸ਼ਤ ਦਾ ਇਸ਼ੂ ਹੈ, ਬਿਕੋਜ਼ ਆਫ ਹੁਣ ਉਤਾਰ ਚੜਾਅ ਆਉਂਦੇ ਨੇ। ਆਹ ਚੀਜ਼ਾਂ ਸੋਚੀਆਂ ਨਹੀਂ ਸੀਗੀਆਂ, ਸਲਿਊਸ਼ਨਸ ਨਹੀਂ ਦੇਖੇ ਸੀ, ਹੋਰ ਸਿੰਪਲ ਸਲਿਊਸ਼ਨ ਸਾਨੂੰ ਕੀ ਮਿਲ ਸਕਦੇ ਨੇ। ਆਹ ਜਿਹੜੀਆਂ ਚੀਜ਼ਾਂ ਨੇ ਹੁਣ ਮਾਰਕੀਟ ਚੱਲ ਰਹੀਆਂ ਬਾਈ ਜੀ। ਅੱਛਾ, ਥਿੰਕ ਇੰਸ਼ੋਰੈਂਸ ਦੇ ਜਿਹੜੇ ਰੇਟ ਨੇ ਟਰਮ ਤੇ ਸੁਪਰ ਵੀਜ਼ੇ ਦੇ, ਇਹਦੇ ਬਾਰੇ ਦੱਸੋ। ਅੱਛਾ, ਸੁਪਰ ਵੀਜ਼ੇ ਦੀ ਹੁਣ ਅੱਗੇ ਉਹਦੀ ਕਿੰਨੇ ਦੀ ਇੰਸ਼ੋਰੈਂਸ ਹੁੰਦੀ ਸੀ, ਹੁਣ ਕਿੰਨੇ ਦੀ ਵੱਧ ਹੋਣ ਲੱਗ ਗਈ? ਅੱਗੇ ਇੱਕ ਵਾਰ ਕਰਾਉਣ ਤੋਂ ਬਾਅਦ ਉਹਦੇ ਕਲੇਮ ਮੁੜ ਕੇ ਖਤਮ ਹੋ ਜਾਂਦੇ ਸੀ, ਹੁਣ ਲੇਟੈਸਟ ਕੀ ਹੈ? ਹਾਂਜੀ ਬਿਲਕੁਲ ਜੀ, ਆਪਾਂ ਪਹਿਲਾਂ ਇਹੀ ਕਹਿੰਦੇ ਵੀ ਕੋਈ ਵੀ ਇੰਸ਼ੋਰੈਂਸ ਕਰਾਉਣੀ ਹੈ ਪਹਿਲਾਂ ਦੱਸ ਕੇ ਆਪਦੇ ਹਿਸਾਬ ਨਾਲ, ਭਾਵੇਂ ਟਰਮ ਹੈ ਇੰਸ਼ੋਰੈਂਸ ਦੀ ਆਪਾਂ ਗੱਲ ਕਰਦੇ ਹਾਂ, ਕਿਉਂਕਿ ਆਪਣੇ ਕੋਲ ਕੈਨੇਡਾ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਹੈਗੀਆਂ, ਛੋਟੀਆਂ ਵੀ ਹੈਗੀਆਂ ਨੇ। ਪਹਿਲੀ ਗੱਲ ਤਾਂ ਹੈ ਵੀ ਇੱਦੋਂ ਸਸਤੀ ਚੀਜ਼ ਕਿਤੇ ਕੈਨੇਡਾ 'ਚ ਨਹੀਂ ਮਿਲਣੀ, ਪਹਿਲੀ ਤਾਂ ਨੰਬਰ ਵਾਲੀ ਚੀਜ਼ ਹੈ। ਉਦੋਂ ਬਾਅਦ ਹੈ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ ਜਿਹੜੀ ਹੁਣ ਉਦੋਂ ਬਾਅਦ ਹੈ, ਕਿਉਂਕਿ ਪੂਰੀ ਆਪਣਾ ਸੋਲਿਊਸ਼ਨ ਕੀ ਹੈਗਾ, ਆਪਾਂ ਇੰਸ਼ੋਰੈਂਸ ਕਿਉਂ ਖਰੀਦ ਰਹੇ ਹਾਂ। ਇਹ ਨਹੀਂ ਵੀ ਸਸਤੀ ਆ ਮਹਿੰਗੀ ਹੈ ਕਿੱਦਾਂ, ਪਹਿਲੀ ਗੱਲ ਤਾਂ ਆਪਣਾ ਉਹ ਟੀਚਾ ਪੂਰਾ ਹੋਣਾ ਚਾਹੀਦਾ। ਇੱਕ ਤਾਂ ਸਾਨੂੰ ਪੀਸ ਆਫ ਮਾਈਂਡ ਹੈ, ਥਿੰਕ ਨਾਲ ਡੀਲ ਕਰਦੇ ਹੋ ਆਪਾਂ ਨੂੰ। ਇਹ ਨਹੀਂ ਹੈਗਾ ਵੀ ਕੋਈ ਕੰਪਨੀ ਦਾ ਅਸੀਂ ਕੋਟਾ ਪੂਰਾ ਕਰਨਾ ਹੈ, ਜਾਂ ਇੱਕ ਕੰਪਨੀ ਨਾਲ ਕੰਮ ਕਰਦੇ ਹਾਂ ਉਹਨਾਂ ਦਾ ਹੀ ਅਸੀਂ ਉਹਨਾਂ ਵਾਲੇ ਸਾਰੀਆਂ ਪਾਲਿਸੀਆਂ ਪਾਉਣੀਆਂ। ਸਾਨੂੰ ਸਾਰੀਆਂ ਕੰਪਨੀਆਂ ਬਰਾਬਰ ਨੇ। ਕਲਾਇੰਟ ਜਿਹੜਾ ਸਾਡਾ ਹੈਗਾ ਉਹ ਖੁਸ਼ ਚਾਹੀਦਾ, ਇਸੇ ਕਰਕੇ ਇੱਥੋਂ ਤੱਕ ਪਹੁੰਚੇ 10 ਸਾਲਾਂ ਗਿਲ ਸਾਹਿਬ। ਕਲਾਇੰਟ ਸਾਡਾ ਖੁਸ਼ ਹੈ ਤਾਂ ਅਸੀਂ ਖੁਸ਼ ਹਾਂ। ਇਸ ਕਰਕੇ ਟਰਮ ਇੰਸ਼ੋਰੈਂਸ ਹੋਈ ਜਾਂ ਕ੍ਰਿਟੀਕਲ ਇਲਨੈਸ ਹੋਈ ਜਾਂ ਡਿਸੇਬਿਲਿਟੀ ਹੋਈ, ਗਰੰਟਿਡ ਪੀਸ ਆਫ ਮਾਈਂਡ ਹੈ ਵੀ ਤੁਹਾਨੂੰ ਇਹ ਦੋ ਸਸਤੀ ਚੀਜ਼ ਕਿਤੇ ਨਹੀਂ ਮਿਲਦੀ। ਨਾਲੇ ਉਹਦੇ ਨਾਲ ਹੈ ਵੀ ਤੁਹਾਡੀ ਢੁਕਵੀਂ ਤਾਂ ਪਾਲਿਸੀ ਤੁਹਾਡੇ ਹਿਸਾਬ ਦੀ ਹੋਊਗੀ। ਉਦੋਂ ਬਾਅਦ ਜੇ ਆਪਾਂ ਸੁਪਰ ਵੀਜ਼ਾ ਦੀ ਗੱਲ ਕਰਦੇ ਹਾਂ ਜੀ, ਬਿਲਕੁਲ ਸੁਪਰ ਵੀਜ਼ਾ ਵੀ ਉੱਥੇ ਹੀ ਗੱਲ ਫਿਰ ਮੁੜ ਕੇ ਆ ਗਈ। ਜਦੋਂ ਸੁਪਰ ਵੀਜ਼ਾ ਲੈਣਾ ਜੀ, ਪਹਿਲਾਂ ਤਾਂ ਦੱਸੋ ਸਿਹਤ ਉਹਨਾਂ ਦੀ ਕਿੱਦਾਂ। ਉਦੋਂ ਬਾਅਦ ਜਿਹੜੇ ਰੇਟਸ ਨੇ ਜੀ, ਪਹਿਲਾਂ ਸੀਗਾ 2 ਲੱਖ 3 ਲੱਖ 4 ਲੱਖ 5 ਲੱਖ ਤੱਕ ਸੀਗੀ ਪਾਲਿਸੀ। ਹੁਣ ਜੇ ਕਿਸੇ ਨੇ ਆਉਣਾ $1 ਮਿਲੀਅਨ ਤੱਕ ਸੁਪਰ ਵੀਜ਼ੇ ਦੀ ਪਾਲਿਸੀ ਲੈ ਸਕਦੇ ਨੇ ਜੀ। ਉਦੋਂ ਬਾਅਦ ਜਿਹੜੀ ਚੀਜ਼ ਤੁਸੀਂ ਹੁਣ ਕਹੀ ਹੈ ਜੀ, ਉਹ ਬਹੁਤ ਮਹੱਤਵਪੂਰਨ ਹੈ। ਜਿਹੜਾ ਉਦੋਂ ਬਾਅਦ ਜਿਹੜੀ ਵਿਜ਼ਿਟ ਹੈ ਕਿੰਨੀ ਹੈ, ਕਈ ਕੰਪਨੀਆਂ ਦੀ ਬਿਲਕੁਲ ਜੀ ਕੈਪ ਹੁੰਦੀ ਹੈ। ਉਦੋਂ ਬਾਅਦ ਹੈ ਵੀ ਤੁਸੀਂ ਉਦੋਂ ਬਾਅਦ ਜਿਹੜੀ ਫੋਲੋਅਪ ਵਿਜ਼ਿਟ ਹੈ ਤੁਹਾਡੀ, ਅਸੀਂ 1500 ਦੇਵਾਂਗੇ ਜਾਂ 2000 ਦੇਵਾਂਗੇ, 3000 ਦੇਵਾਂਗੇ। ਕਈਆਂ ਤੇ ਕੋਈ ਕੈਪ ਹੀ ਨਹੀਂ ਹੈਗੀ, ਭਾਵੇਂ ਜਿੰਨੀ ਵਾਰੀ ਤੁਸੀਂ ਮਰਜ਼ੀ ਜਾਓਗੇ, ਇੱਕ ਕਲੇਮ ਭਾਵੇਂ ਓਪਨ ਹੋਇਆ ਵੀ ਹੋਇਆ। ਇਹ ਆਪਸ਼ਨਸ ਵੀ ਹੈਗੀਆਂ ਜੀ ਅਵੇਲੇਬਲ ਮਾਰਕੀਟ ਦੇ ਵਿੱਚ। ਪਰ ਹਾਂ, ਇਹ ਹੈ ਤੁਹਾਨੂੰ ਪੀਸ ਆਫ ਮਾਈਂਡ ਤੇ ਚੀਜ਼ ਸਾਰਿਆਂ ਨਾਲੋਂ ਵਧੀਆ ਮਿਲੂਗੀ, ਰੇਟ ਸਾਰਿਆਂ ਨਾਲੋਂ ਵਧੀਆ। ਉਦੋਂ ਬਾਅਦ ਤੁਹਾਡੀਆਂ ਕਲੇਮ ਆਉਂਦਾ, ਕੋਈ ਇਸ਼ੂਜ਼ ਆਉਂਦੇ ਨੇ, ਹਮੇਸ਼ਾ ਹੀ ਹਾਜ਼ਰ ਹਾਂ, ਭਾਵੇਂ ਡਿਸੇਬਿਲਿਟੀ ਹੋਈ ਜਾਂ ਭਾਵੇਂ ਸੁਪਰ ਵੀਜ਼ੇ ਦੇ ਹੋਏ, ਜਾਂ ਕੋਈ ਉੱਦਾਂ ਵੀ ਵਿਜ਼ਿਟਰ ਆਏ ਹੋਏ ਨੇ, ਜਾਂ ਆਪਣੇ ਵੀ ਹੁਣ ਬਾਹਰ ਜਾਣਾ ਚਾਹੁੰਦੇ ਨੇ, ਤੇ ਉਹ ਵੀ ਆਪਦੀ ਇੰਸ਼ੋਰੈਂਸ ਨਾਲੇ ਹੈਗੀ। ਨਾਲ ਦੀ ਨਾਲ ਕੋਵਿਡ ਦੀ ਕਵਰੇਜ ਵੀ ਲੈ ਸਕਦੇ। ਇੱਕ ਚੀਜ਼ ਮੈਂ ਹੋਰ ਐਡ ਕਰ ਦਿਆਂ ਕਿ ਉਸ ਲੋਕਾਂ ਦੇ ਪੈਸੇ ਬਚ ਸਕਦੇ ਨੇ, ਕਿਉਂਕਿ ਜਿਹੜਿਆਂ ਦਾ 20 ਜਾਂ 22 ਦਿਨਾਂ ਤੋਂ ਟ੍ਰਿਪ ਹੈਗਾ, ਏਅਰ ਕੈਨੇਡਾ ਦੇ ਟਰੈਵਲ ਕਰ ਰਹੇ ਨੇ, ਕਿਤੇ ਵੀ ਜਾ ਰਹੇ ਨੇ, 20 ਦਿਨਾਂ ਦਾ ਟ੍ਰਿਪ, ਏਅਰ ਕੈਨੇਡਾ ਟਿਕਟ ਦੇ ਵਿੱਚ ਹੀ ਉਹਨਾਂ ਟਰੈਵਲ ਇੰਸ਼ੋਰੈਂਸ ਦੇ ਰਿਹਾ। ਉਹਨਾਂ ਨੂੰ ਸੈਪਰੇਟ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਹੈਗੀ। ਆਪਦੇ ਪੈਸੇ ਬਚਾਓ। 20 ਦਿਨਾਂ ਦਾ ਟ੍ਰਿਪ ਜਿਹੜਾ ਵੀ ਹੈਗਾ ਉਹਨਾਂ ਨੇ ਸਪੈਸ਼ਲ ਲਿਖਿਆ ਹੋਇਆ 20 ਜਾਂ 21 ਦਿਨਾਂ ਦੇ, ਉਹ ਦੇਖ ਲੈਣ, ਕਿਉਂਕਿ ਉਹ ਵਿੱਚ ਹੀ ਇਨਰੋਲ ਕਰ ਰਹੇ ਨੇ। ਉਹਦੇ ਵਿੱਚ ਕੋਵਿਡ ਵੀ ਤੁਹਾਡਾ ਕਵਰ ਹੈ, ਟਰੈਵਲ ਇੰਸ਼ੋਰੈਂਸ ਵੀ ਵਿੱਚ ਹੀ ਕਵਰ ਹੈ। ਤੁਹਾਨੂੰ ਜਿਹਦਾ ਇੰਸ਼ੋਰੈਂਸ ਲੈਣ ਦੀ ਲੋੜ ਨਹੀਂ ਹੈਗੀ ਜੀ। ਅੱਛਾ, ਜਿਹੜੀ ਬਾਕੀ ਆਪਣੇ ਇੰਸ਼ੋਰੈਂਸ ਜਿਹੜੀਆਂ ਦੂਸਰੀਆਂ ਨੇ, ਉਹ 'ਚ ਗਰੰਟਿਡ ਤੇ ਨਾਨ ਗਰੰਟਿਡ ਕੈਸ਼ ਜਿਹੜੀ ਇੰਸ਼ੋਰੈਂਸ ਪਾਲਿਸੀ ਹੈ, ਇਸ ਦੇ ਬਾਰੇ ਦੱਸਿਓ। ਆਪਣੇ ਕੋਲ 1.5 ਮਿੰਟ ਹੈ ਜੀ। ਹਾਂਜੀ ਬਾਈ ਜੀ, ਹਮੇਸ਼ਾ ਹੀ ਕਹਿੰਦੇ ਵੀ ਜਦੋਂ ਵੀ ਥਿੰਕ ਇੰਸ਼ੋਰੈਂਸ ਤੁਸੀਂ ਡੀਲ ਕਰਦੇ ਹੋ, ਮੇਨ ਆਪਣਾ ਤੁਸੀਂ ਸੋਚ ਕੇ ਇਹ ਲਓ ਵੀ ਚੀਜ਼ਾਂ ਤੁਸੀਂ
ਕਿਉਂ ਲੈ ਰਹੇ ਹੋ। ਜੇ ਵਾਕਿਆ ਕਿਸੇ ਨੇ ਸੇਵਿੰਗ ਐਰੀ ਲੈਣੀ ਹੈ ਪਾਲਿਸੀ ਉਹਦੇ 'ਚ ਇੱਕ ਤਾਂ ਉਹਦੀ ਗਰੰਟੀ ਕੈਸ਼ ਵੈਲਿਊ ਜੋ ਦਿਖਾਤਾ ਬਾਈ ਜੀ ਉਹੀ ਹੋਊਗਾ। ਜੋ ਅੱਜ ਪੈਸੇ ਦਿਖਾਤੇ ਇਹ ਨਹੀਂ ਮਾਰਕੀਟ ਉੱਪਰ ਜਾਊਗੀ ਥੱਲੇ ਜਾਊਗੀ। ਗਰੰਟਿਡ ਕੈਸ਼ ਸਭ ਨਾਲੋਂ ਵੱਧ ਜਿਹੜੀ ਮਾਰਕੀਟ ਦੇ ਪਾਲਿਸੀਜ਼ ਆਪਣੇ ਕੋਲ ਅਵੇਲੇਬਲ ਹੈਗੀਆਂ ਨੇ। ਜੇ ਕਹਿਣ ਵੀ ਸਾਨੂੰ 50 ਸਾਲ ਤੇ 60 ਸਾਲ ਦੇ ਜੇ ਕਿਸੇ ਨੇ ਉਹ ਢੁੱਕਵੀਆਂ ਸਾਰਿਆਂ ਵਾਸਤੇ ਗਰੰਟੀ ਕੈਸ਼ ਵਾਲੀਆਂ ਜਾਂ ਨॉन ਗਰੰਟੀ ਕੈਸ਼ ਜਿਹੜੀਆਂ ਪਾਲਿਸੀਆਂ ਨੇ ਢੁੱਕਦੀਆਂ ਨਹੀਂ ਹੈਗੀਆਂ ਜੀ, ਕਿਉਂਕਿ ਆਪਦੀ ਲੋੜ ਦੇ ਹਿਸਾਬ ਨਾਲ ਪਾਲਿਸੀ ਲੈਣੀ ਚਾਹੀਦੀ ਹੈ। ਉਸ ਤੋਂ ਬਾਅਦ ਜਿਹੜੀਆਂ ਨॉन ਗਰੰਟਿਡ ਕੈਸ਼ ਹੈ ਕਈਆਂ 'ਚ ਡਿਵੀਡੈਂਡ ਮਿਲਦਾ ਜੀ, ਕਈਆਂ 'ਚ ਮਾਰਕੀਟ 'ਚ ਇਨਵੈਸਟਮੈਂਟ ਹੈ, ਮਾਰਕੀਟ ਦੇ ਹਿਸਾਬ ਨਾਲ ਚੱਲੂਗੀ। ਜਿੱਦਾਂ ਮਾਰਕੀਟ ਅਪ ਐਂਡ ਡਾਊਨ ਜਾਂਦੀ, ਕਿਤੇ $0 ਦੀ ਗਰੰਟੀ ਕਿਤੇ ਗਰੰਟੀ ਨਹੀਂ ਹੈਗੀ। ਉਹ ਚੀਜ਼ਾਂ ਵੀ ਤੁਹਾਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਵੀ ਉਹਨਾਂ ਦੇ ਫਿਰ ਤੁਸੀਂ ਰੇਟ ਵੀ ਦੇਖੋ। ਇਹ ਨਾ ਹੋਵੇ ਵੀ ਆਪਾਂ ਆਹੀ ਦੇਖੀਏ ਵੀ ਸਾਨੂੰ ਆਹ ਹੋ ਜੂਗਾ ਇਹ ਵੀ ਦੇਖੀਏ ਵੀ ਅੱਜ ਅਸੀਂ 50,000 ਦੀ ਇੰਸ਼ੋਰੈਂਸ ਲਈ ਹੈ, ਸਾਡੀ ਉਮਰ 40 ਸਾਲ ਦੀ ਹੈ, ਜਦੋਂ ਇੰਸ਼ੋਰੈਂਸ ਦੀ ਲੋੜ ਪੈਣੀ ਉਦੋਂ ਇੰਸ਼ੋਰੈਂਸ ਦੀ ਵੈਲਿਊ ਕਿੰਨੀ ਹੋਊਗੀ। ਅਸੀਂ ਅੱਜ ਔਖੇ ਹੋ ਰਹੇ ਹਾਂ ਤੇ ਉਦੋਂ ਸਾਨੂੰ ਜੇ ਇੰਸ਼ੋਰੈਂਸ ਚਾਹੀਦੀ ਹੋਈ ਤਾਂ ਕੀ ਉਦੋਂ ਕਿੰਨੀ ਕੁ ਵੈਲਿਊ ਹੋਊਗੀ। ਇਸ ਕਰਕੇ ਉਹ ਚੀਜ਼ਾਂ ਤੋਂ ਬਚੋ, ਗੁੰਝਲਦਾਰ ਚੀਜ਼ਾਂ ਤੋਂ। ਵਾਕਿਆ ਹੀ ਤੁਹਾਡੇ ਵਾਸਤੇ ਢੁੱਕਵੀਂ ਅਫੋਰਡੇਬਿਲਟੀ ਹੈ ਉਹੀ ਉਸੇ ਹਿਸਾਬ ਨਾਲ ਸਟੈਪ ਕਰਕੇ ਤੁਸੀਂ ਆਪਦੀ ਗਰੰਟਿਡ ਨॉन ਗਰੰਟਿਡ ਕੈਸ਼ ਵੈਲਿਊ ਵਾਲੀਆਂ ਪਾਲਿਸੀਆਂ ਲੈ ਸਕਦੇ ਹੋ। ਧੰਨਵਾਦ ਜੀ ਬਹੁਤ ਬਹੁਤ। 604 828 7213 thinkinsurance.ca ਵੈਬਸਾਈਟ ਤੇ ਗੂਗਲ ਕਰ ਲਿਓ, 9 ਨੰਬਰ ਮਿਲ ਜਾਏਗਾ। ਤਾਂ ਫੇਸਬੁੱਕ ਤੇ ਥਿੰਕ ਇੰਸ਼ੋਰੈਂਸ। ਸ਼ੁਭ ਸ਼ਾਮਾ ਜੀ ਤੇ ਤੁਹਾਡਾ ਵੀਕਐਂਡ ਵਧੀਆ ਗੁਜ਼ਰੇ। ਹਾਂਜੀ ਧੰਨਵਾਦ ਗਿੱਲ ਸਾਹਿਬ, ਤੁਹਾਨੂੰ ਵੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਹੈਵ ਸੇਫ ਵੀਕਐਂਡ ਜੀ। ਜਾਂਦਿਆਂ ਲਾਸਟ ਚੀਜ਼ ਹੈ ਜੀ, ਕੋਈ ਵੀ ਪਾਲਿਸੀ ਕਿਤੇ ਵੀ ਹੋ BC 'ਚ ਅਲਬਰਟਾ 'ਚ ਆਪਾਂ ਉਹਲਾ ਹੀ ਚੱਕ ਤਾਂ ਔਨਲਾਈਨ ਜਾ ਕੇ ਰੇਟ ਕਰ ਲਓ। ਉਹ ਵੀ ਆਪਾਂ ਮੁੱਢ ਲਿਆ ਜੀ ਇਹ ਚੀਜ਼ ਲਿਆਉਣ ਵਾਸਤੇ। ਕਮਿਊਨਿਟੀ 'ਚ MDRT $1 ਮਿਲੀਅਨ ਰਾਊਂਡ ਟੇਬਲ ਜੀ ਅਚੀਵਮੈਂਟ ਹੈ। ਇੱਥੋਂ ਹੀ ਮੰਚ ਤੋਂ ਆਪਾਂ ਨੂੰ ਸਾਰਾ ਪਿਆਰ ਮਿਲਿਆ, ਇੱਥੇ ਤੱਕ ਪਹੁੰਚੇ ਹਾਂ ਜੀ। ਧੰਨਵਾਦ ਸਾਰਿਆਂ ਦਾ ਇੱਕ ਵਾਰੀ ਫਿਰ ਜੀ ਤਹਿ ਦਿਲੋਂ ਜੀ। ਸਾਰੇ ਹੈਵ ਸੇਫ ਵੀਕਐਂਡ ਜੀ। ਥੈਂਕ ਯੂ ਜੀ। ਥੈਂਕ ਯੂ ਜੀ। BC ਰਿਕਵਰੀ ਬੈਨੀਫਿਟ ਲਈ ਆਨਲਾਈਨ ਅਰਜ਼ੀਆਂ ਲੈਣ ਵਾਲੀ ਅੱਜ ਵੈਬਸਾਈਟ ਦੇ ਜੜਾਕੇ ਪੈਂਦੇ ਆ। ਸਾਰੇ ਹੀ ਬਹਿ ਗਏ ਬਈ ਹੁਣੇ ਅਪਲਾਈ ਕਰਨਾ ਹੈ, ਧੀਰਜ ਰੱਖੋ, ਕਰਮਚਾਰੀਆਂ ਦੇ ਨਾਲ ਸਤਿਕਾਰ ਨਾਲ ਰਹੋ। ਤੇ 3.37 ਲੱਖ ਦੇ ਕਰੀਬ ਲੋਕ ਪਰਿਵਾਰ ਇਹਦੇ ਵਿੱਚੋਂ ਲਾਭ ਲੈਣਗੇ। 1,25,000 ਤੋਂ ਘੱਟ ਸਾਲਾਨਾ ਆਮਦਨੀ ਵਾਲੇ ਪਰਿਵਾਰਾਂ ਲਈ $1,000 ਤੇ 1.25 ਲੱਖ ਜਿਹੜੇ ਬਣਦੇ ਨੇ ਜਿਨ੍ਹਾਂ ਦੇ ਉਹਨਾਂ ਦੇ ਘੱਟ ਰਕਮ ਉਹਨਾਂ ਨੂੰ ਮਿਲਣੀ ਹੈ। ਤੇ 62,500 ਤੋਂ ਘੱਟ ਕਮਾਈ ਵਾਲੇ ਸਿੰਗਲ ਲੋਕਾਂ ਲਈ 500। ਇਹ ਜਿਹੜਾ ਆਨਲਾਈਨ ਤੁਸੀਂ ਜਿਹੜਾ ਅਪਲਾਈ ਜਿਹੜੀ ਕਰਨੇ ਆ ਤਾਂ ਪਰ ਜਿਹੜਾ ਵੈਬਸਾਈਟ ਹੈ ਜਿਹੜੀ ਉਹ ਧੂੰਆਂ ਮਾਰਦੀ ਆ। ਸਾਰੇ ਬਹਿ ਗਏ ਇਕੱਠੇ ਹੀ ਅਪਲਾਈ ਕਰ ਦਿਓ। gov.bc.ca ਰਿਕਵਰੀ ਬੈਨੀਫਿਟ ਤੇ 1-833 882 0020 ਇਹ ਫੋਨ ਨੰਬਰ ਹੈ। ਸ਼ੁੱਕਰਵਾਰ 18 ਦਸੰਬਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਤੁਸੀਂ ਨਿਵਾਸੀ ਚਾਹੀਦੇ ਆ। 18 ਦਸੰਬਰ 2020 ਨੂੰ 19 ਸਾਲ ਦੀ ਉਮਰ ਦੇ ਚਾਹੀਦੇ ਆ। 2019 ਦਾ ਟੈਕਸ ਰਿਟਰਨ ਭਰਿਆ ਹੋਵੇ। 2019 ਦਾ ਜਿਹੜਾ ਨੋਟਿਸ ਆਫ ਅਸੈਸਮੈਂਟ ਚਾਹੀਦੀ ਹੈ। ਜੀਵਨ ਸਾਥੀ ਦੀ ਨਾਲ ਸਿਨ ਚਾਹੀਦਾ। ਬੈਂਕ 'ਚ ਸਿੱਧੀ ਰਕਮ ਜਿਹੜੀ ਜਮ੍ਹਾਂ ਹੋਣੀ ਹੈ ਉਹਦੇ ਲਈ ਖਾਤਾ ਨੰਬਰ ਵਗੈਰਾ ਚਾਹੀਦਾ। BC ਦਾ ਡਰਾਈਵਰ ਲਾਇਸੈਂਸ ਚਾਹੀਦਾ। ਜੂਨ 2021 ਤੱਕ ਅਰਜ਼ੀ ਦੇ ਸਕਦੇ ਹੋ। ਕਾਹਲੀ ਨਾ ਕਰੋ, ਹਲੇ 6 ਮਹੀਨੇ। $1,000 ਤੁਹਾਨੂੰ ਇਸ ਬਾਰੇ ਇਸ ਦਾ ਮਿਲ ਸਕਦਾ। ਐਗਰੀ ਗਰੋ ਫਾਰਮ ਸਰਵਿਸਿਜ਼ ਪ੍ਰੋਗਰਾਮ ਦੇ ਸਪਾਂਸਰ ਨੇ ਬਰਿੰਦਰ ਸਿੰਘ ਥਿਆੜਾ ਤੇ ਹਰਜੋਤ ਸਿੰਘ ਥਿਆੜਾ। 604 825 94 12 ਕਰਦੇ ਕੀ ਨੇ? ਜੇ ਬੇਰੀ ਫਾਰਮਿੰਗ ਦੀ ਤਿਆਰੀ ਹੈ, ਖੱਤੇ ਜਿਹੜੇ ਨੇ ਨਾ ਖੱਤੇ ਤੁਹਾਡੇ ਸ਼ੇਰੇ ਪੰਜਾਬ ਰੇਡੀਓ AM 600 ਉਹ ਲੈਵਲ ਕਰ ਦਿੰਦੇ ਨੇ ਪੂਰਾ GPS ਦੇ ਨਾਲ, ਬਿਲਕੁਲ ਲੇਜ਼ਰ ਲਾ ਕੇ ਨਵੇਂ ਬੇਰੀ ਤੁਹਾਨੂੰ ਲਾ ਦਿੰਦੇ ਨੇ, ਪੁਰਾਣੀ ਬੇਰੀ ਦੇ ਪਲਾਂਟ ਕੱਢ ਦਿੰਦੇ ਨੇ। ਪਾਣੀ ਦਾ ਸਿਸਟਮ ਜਿਹੜਾ ਲੱਗਣਾ, GPS ਇਕੁਇਪਮੈਂਟ ਤੇ ਲੇਜ਼ਰ ਲੈਵਲਿੰਗ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਦਿੱਤਾ ਹੈ। ਖੱਤਾ ਸਾਫ਼ ਕਰਨਾ, ਮਲਚਿੰਗ, ਸਾਡਸਟ। ਗੱਲ ਕੀ ਮਤਲਬ ਤੁਸੀਂ ਇੱਕ ਵਾਰ ਠੇਕਾ ਦੇ ਦਿਓ ਤੇ ਕੰਮ ਸਾਰਾ ਕਰ ਦੇਣਗੇ। ਬੇਰੀ ਲਾ ਦੇਣਗੇ ਤੁਹਾਡੀ ਐਨ ਚਮਕੂ ਨਾਲੇ। ਬਰਿੰਦਰ ਥਿਆੜਾ ਤੇ ਹਰਜੋਤ ਥਿਆੜਾ। 604 825 94 12 info@agrigrow.ca
ਐਗਰੀ ਗਰੋ ਫਾਰਮ ਸਰਵਿਸ ਪ੍ਰੋਗਰਾਮ ਦੇ ਸਪਾਂਸਰ ਨੇ। ਅੱਛਾ, ਨਾਲ ਹੀ ਹੈਰੀਜ਼ ਫਰਨੀਚਰ ਬਾਈ ਜੀ ਗਰੇਵਾਲ, ਉਹਨਾਂ ਦਾ ਫਰਨੀਚਰ 78 ਤੇ 128 ਤੇ ਐਨੂਅਲ ਵੇ ਤੇ 128 ਦਾ ਖੂੰਜਾ। ਹੈਰੀ ਫਰਨੀਚਰ ਜਿਹੜੀ ਹੈ, ਹੈਰੀਜ਼ ਫਰਨੀਚਰ ਤੇ ਡਿਲੀਵਰੀ ਅਤੇ ਟੈਕਸ ਜਿਹੜਾ ਇਨਕਲੂਡ ਕਰਕੇ ਇੱਕੋ ਹੀ ਜਿਹੜੀ ਕੀਮਤ ਹੈ, ਤੇ ਜਿੱਦਣ ਕਹਿ ਦਿੱਤਾ ਫਰਨੀਚਰ ਘਰੇ ਹੋ। ਫਾਈਨੈਂਸ ਵੀ ਅਵੇਲੇਬਲ ਹੈ, 4 ਮੇਜਰ ਬ੍ਰਾਂਡ ਅਵੇਲੇਬਲ ਨੇ। ਇਹ ਨਹੀਂ ਗੱਲ ਹੁੰਦੀ ਵੀ ਗੱਲ ਕਹਿਤੀ ਤੇ ਸੋਫਾ ਇੱਕ ਦਿਨ ਛੱਡ ਗਏ, ਟੇਬਲ ਇੱਕ ਦਿਨ ਛੱਡ ਗਏ, ਸਾਈਡ ਟੇਬਲ ਜੇ ਇੱਕ ਦਿਨ ਛੱਡ ਗਏ, ਗੱਦਾ ਕਹਿੰਦੇ ਇਹਦੇ ਤੇ ਸੌਂ ਜਾਓ, ਇਹਨੂੰ ਗੱਦੇ ਨੂੰ ਲੈ ਜਾਾਂਗੇ, ਦੂਜਾ ਫੇਰ ਲੈ ਜਾਾਂਗੇ। ਇਹ ਬਹੁਤ ਵੱਡੀ ਇੱਕ ਮੁਸ਼ਕਲ ਹੈ ਫਰਨੀਚਰ ਇੰਡਸਟਰੀ ਦੇ ਵਿੱਚ। ਡਿਲੀਵਰੀ ਦੇ ਵੇਲੇ ਬਹੁਤ ਔਖਾ ਹੁੰਦਾ, ਪਰ ਹੈਰੀਜ਼ ਫਰਨੀਚਰ ਕੰਮ ਘੱਟ ਕਰਦੇ ਨੇ ਪਰ ਕਰਦੇ ਨੇ ਮੜਕ ਦੇ ਨਾਲ। 604 503 38 61 78 ਤੇ 128 ਤੇ ਹੈਰੀਜ਼ ਫਰਨੀਚਰ ਸਰਾ ਗਰੇਵਾਲ ਨਾਲ ਗੱਲਬਾਤ ਕਰਿਓ। 604 503 38 61। ਖਾਸ ਸੇਲਾਂ ਜਿਹੜੀਆਂ ਸ਼ੁਰੂ ਹੋ ਜਾਣੀਆਂ ਨੇ ਅੱਜ ਤੋਂ ਲੈ ਕੇ, ਜਿਹੜੀਆਂ ਬਾਕਸਿੰਗ ਡੇ ਸੇਲ ਤੇ ਸਾਰੀਆਂ ਜਿਹੜੀਆਂ ਸੇਲਸ ਨੇ ਉਹ ਸ਼ੁਰੂ ਨੇ। ਅੱਗੇ ਚੱਲਦੇ ਹਾਂ। ਸਰ ਤਨਵੀਰ ਸਿੰਘ ਢੀਂਗਰਾ ਜੀ, ਲਾਈਨ ਨੰਬਰ 2, ਤੁਸੀਂ ਏਅਰ ਤੇ ਹੋ। ਹਾਂਜੀ ਹਰਜੀਤ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਹਾਂਜੀ, ਮੈਂ ਦੱਸਣ ਲੱਗਿਆ ਸੀ ਹੁਣ ਤੁਹਾਡੇ ਆਸ਼ੀਰਵਾਦ ਨਾਲ ਮੈਂ ਸ਼ੇਰੇ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਵੀ ਨਾਲ ਦੱਸਣਾ ਚਾਹੁੰਦਾ ਜੀ ਕਿ ਮੈਂ ਸੈਟਰਡੇ ਨੂੰ ਇੱਕ ਮੋਟੀਵੇਸ਼ਨਲ ਸ਼ੋਅ ਕਰਨ ਜਾ ਰਿਹਾ, ਲਵ ਯੋਰਸੈਲਫ ਨਾਮ ਤੋਂ। 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਸ਼ੋਅ ਹੋਇਆ ਕਰੇਗਾ। ਉਸ ਤੋਂ ਬਾਅਦ ਇਦਾਂ ਹੀ ਸਾਰੇ ਸਰੋਤੇ ਸ਼ਾਮਲ ਬਣੇ ਰਹਿਣਗੇ ਸ਼ੋਅ ਦੇ ਵਿੱਚ। ਤੇ ਇਦਾਂ ਹੀ ਅਜਿਹਾ ਇੱਕ ਸ਼ੋਅ ਅਸੀਂ ਹਰ ਸੰਡੇ ਨੂੰ ਇੱਕ ਹੈਲਥ ਸ਼ੋਅ ਕਰਨਾ ਹੈ। ਹੈਲਥ ਤੇ ਉਹਦੇ ਨਾਲ ਰਿਲੇਟਡ ਜਿੰਨੀਆਂ ਵੀ ਚੀਜ਼ਾਂ ਨੇ ਉਹ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਦੱਸਿਆ ਕਰਾਂਗੇ। ਉਸ ਸ਼ੋਅ ਦਾ ਨਾਮ ਹੋਏਗਾ ਲਾਈਫ ਲਾਈਨ, ਤੇ ਉਹ ਵੀ ਹੋਏਗਾ 10 ਤੋਂ 12। ਡਾਕਟਰ ਤਨਵੀਰ ਢੀਂਗਰਾ ਜੀ ਜਿਹੜੇ ਸਾਡੇ ਜਿਹੜੇ ਨਾਲ ਸਟੂਡੀਓ 'ਚ ਕੰਮ ਕਰਦੇ ਨੇ, ਸਾਰਾ ਹਾਈਟੈਕ ਕੰਮ ਉਹਨਾਂ ਦਾ ਸ਼ੌਕ ਹੈ। ਡਾਕਟਰ ਨੇ ਉਹ ਪਿੱਛੋਂ, ਤੇ ਉਹਨਾਂ ਨੇ ਵੀਕਐਂਡ ਤੇ ਸ਼ੋਅ ਤੁਹਾਡੇ ਲਈ ਸ਼ੁਰੂ ਕਰਨਾ। ਡਾਕਟਰ ਤਨਵੀਰ ਢੀਂਗਰਾ ਸ਼ੋਅ ਕਰਿਆ ਕਰਨਗੇ। ਨੌਜਵਾਨ ਨੇ ਸਾਡੇ, ਤੇ ਐਂਟਰਪ੍ਰੀਨਿਓਰ ਨੇ, ਕਈ ਕੰਮ ਨੇ ਉਹਨਾਂ ਦੇ, ਫੈਸ਼ਨ ਡਿਜ਼ਾਈਨਰ ਨੇ, ਬਹੁਤ ਕਲਰਫੁਲ ਪਰਸਨੈਲਿਟੀ ਹੈ ਡਾਕਟਰ ਢੀਂਗਰਾ। ਅੱਛਾ, ਸੈਟਰਡੇ ਨੂੰ ਡਾਕਟਰ ਸਾਹਿਬ ਕਿਹੜਾ ਪ੍ਰੋਗਰਾਮ ਤੇ ਸੰਡੇ ਨੂੰ ਕਿਹੜਾ, ਫੇਰ ਦੱਸ ਦਿਓ ਇੱਕ ਵਾਰ, ਕਿੰਨੇ ਵਜੇ? ਹਾਂਜੀ, ਸੈਟਰਡੇ ਨੂੰ ਮੋਟੀਵੇਸ਼ਨਲ ਸ਼ੋਅ ਹੋਏਗਾ ਜਿਹਦਾ ਨਾਮ ਹੈ ਲਵ ਯੋਰਸੈਲਫ, ਉਹ 10 ਤੋਂ ਲੈ ਕੇ 12 ਵਜੇ ਤੱਕ। ਇਦਾਂ ਹੀ ਸੰਡੇ ਨੂੰ ਆਪਾਂ ਇੱਕ ਸ਼ੋਅ ਕਰਨਾ ਹੈ ਲਾਈਫ ਲਾਈਨ, ਜਿਹਦੇ ਵਿੱਚ ਅਸੀਂ ਹੈਲਥ ਦੀ ਟੌਪਿਕ ਬਾਰੇ ਡਿਸਕਸ਼ਨ ਕਰਿਆ ਕਰਾਂਗੇ, ਤੇ ਜਿੰਨੇ ਵੀ ਡਿਜ਼ੀਜ਼ਸ, ਬਿਮਾਰੀਆਂ ਜਾਂ ਲੋਕਾਂ ਦੀਆਂ ਪ੍ਰੋਬਲਮਸ ਨੂੰ ਲੈ ਕੇ, ਉਹ ਵੀ 10 ਤੋਂ 12। ਵੈਰੀ ਗੁੱਡ। ਡਾਕਟਰ ਢੀਂਗਰਾ ਤੁਹਾਡੇ ਸਨਮੁਖ ਹੋਇਆ ਕਰਨਗੇ ਵੀਕਐਂਡ ਤੇ ਖਾਸ ਸ਼ੋਅ ਲੈ ਕੇ, ਆਪਣੀ ਜ਼ਿੰਦਗੀ ਦੇ ਬਾਰੇ ਤੇ ਤੁਹਾਡੀ ਸਿਹਤ ਬਾਰੇ। ਡਾਕਟਰ ਸਾਹਿਬ ਧੰਨਵਾਦ ਬਹੁਤ ਬਹੁਤ, ਤੇ ਕੱਲ੍ਹ ਨੂੰ ਫਿਰ ਸ਼ੋਅ ਸੁਣਦੇ ਹਾਂ ਤੁਹਾਡਾ ਪਹਿਲਾ। ਠੀਕ ਹੈ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਹਰਜੀਤ ਜੀ। ਥੈਂਕ ਯੂ। ਡਾਕਟਰ ਤਨਵੀਰ ਢੀਂਗਰਾ ਗੱਲਬਾਤ ਕਰ ਰਹੇ ਸੀ। ਕਈ ਨਾ ਨਵੇਂ ਜਿਹੜੇ ਇਹ ਬੱਚੇ ਨੇ ਨਾ, ਐਡੇ ਕੈਮ ਨੇ। ਡਾਕਟਰ ਢੀਂਗਰਾ ਹਲੇ 25 ਕੁ ਵਰ੍ਹਿਆਂ ਦੇ ਨੇ, ਤੇ ਬਹੁਤ ਕਲਰਫੁਲ ਪਰਸਨੈਲਿਟੀ ਨਹੀਂ ਜਿਵੇਂ ਹੁੰਦੇ, ਵੈਸੇ ਵੀ ਗੁੱਡ ਲੁਕਿੰਗ। ਉਸ ਤੋਂ ਬਾਅਦ ਨਵੀਆਂ ਚੀਜ਼ਾਂ ਕਰਨੀਆਂ ਸਟੂਡੀਓ ਦੇ ਵਿੱਚ, ਹਰ ਰੋਜ਼ ਉਹਨਾਂ ਵੱਲੋਂ ਨਵਾਂ ਕੁਝ ਆਹ ਕਰ ਦਈਏ, ਖੜੋ ਤੁਹਾਡੀ ਪਿਕਚਰ, ਤੁਹਾਡੀਆਂ ਵੀਡੀਓ ਸਾਨੂੰ ਲਾਈਵ ਕਰ ਦਈਏ, ਆਹ ਕਰ ਦਈਏ, ਉਹ ਕਰ ਦਈਏ। ਮਤਲਬ ਬੜੀ ਸਾਡੀ ਟੀਮ ਆ ਨਾ ਜਿਹੜੀ ਜਵਾਕਾਂ ਦੀ, ਜਵਾਕ ਤਾਂ ਕਹਿਣਾ ਇਹ ਸਾਰੇ ਪੰਜਾਬ ਤੋਂ ਆਏ ਹੋਏ ਜਵਾਕ ਨੇ। ਉਹਨਾਂ ਦੇ ਵਿੱਚ 4 ਰੋਮਨ ਪ੍ਰੋਡਿਊਸ ਕਰਦੇ ਆ ਮੇਰਾ ਸ਼ੋਅ। ਸਰਮੀਤ ਸਿੰਘ ਉਹਨਾਂ ਨੂੰ ਤੁਸੀਂ ਸੁਣ ਰਹੇ ਹੋ, ਸਾਡੇ ਮੇਨ ਨਿਊਜ਼ ਐਂਕਰ ਨੇ ਉਹ। ਡਾਕਟਰ ਤਨਵੀਰ ਨੂੰ ਤੁਸੀਂ ਸੁਣ ਕੇ ਹਟਿਓ। 2 ਸਿੰਘ ਸਾਹਿਬ ਨੇ ਦਮਾਲਿਆਂ ਵਾਲੇ, ਗੜਬੇ ਸਰਬਲ ਉਹਦੇ ਲੈ ਕੇ ਆਉਂਦੇ ਨੇ ਨਾਲ, ਉਹ ਵੀ ਨਾਲ ਸਾਡੇ, ਉਹਨਾਂ ਨੇ ਪ੍ਰੋਡਕਸ਼ਨ ਦੀਆਂ ਡਿਗਰੀਆਂ ਇੱਥੋਂ ਕੀਤੀਆਂ BCIT 'ਚੋਂ ਦੋਨਾਂ ਨੇ, ਉਹ ਨੇ ਨਾਲ। ਸੋ ਬਹੁਤ ਕਦੇ ਸਟੂਡੀਓ ਤੁਹਾਨੂੰ ਵਿਜ਼ਿਟ ਕਰਾਵਾਂਗੇ ਸਾਰਿਆਂ ਨੂੰ ਇੱਕ ਦਿਨ, ਓਪਨ ਜਿਹੜਾ ਡੇ ਰੱਖਾਂਗੇ, ਮਾੜਾ ਜਿਹਾ ਸਹੀ ਹੋ ਜਾਵੇ ਸਾਰਾ ਕੰਮ। ਅਸੀਂ ਬੜੀ ਸੈਲੀਬ੍ਰੇਸ਼ਨ ਕਰਕੇ ਇਸ ਸ਼ੋਅ ਰੇਡੀਓ ਨੂੰ ਸ਼ੁਰੂ ਕਰਨਾ ਸੀ, ਪਰ ਕੋਵਿਡ ਕਰਕੇ ਮਜਬੂਰੀ ਹੋ ਗਈ। ਅੱਗੇ ਚੱਲਦੇ ਹਾਂ ਜੀ। ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਚਾਹੁੰਦਾ ਹੈ ਕਿ ਇਹ ਸਰਦੀਆਂ ਦੇ ਮੌਸਮ 'ਚ ਜਦ ਬਾਹਰ ਤੁਰਦੇ ਹੋ ਤਾਂ ਕੀ ਖਿਆਲ ਰੱਖਣ ਦੀ ਲੋੜ ਆ? ਕੱਪੜੇ ਕਿਹੋ ਜਿਹੇ ਚਾਹੀਦੇ? ਪੈਡੈਸਟਰੀਅਨ ਕ੍ਰਾਸਿੰਗ ਤੇ ਸੜਕ ਪਾਰ ਕਰਦੇ ਬਹੁਤ ਐਕਸੀਡੈਂਟ ਹੋ ਰਹੇ ਨੇ। ਇਹਦੇ ਲਈ ਪਲੀਜ਼ ਇਹ ਖਿਆਲ ਰੱਖਣ ਦੀ ਲੋੜ ਆ ਵੀ ਤੁਸੀਂ ਪਹਿਨਦੇ ਕੀ ਹੋ ਰਾਤ ਨੂੰ। ਇੱਕ ਮੁਸ਼ਕਲ ਇਹ ਹੈ, ਮਰਦ ਤੇ ਇਸਤਰੀਆਂ ਮੋਸਟਲੀ ਸਾਡੇ ਜਿਹੜੇ
ਜੋਗਰਸ ਨੇ ਜਿਹੜੇ ਸਾਡੇ ਕੱਪੜੇ ਨੇ ਜਿਮ ਜਾਣ ਵਾਲੇ, ਉਹ ਜ਼ਿਆਦਾਤਰ ਕਾਲੇ ਤੇ ਗ੍ਰੇ ਨੇ। ਇੱਥੇ ਚਿੱਟੇ ਕੱਪੜੇ ਬਹੁਤ ਘੱਟ ਪਾਉਂਦੇ ਨੇ, ਬੀਬੀਆਂ ਪਾ ਲੈਂਦੀਆਂ, ਪਰ ਮਰਦਾਂ ਦੇ ਜ਼ਿਆਦਾਤਰ ਬਲੈਕ ਨੇ। ਅੱਛਾ, ਤੇ ਉਹ ਰਾਤ ਨੂੰ 4:30 ਵਜੇ ਵਰਦੇ ਮੀਂਹ ਦੇ ਵਿੱਚ ਦਿਖਦਾ ਨਹੀਂ ਕੋਈ। ਇਹ ਨਹੀਂ ਵੀ ਮੇਨ ਸੜਕ ਦੀ ਜਿਹੜੀ ਕ੍ਰਾਸਿੰਗ ਆ, ਮੇਨ ਸੜਕ ਨਹੀਂ, ਤੁਸੀਂ ਜਿੱਥੇ ਆਪਣੇ ਬੁਲੇਵਰਡ 'ਚ ਤੁਰਦੇ ਫਿਰਦੇ ਹੋ ਉੱਥੇ ਵੀ ਸੜਕਾਂ ਆ ਕੇ ਜਿੱਥੇ ਮਿਲਦੀਆਂ ਨੇ ਉੱਥੇ ਤੁਸੀਂ ਦਿਖਦੇ ਨਹੀਂ ਜਾਂ ਸੜਕ ਕ੍ਰਾਸ ਕਰਦੇ। ਉਹਦੇ ਤੇ ਤੁਹਾਨੂੰ ਰਿਫਲੈਕਸ਼ਨ ਵਾਲੀ ਜਿਹੜੀ ਜੈਕਟ ਹੈ, ਉਹ ਉੱਪਰਲੀ ਵੈਸਟ ਆ, ਉਹ ਬੜੀ ਸਸਤੀ ਮਿਲਦੀ ਆ। ਬੁਲਾ ਤਾਂ ਕੱਪੜੇ ਹੀ ਜਿਹੜੇ ਨੇ ਰੇਨ ਜੈਕਟ ਉਹ ਹੋਵੇ ਜਿਹਦੇ ਤੇ ਸਟ੍ਰਾਈਪਸ ਲੱਗੀਆਂ ਹੋਣ, ਨਹੀਂ ਤਾਂ $2-4 ਦੀ ਡਾਲਰ ਸਟੋਰ ਤੋਂ ਝੱਗੀ ਆ ਜਿਹੜੀ, ਉਹਨੂੰ ਉੱਪਰ ਪਾ ਕੇ ਉਹਦੇ ਨਾਲ ਬਾਹਰ ਜਾਣਾ ਚਾਹੀਦਾ। ਹਰ ਰੋਜ਼ ਐਕਸੀਡੈਂਟ ਹੋ ਰਹੇ ਨੇ। ਕੁਝ ਕਾਲਰ ਗੱਲ ਕਰਨੀ ਚਾਹੁੰਦੇ ਨੇ। ਅਮਰਜੀਤ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਜੀ ਭਾਜੀ ਤੁਹਾਡੇ ਰੇਡੀਓ ਤੇ ਸ਼ਾਮ ਨੂੰ ਪ੍ਰੋਗਰਾਮ ਆਉਂਦਾ ਹੁੰਦਾ, ਉਹ ਜਿਹੜਾ ਹੋਸਟ ਆ ਮੋਦੀ ਦਾ ਭਗਤ ਬਹੁਤ ਆ ਜੀ। ਉਹ ਖਾਣ ਨੂੰ ਪੈਂਦਾ ਅਗਲੇ ਨੂੰ ਜਾਂ ਗੱਲ ਕਰਦਾ, ਜਿਹਦਾ ਲੜਨ ਲੱਗਾ ਹੁੰਦਾ ਨਾ, ਇਦਾਂ ਕਰਦਾ ਉਹ। ਮੈਂ ਆਪਣੀ ਸ਼ੋਅ ਦੀ ਅਮਰਜੀਤ ਜੀ ਗੱਲ ਕਰ ਸਕਦਾ, ਮੈਂ ਕਿਸੇ ਹੋਸਟ ਦੀ ਨਹੀਂ ਗੱਲ ਕਰ ਸਕਦਾ, ਪਰ ਤੁਹਾਡੀ ਗੱਲ ਜਿਹੜੀ ਮੈਨੇਜਮੈਂਟ ਤੱਕ ਪਹੁੰਚ ਜਾਂਦੀ ਆ, ਬਾਦ ਸਾਹਿਬ ਵੱਡੇ ਸੁਣਦੇ ਆ ਜੀ ਪ੍ਰੋਗਰਾਮ, ਉਹਨਾਂ ਤੱਕ ਤੁਹਾਡੀ ਜਿਹੜੀ ਕੰਸਰਨ ਜਿਹੜਾ ਪਹੁੰਚ ਜਾਂਦਾ ਜੀ। ਜੇ ਕੋਈ ਕਿਸਾਨਾਂ ਦੀ ਗੱਲ ਕਰ ਲਓ, ਕਹਿੰਦਾ ਤੁਹਾਨੂੰ ਕਿੱਦਾਂ ਪਤਾ ਵੀ ਤੁਸੀਂ YouTube ਦੇਖਦੇ? ਉਹ ਮੋਦੀ ਦਾ ਭਗਤ ਬਹੁਤ ਆ, ਜਿੱਦਾਂ ਮੇਰਾ ਕੋਈ ਰਿਸ਼ਤੇਦਾਰ ਹੋਗਾ ਜਾਂ ਤਾਂ ਮੋਦੀ ਦਾ ਕੋਈ। ਥੈਂਕ ਯੂ ਵੀਰ ਜੀ। ਰਾਜਸਥਾਨੀ ਸਾਹਿਬ, ਲਾਈਨ ਨੰਬਰ 3। ਹਾਂਜੀ ਗਿਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਜੀ ਜੀ ਕਿਸਾਨਾਂ ਬਾਰੇ ਦੇਣੇ ਕਰੋ ਜੀ, ਕਰੋ ਗੱਲ। ਦੇਖੋ, ਜਿਹੜੀਆਂ ਕ੍ਰਾਂਤੀਆਂ ਉੱਠਦੀਆਂ ਸੰਸਾਰ ਦੇ ਵਿੱਚ, ਕ੍ਰਾਂਤੀਆਂ ਵੀ ਜਿੱਦਾਂ ਕਈ ਤਾਂ ਜਿੱਦਾਂ ਗੁਰੂ ਨਾਨਕ ਦੇਵ ਜੀ ਦੀ ਕ੍ਰਾਂਤੀਕਾਰੀ, ਸਾਡੇ ਵੀ ਕ੍ਰਾਂਤੀ ਉੱਠੀ ਸੀ ਉਸ ਵੇਲੇ ਪੰਜਾਬ ਤੋਂ, ਤੇ ਬਹੁਤ ਕੁਛ ਲਿਖਿਆ, ਕੁਛ ਹੋਇਆ। ਮਤਲਬ ਇਸ ਤਰ੍ਹਾਂ ਕ੍ਰਾਂਤੀਆਂ ਉੱਠੀਆਂ, ਬਾਬਰ ਲਹਿਰ ਉੱਠੀ, ਭਾਰਤ ਆਜ਼ਾਦ ਹੋਇਆ, ਤੇ ਫਿਰ ਸਮਝ ਲਓ ਵੀ ਮੁਸਲਮਾਨਾਂ ਦੇ ਟਾਈਮ ਵੀ 10 ਗੁਰੂਆਂ ਨੇ ਹਿਊਮਨ ਰਾਈਟਸ ਦੇ ਖਿਲਾਫ ਲੜਾਈ ਕੀਤੀ। ਗੁਰੂ ਗੋਬਿੰਦ ਸਿੰਘ ਨੇ ਵੀ ਹਿਊਮਨ ਰਾਈਟਸ ਦੇ ਜ਼ੁਲਮ ਦੇ ਖਿਲਾਫ, ਜਿੱਦਾਂ ਇਹ ਕ੍ਰਾਂਤੀ ਹੁੰਦੀ ਹੈ। ਇਹ ਤਾਂ ਕ੍ਰਾਂਤੀ ਬਹੁਤ ਚਿਰਾਂ ਬਾਅਦ, ਅਨੰਦਪੁਰ ਮੱਤੇ ਤੋਂ ਬਾਅਦ ਪੰਜਾਬ 'ਚ ਕ੍ਰਾਂਤੀ ਆਈ ਆਮ ਆਦਮੀ ਪਾਰਟੀ ਦੀ ਜੀ। ਅੱਛਾ, ਉਹਨੂੰ ਜਿਹੜੀ ਜਨਤਾ ਸੀਗੀ ਪੰਜਾਬ ਦੀ, ਤੇ ਉਹਨਾਂ ਨੇ ਬਹੁਤ ਹੀ ਸਰਾਹਿਆ ਵੀ ਕ੍ਰਾਂਤੀ ਆ ਗਈ ਪੰਜਾਬ ਦੇ ਵਿੱਚ। ਵੀ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਹੈ, ਇੱਕ ਕਾਂਗਰਸ ਹੈਗਾ, ਵੀ ਦੋਨੇ ਠੱਗ ਹੈਗੇ ਆ, ਭ੍ਰਿਸ਼ਟ ਹੈਗੇ ਆ, ਇੰਨੇ ਚਿਰ ਦੇ ਸ਼ਾਸਨ ਕਰਦੇ ਆ, ਲੁੱਟ ਲਿਆ ਇਹਨਾਂ ਨੇ ਪੰਜਾਬ ਨੂੰ। ਤੀਸਰਾ ਬਦਲ ਚਾਹੀਦਾ ਹੈਗਾ। ਤੇ ਹੈਲੋ, ਹਾਂਜੀ ਸੁਣ ਰਹੇ ਹਾਂ ਰਾਜਸਥਾਨੀ ਸਾਹਿਬ। ਹਾਂਜੀ, ਬਾਹਰੋਂ ਅੰਦਰੋਂ ਸਪੋਰਟ ਹੋਈ। ਇੱਥੋਂ ਦੇ ਲੋਕ ਜਿਹੜੇ ਇੱਥੇ ਬਾਹਰ ਆਏ ਹੋਏ ਸੀਗੇ, ਨੌਜਵਾਨ ਪੀੜ੍ਹੀਆਂ, ਤੁਹਾਡੇ ਵਰਗੇ ਜਵਾਨ, ਤੇ ਉਹਨਾਂ ਨੇ ਸਮਰਥਨ ਦਿੱਤਾ ਵੀ ਕੋਈ ਤੀਸਰਾ ਬਦਲ ਆ ਜਾਏ ਪੰਜਾਬ 'ਚ। ਲੇਕਿਨ ਉਹ ਕ੍ਰਾਂਤੀ ਦਬਾਈ ਏਦਾਂ ਗਈ ਵੀ ਜਿਹੜਾ ਸਾਡਾ ਪ੍ਰਧਾਨ ਮੰਤਰੀ ਸੀ, ਉਹ ਕਹਿੰਦਾ ਵੀ ਮੋਦੀ ਬਾਹਰ ਨਾ ਨਿਕਲੇ ਦਿੱਲੀ ਤੋਂ। ਜੇ ਬਾਹਰ ਨਿਕਲ ਗਿਆ ਜਿਹੜਾ ਆਪਣਾ ਕੇਜਰੀਵਾਲ ਹੈਗਾ, ਤੇ ਫਿਰ ਤਾਂ ਇਹ ਸਾਨੂੰ ਕਸਰ ਫੈਲੂਗੀ ਬੀਜੇਪੀ ਪਾਰਟੀ ਨੂੰ, ਇਹ ਦਿੱਲੀ ਤੱਕ ਹੀ ਸੀਮਿਤ ਰਹਿ ਜੇ। ਤੇ ਇੱਥੇ ਘਮਸਾਨ ਦਾ ਯੁੱਧ ਹੋਇਆ ਇਸ ਕ੍ਰਾਂਤੀ ਦਬਾਉਣ ਨੂੰ ਪੰਜਾਬ ਦੇ ਵਿੱਚ। ਜਿਵੇਂ ਵੀ ਜਿੱਦਾਂ ਸ਼ਾਮ ਦਾ ਬੇਦੰਡ, ਤੋੜ ਫੋੜ, ਪੈਸਾ ਸੱਟ, ਤੇ ਕੈਪਟਨ ਨੂੰ ਜੀ ਚੁਣਿਆ ਗਿਆ। ਮਤਲਬ ਸਾਰੀਆਂ ਪਾਰਟੀਆਂ ਨੇ ਵੀ, ਜਿਹੜੇ ਵੀ ਸਾਡੀ ਵੋਟਾਂ ਜਿਹੜੀ ਸੀ ਬੀਜੇਪੀ ਦੀਆਂ, ਉਹ ਵੀ ਕੈਪਟਨ ਨੂੰ ਪੈ ਗਈਆਂ। ਕਾਂਗਰਸ ਦੀਆਂ ਤਾਂ ਪੈਣੀਆਂ ਸੀਗੀਆਂ, ਤੇ ਕੇਜਰੀਵਾਲ ਨੂੰ ਫੇਲ ਕਰ ਦਿੱਤਾ। ਹੁਣ ਜਿਹੜੀ ਉੱਠੀ ਆ ਕ੍ਰਾਂਤੀ ਪੰਜਾਬ ਤੋਂ ਦੁਬਾਰੇ ਫੇਰ ਹੁਣ ਫੇਰ ਕ੍ਰਾਂਤੀ ਉੱਠੀ ਪੰਜਾਬ ਤੋਂ ਲਹਿਰਾਂ ਉੱਠਦੀਆਂ ਹੁੰਦੀਆਂ। ਅੱਛਾ, ਜਿਹੜਾ ਪੰਜਾਬ ਸੀਗਾ ਆਜ਼ਾਦੀ ਤੋਂ ਬਾਅਦ, ਮਤਲਬ ਇਹਨੂੰ ਇੱਕ ਤਾਂ ਗੁੱਸਾ ਨਾ ਕਰਿਓ ਵੀ ਕੋਈ ਕਹਿਰਾਂ ਤੋਂ ਬਾਅਦ ਮੁੱਖ ਮੰਤਰੀ ਦਾ ਜਿਹੜਾ ਆਗੂ ਹੁੰਦਾ, ਚੀਫ ਮਿਨਿਸਟਰ, ਜਿੱਦਾਂ ਹੁਣ ਹਰਿਆਣੇ ਨੂੰ 4 ਮੁੱਖ ਮੰਤਰੀ ਮਿਲੇ, 4 ਲਾਲ ਮਿਲੇ, ਭਜਨ ਲਾਲ, ਬਾਂਸੀ ਲਾਲ, ਦੇਵੀ ਲਾਲ, ਤੇ ਹਰਿਆਣਾ ਗਾਂਹ ਲੰਘ ਗਿਆ ਆਪ ਤੋਂ, ਨਾਲ ਕਮਾਂਡ ਸੀ, ਨਾਲ ਬਾਰਡਰ ਲੱਗਦਾ ਸੀ ਆਪਣਾ। ਤੇ ਹਿਮਾਚਲ ਵੀ ਤਰੱਕੀ ਹੋਈ, ਰਾਜਸਥਾਨ ਦੀ ਵੀ ਤਰੱਕੀ ਹੋਈ, ਤੇ ਪੰਜਾਬ 50 ਸਾਲ 60 ਸਾਲ ਪਿੱਛੇ ਪਛੜ ਗਿਆ ਕ੍ਰਾਂਤੀ ਦੇ ਉਹ ਅਨੰਦਪੁਰ ਮੱਤੇ ਤੇ। ਤੇ ਇਹਦੇ ਵਿੱਚ ਤਾਂ ਇਹ ਸੀਗਾ ਵੀ ਕੋਈ ਲੀਡਰ ਨਹੀਂ ਮਿਲ ਰਿਹਾ ਪੰਜਾਬ ਨੂੰ, ਤੇ ਪੰਜਾਬ ਨੂੰ ਆਪਦੇ ਜਿਹੜੇ ਲੋਕ ਸੀਗੇ ਮੁੱਖ ਮੰਤਰੀ ਬਣਨ ਦੇ ਬਾਰੇ, ਕੁਰਸੀ ਦੇ ਚੰਡੀਗੜ੍ਹ ਦੀ ਲੈਣ ਦੇ ਮਾਰੇ, ਪੰਜਾਬ ਦਾ ਖਤਰਾ ਜਿੱਦਾਂ ਵੀ ਅੰਦਰੋਂ ਹੀ ਮਤਲਬ ਪੰਜਾਬ ਨੂੰ ਨੁਕਸਾਨ ਹੋਇਆ। ਹੁਣ ਜਿਹੜੀ ਕ੍ਰਾਂਤੀ ਹੈਗੀ ਆ, ਇਹਦੇ ਵਿੱਚ ਵੀ ਉਹ ਚੀਜ਼ ਸਾਹਮਣੇ ਆ ਗਈ ਹੈਗੀ ਆ ਵੀ ਪੰਜਾਬ ਤੋਂ ਕ੍ਰਾਂਤੀ ਨਾ ਉੱਠੇ। ਇਸ ਕ੍ਰਾਂਤੀ ਨੂੰ ਦਬਾਉਣ ਵਾਸਤੇ ਹੱਥ ਕੰਡੇ ਬਣਾਏ ਜਾ ਰਹੇ ਹੈਗੇ ਆ। ਬੜੇ ਖਬਰਾਂ ਆਉਂਦੀਆਂ ਸਾਰੀਆਂ ਅਖਬਾਰਾਂ 'ਚ, ਨਿਊਜ਼
ਵੀ ਇਲਜ਼ਾਮ ਲੱਗਦੇ ਆ ਖਾਲਿਸਤਾਨੀ, ਇਹ ਉਮਰ ਖਾਲ ਫਲਾਣੇ, ਰਸ਼ੀਆ, ਚਾਈਨਾ, ਪਾਕਿਸਤਾਨ, ਏਦਾਂ ਦੇ ਬਿਆਨਬਾਜ਼ੀ ਦਾ ਵੀ ਤੋੜ ਫੋੜ ਜਾਰੀ ਹੈਗੀ ਆ ਵੀ ਇਹ ਕ੍ਰਾਂਤੀ ਵੀ ਦਬਾ ਦਿੱਤੀ ਜਾਵੇ। ਲੇਕਿਨ ਇਹ ਗਿੱਲ ਸਾਹਿਬ ਕ੍ਰਾਂਤੀ ਬਣ ਗਈ ਹੁਣ ਜਨ ਅੰਦੋਲਨ ਸਾਰੇ ਭਾਰਤ ਦੀ। ਜੀ ਪੰਜਾਬ ਨੇ ਭਾਰਤ ਨੂੰ ਜਗਾਤਾ ਵੀ MS ਕੀ ਹੁੰਦਾ ਹੈਗਾ, ਕਿਸਾਨ ਕੀ ਹੈਗੇ ਆ, ਕੀ ਕਿਸਾਨਾਂ ਦੀਆਂ ਮੰਗਾਂ, ਜਾਗਰਤੀ ਆ ਗਈ ਜਿੱਦਾਂ ਸਾਰੇ ਭਾਰਤ ਦੇ ਵਿੱਚ। ਇਹ ਸਾਰੇ ਭਾਰਤ 'ਚ ਫੈਲ ਗਈ, ਵਿਸ਼ਵ ਲੈਵਲ ਤੇ ਫੈਲ ਗਈ ਜੀ, ਇੱਥੋਂ ਤੱਕ ਮਤਲਬ ਜੀ ਵੀ ਪੰਜਾਬ ਦੇ ਹੁਣ ਮੋਹਰੀ ਤਾਂ ਪੰਜਾਬ ਆ ਇਹਦੇ ਵਿੱਚ, ਤੇ ਦੂਸਰੀਆਂ ਸਟੇਟਾਂ ਉਹਦਾ ਅਨੁਕਰਨ ਕਰ ਰਹੀਆਂ, ਜਾਨੀ ਨਾਲ ਖੜੀਆਂ ਹੋ ਗਈਆਂ ਵੀ ਵਾਕਿਆ ਜਿਹੜੇ ਇਹ ਬਿੱਲ ਹੈਗੇ ਆ ਕਿਸਾਨਾਂ ਦੇ ਹੱਕ 'ਚ ਹੈ ਨਹੀਂਗੇ। ਧੰਨਵਾਦ ਜੀ ਰਾਜਸਥਾਨੀ ਸਾਹਿਬ, ਥੈਂਕ ਯੂ। ਭੁਲਿੰਦਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਜੀ ਬੇਨਤੀ ਕਰਨੀ ਸੀ ਵੀ ਬਾਰ-ਬਾਰ ਇੱਕ ਟਾਈਮ ਵੀ ਖਰਾਬ ਹੁੰਦਾ, ਇਹ ਕਹਿਣ ਦਾ ਵੀ ਸ਼ਾਮ ਨੂੰ ਹੋਸਟ ਆਹ ਬੋਲਦੇ। ਦੇਖੋ ਮਾਲਕਾਂ ਨੇ ਨਹੀਂ ਕੁਝ ਕਹਿਣਾ, ਮਾਲਕਾਂ ਨੇ ਇੱਕ ਪਲੇਟਫਾਰਮ ਦਿੱਤਾ ਤੁਹਾਡੇ ਲਈ, ਹੋਸਟਾਂ ਲਈ ਜਿਨ੍ਹਾਂ ਨੇ ਪ੍ਰੋਗਰਾਮ ਚਲਾਉਣਾ। ਸਾਨੂੰ ਉਹ ਠੀਕ ਆ, ਬੋਲਣ ਨੂੰ ਤਾਂ ਸਾਰੇ ਹੀ ਬੋਲੀ ਜਾਂਦੇ ਆ, ਕੋਈ ਹੱਕ 'ਚ ਕੋਈ ਵਿਰੋਧ 'ਚ ਨਾ। ਦੇਖਣਾ ਤਾਂ ਅਸੀਂ ਆ ਵੀ ਦਾਲ ਤੱਤੀ ਆ ਕਿ ਠੰਡੀ ਆ, ਕਿ ਮਿਰਚਾਂ ਨੇ ਵੱਧ ਕਿਵੇਂ, ਮਾਈਲਡ ਆ, ਗ੍ਰੈਂਡ ਆ। ਜਦੋਂ ਤੁਸੀਂ ਆਰਡਰ ਦੇ ਨਾਲ ਪੁੱਛਦੇ ਵੀ ਪੀਜ਼ਾ ਮਾਈਲਡ ਲੈਣਾ ਕਿ ਕਿਹੜਾ ਲੈਣਾ ਵਾ ਜੀ, ਹਨਾ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਦੋਂ ਤੁਸੀਂ ਗੱਡੀ 'ਚ ਸੁਣਦੇ ਹੋ, ਗੱਡੀ 'ਚ ਬੈਠਣ ਸਾਰ ਇੱਕ ਆਫ ਆਨ ਦਾ ਬਟਨ ਹੁੰਦਾ, ਦੱਬ ਦਿਆ ਕਰੋ। ਜੇ ਆਪਾਂ ਨੂੰ ਹੈਗਾ ਵੀ ਨਹੀਂ ਯਾਰ ਸੁਣਨਾ ਨਹੀਂ, ਗੀਤ ਸੁਣ ਲਓ ਜਿਹਦੇ ਮਰਜ਼ੀ, ਕਥਾ ਸੁਣ ਲਓ, ਜੋ ਮਰਜ਼ੀ ਸੁਣ ਲਓ, ਕੁਛ ਨਹੀਂ ਹੋਣ ਲੱਗਿਆ, ਕਿਧਰੇ ਨਹੀਂ ਜਾਣ ਲੱਗਿਆ। ਬਾਕੀ ਮੈਂ ਇਹ ਕਹਿੰਦਾ ਵੀ ਮੈਂ ਕਿੰਨੇ ਸੋਹਣੇ ਇੱਥੇ ਕਾਲਰ ਆਉਂਦੇ ਆ, ਬਹੁਤ ਇਨਫੋਰਮੇਸ਼ਨ ਮਿਲਦੀ ਆ ਜਿਹੜੀ ਕਿ ਸ਼ਾਇਦ ਮੈਨੂੰ ਨਾ ਕਿਤੇ ਪੜ੍ਹੇ ਤੋਂ ਮਿਲਣੀ ਆ ਜਾਂ ਕਿਤੇ ਹੋਰ, ਹਨਾ। ਬਹੁਤ ਐਪਰੀਸ਼ੀਏਟ ਕਰਦੇ ਆ ਅਸੀਂ ਜੀ। ਪਰ ਫੇਰ ਉਹੀ ਗੱਲ ਕਿ ਬੰਦਾ ਇੰਡੀਆ ਤੋਂ ਹੁਣ ਹੋਸਟ ਕੋਈ ਲਿਆਉਂਦਾ, ਉਹ ਯਾਰ ਤੁਸੀਂ ਉੱਥੇ ਜਾ ਕੇ ਆਪਦਾ ਪੱਖ ਰੱਖਦੇ ਹੋ, ਅਗਲਾ ਤੁਹਾਡੀ ਬੇਇੱਜ਼ਤੀ ਕਰਦਾ ਵਾ। ਜਦ ਤੁਹਾਨੂੰ ਪਤਾ ਵੀ ਸਾਡੀ ਸੁਣਨੀ ਨਹੀਂ, ਇਹ ਬੰਦਾ ਹੈ ਹੀ ਨਹੀਂ ਸਾਡੇ ਵੱਲ ਦਾ, ਕਾਹ ਤੋਂ ਅਸੀਂ ਵਾਰ-ਵਾਰ ਢੁੱਕਦੇ ਆ ਜਾ ਕੇ, ਮੈਂ ਬੇਇੱਜ਼ਤੀ ਕਰਾ ਕੇ ਆਉਂਦੇ ਆਪਦੀ। ਫਿਰ ਮੈਂ ਉਹੀ ਗੱਲ ਕਹਿਣਾ ਵੀ ਸਾਰੇ ਰਿਸਪੈਕਟਡ ਨੇ, ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿਣਾ ਚਾਹੁੰਦਾ, ਪਰ ਮੈਨੂੰ ਇਹ ਹੁੰਦਾ ਵੀ ਯਾਰ ਕਾਹਨੂੰ ਯਾਰ ਵੀ ਤੁਸੀਂ ਫੇਰ ਉਹੀ ਗੱਲ, ਸਵਾਲ ਕੀ ਪੁੱਛਿਆ, ਅਗਲਾ ਸਗੋਂ ਦੋ ਵੱਧ ਕੇ ਸੁਣਾਉਂਦਾ ਤੁਹਾਡੇ ਤੋਂ, ਤੁਹਾਡੇ ਦਾ ਫੋਨ ਕੱਟਿਆ ਜਾਂਦਾ, ਅਗਲੇ ਕੋਲ ਮੌਕਾ ਜਾਂਦਾ। ਇਗਨੋਰ ਕਰੋ ਵੀਰ ਜੀ, ਇਗਨੋਰ 10 15 20 ਦਿਨ ਜੇ ਇਗਨੋਰ ਕਰਕੇ ਦੇਖੋਗੇ ਤੁਸੀਂ ਵੀ ਰਲੇ ਹੋ ਜਾਓਗੇ, ਅਗਲੇ ਦੀ ਵੀ ਅਕਲ ਟਿਕਾਣੇ ਆ ਜੀ। ਧੰਨਵਾਦ ਜੀ। ਮਾਂ ਬੋਲੀ ਦੇ ਕੁਝ ਸ਼ਬਦ ਨੇ ਜਿਨ੍ਹਾਂ ਦੇ 2 ਨਾਂ ਨੇ, ਇਹ ਵੀ ਮੈਂ ਅੱਜ ਕੁਝ ਗੱਲਾਂ ਕਰਨੀਆਂ ਚਾਹੁੰਦਾ ਮਾਂ ਬੋਲੀ ਦੇ ਬਾਰੇ। ਵਿਸਰ ਰਹੇ ਸ਼ਬਦ ਨੇ ਜਿਹੜੇ, ਮੈਂ ਵਿਸਰ ਰਹੇ ਸ਼ਬਦ ਨਹੀਂ, ਕਈ ਜਿਹੜੇ ਠੇਠ ਸ਼ਬਦ ਨੇ ਇੱਕੋ ਹੀ ਨਾਂ ਦੇ, ਉਹ 2 ਸ਼ਬਦ ਨੇ। ਸਰੀਰ ਹੈ ਉਹਨੂੰ ਕਲਬੂਤ ਵੀ ਕਹਿੰਦੇ ਆ, ਮੱਝਾਂ ਨੇ ਉਹਨੂੰ ਖੋਲੀਆਂ ਵੀ ਕਹਿੰਦੇ ਆ, ਮੱਝਾਂ ਗਾਵਾਂ ਦਾ ਬੱਗ ਹੈ ਉਹਨੂੰ ਮੰਗੂ ਕਹਿੰਦੇ ਆ, ਮੰਗੂ ਚਾਰਨਾ। ਉਹ ਕਹਿੰਦਾ ਇਹ ਕਲਬੂਤ ਦਾ ਕੀ ਹੈ, ਇਹ ਕਲਬੂਤ ਹੈ। ਮੱਝਾਂ ਨੂੰ ਖੋਲੀਆਂ ਵੀ ਕਹਿੰਦੇ ਆ। ਅੱਛਾ, ਦੁਪਹਿਰ ਦਾ ਖਾਣਾ ਹੈ ਉਹਨੂੰ ਪੱਤਾ ਵੀ ਕਹਿੰਦੇ ਆ, ਸਾਫਾ ਹੈ ਉਹਨੂੰ ਪਰਨਾ ਵੀ ਕਹਿੰਦੇ ਆ। ਕਈ ਨਾਂ ਨੇ, ਜਿਵੇਂ ਸਾਫੇ ਨੂੰ ਪਰਨਾ ਕਹਿੰਦੇ ਨੇ, ਛੋਟਾ ਖਾਲ ਹੈ ਉਹਨੂੰ ਨਸਾਰ ਵੀ ਕਹਿੰਦੇ ਆ, ਮੱਕੀ ਦੇ ਅੱਧ ਭੁੱਜੇ ਦਾਣੇ ਨੇ ਉਹਨੂੰ ਆਬੂ ਕਹਿੰਦੇ ਆ, ਆਬੂ। ਇੱਕ ਵਾਰ ਵਾਹੁਣਾ ਖੇਤ ਨੂੰ ਸੀ ਵੀ ਕਹਿੰਦੇ ਆ। ਤੇ ਸਮੇਂ ਤੋਂ ਪਹਿਲਾਂ ਮੱਝ ਗਾਂ ਦਾ ਮਰਿਆ ਬੱਚਾ ਪੈਦਾ ਹੋਣਾ ਤਰੂਣਾ ਕਹਿੰਦੇ ਆ, ਤਰੂਣ ਗਿਆ, ਤਰੂਣ। ਪੰਡ ਨੂੰ ਭਰੀ ਵੀ ਕਹਿੰਦੇ ਆ। ਪੰਡ ਉਹਨੂੰ ਭਰੀ ਵੀ ਕਹਿੰਦੇ ਆ। ਪੱਠੇ ਜਿੱਥੇ ਕੁਤਰੇ ਜਾਂਦੇ ਆ ਉਹਨੂੰ ਪੁਹਾੜਾ ਵੀ ਕਹਿੰਦੇ ਆ। ਰੋਟੀਆਂ ਨੂੰ ਟਾਪਾਂ ਵੀ ਕਹਿੰਦੇ ਆ। ਭੋ ਇੱਕ ਸ਼ਬਦ ਹੈ, ਮਾਲਵੇ ਦਾ ਸ਼ਬਦ ਹੈ। ਮੂੰਗੀ, ਮਸਰ, ਛੋਲੇ ਤੇ ਨਾਲ ਮੂੰਗਫਲੀ, ਉਹਨਾਂ ਫਸਲਾਂ ਦਾ ਜਿਹੜਾ ਫੋਕ ਹੈ। ਅਸਲ ਗੱਲ ਉਹਦੇ 'ਚ ਇਹ ਹੈ ਵੀ ਜਿਹੜਾ ਉਹਦੇ ਪੱਤੇ ਨੇ ਉਹਨੂੰ ਭੋ ਕਹਿੰਦੇ ਆ। ਭੋ ਘੋੜੇ ਬਹੁਤ ਪਸੰਦ ਕਰਦੇ ਆ, ਖਾਸ ਤੌਰ 'ਤੇ ਮੂੰਗਫਲੀ ਦਾ ਭੋ ਆ ਜਿਹੜਾ। ਸੰਡਾ ਤੇ ਮਾਲੀ 2 ਸ਼ਬਦ ਨੇ, ਉਹਨੂੰ ਸਾਨ ਵੀ ਕਹਿੰਦੇ ਆ। ਇਹ ਜਿਹੜੇ ਸ਼ਬਦ ਦੂਜੇ ਮੈਂ ਕਹਿਣਾ ਇਹ ਠੇਠ ਨੇ। ਕਲਬੂਤ, ਖੋਲੀਆਂ, ਮੰਗੂ, ਪੱਤਾ, ਪਰਨਾ, ਸਾਨ। ਦੇਖੋ ਸਾਨ ਹੈ, ਬੰਦਾ ਸਾਨ ਆਪਾਂ ਬੰਦਿਆਂ ਨੂੰ ਵੀ ਕਹਿ ਦਿੰਦੇ ਆ।
ਰੇਤਲੀ ਜ਼ਮੀਨ ਨੂੰ ਮਹਿਰਾ ਕਹਿੰਦੇ ਆ, ਮਹਿਰਾ। ਅਰਬੀ ਘੋੜੀ ਨੂੰ ਭੋਰ ਤਾਜਣ ਵੀ ਕਹਿੰਦੇ ਆ। ਆਦਮੀ ਨੂੰ, ਮਨੁੱਖ ਨੂੰ ਬਸ਼ਰ ਵੀ ਕਈ ਕਹਿੰਦੇ ਆ। ਊਠ ਪਾਲਣ ਵਾਲੇ ਅਰਵਾਰੀ ਨੇ ਹਿਰਨੀ ਨੂੰ ਮੂਨ ਕਹਿੰਦਾ। ਦੇਖੋ ਕਹਿੰਦੇ ਮੂਨ ਵਰਗਾ ਸਰੀਰ ਹੈ। ਦੋਹਰਾ ਖੇਸ ਚਤਈ, ਗਵਾਹੀ ਸ਼ਾਦੀ, ਮਤਲਬ ਤਬਾਹ। ਪੁੰਨ ਨੂੰ ਸਵਾਬ ਵੀ ਕਹਿੰਦੇ ਆ। ਇਹ ਸ਼ਬਦ ਨੇ ਜਿਹੜੇ ਸਾਡੇ ਚੋਂ ਵਿਸਰ ਗਏ। ਆਥਣ ਨੂੰ ਸੋਤਾ ਕਹਿੰਦੇ ਆ ਬਹੁਤ ਜਗ੍ਹਾ, ਸ਼ਾਮ ਨੂੰ। ਆਵਾਜ਼ ਨੂੰ ਸਦਾ ਕਹਿੰਦੇ ਆ। ਇੱਕ ਸਰੀਨ ਸ਼ਬਦ ਆ, ਬਟੌਕਸ, ਜਿਹੜੇ ਉਹਨੂੰ ਸਰੀਨ ਵੀ ਕਹਿੰਦੇ ਆ। ਖੁੱਲੀ ਜਗ੍ਹਾ ਨੂੰ ਰੜੀ, ਰੜੀ ਕਹਿੰਦਾ ਰੜੇ ਆ ਜਾ ਫਿਰ ਦੇਖ ਲੈਂਦੇ ਆ। ਸੂਣ ਵਾਲੀ ਨੂੰ ਗੱਭਣ, ਦਰਿਆ ਦਾ ਕਿਨਾਰਾ ਬੇਣੀ, ਦੁਧਾਰੂ ਜਾਂ ਦੁੱਧ ਦੇਣ ਵਾਲੀ ਮੱਝ ਗਾਂ ਲਿਆਰੀ, ਲਿਆਰੀ। ਬਸਤੀ ਨੂੰ ਬਗੜ ਵੀ ਕਹਿੰਦੇ ਆ। ਬਗੜ, ਥੋੜੇ ਵਾਲੇ ਬਗੜ 'ਚ ਕਿਹੜਾ? ਗਾਂ ਨੂੰ ਚੋਣ ਵੇਲੇ ਲੱਤਾਂ ਨੂੰ ਪਾਇਆ ਰੱਸਾ ਨੂੜ, ਕਹਿੰਦਾ ਨਿਆਣਾ ਪਾਲਣਾ ਤੇਰੇ ਅਸੀਂ, ਨਿਆਣਾ। ਗਾਂ ਮੱਝ ਜਿਹੜੀ ਸੂਬੇ ਨਾਲ ਫੰਡਰ, ਮੋਟਾ ਡੰਡਾ, ਨਿਹੰਗ ਸਿੰਘਾਂ ਦਾ ਕੁੱਤਕਾ। ਅੱਗੇ ਚੱਲਦਿਆਂ ਤੁਹਾਡੀਆਂ ਕਾਲਸ ਵੀ ਲੈ ਲਈਏ ਨਾਲ ਨਾਲ। ਸਰ ਜਤਿੰਦਰ ਸਿੰਘ, ਲਾਈਨ ਨੰਬਰ 1। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਜਸਵਿੰਦਰ ਸਿੰਘ ਹੈ ਜੀ, ਮੇਰਾ ਸਰ ਜੀ ਜਸਵਿੰਦਰ ਸਿੰਘ ਜੀ, ਹਾਂਜੀ ਦੱਸੋ ਜੀ। ਗਿਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਿਲ ਸਾਹਿਬ, ਮੈਂ ਆ ਦੋ ਆਪਣੇ ਕਾਲਰ ਆਏ ਨੇ, ਮੈਂ ਉਹਨਾਂ ਨੂੰ ਨਿਮਰਤਾ ਸੇ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਿਹੜੇ ਮੋਦੀ ਦੇ ਭਗਤ ਵਾਲੇ ਹੋਸਟ ਨੇ ਤੁਹਾਡੇ ਸ਼ੇਰੇ ਪੰਜਾਬ ਦੇ, ਹਨਾ, ਉਹ ਅਸੀਂ ਅੱਗੇ ਵੀ ਮੈਂ ਹੋਰ ਰੇਡੀਓ ਤੋਂ ਵੀ ਉਹਨਾਂ ਨੂੰ ਸੁਣਦਾ ਰਿਹਾ 2-4 ਸਾਲ ਪਹਿਲਾਂ। ਮਤਲਬ ਉਹ ਉਦੋਂ ਵੀ ਮਨ ਪੱਖੀ ਸੀ ਕਿਸੇ ਬੰਨੇ, ਹਨਾ। ਅਸੀਂ ਤਾਂ ਉਹਨਾਂ ਦਾ ਸ਼ੋਅ ਨਹੀਂ ਸੁਣਦੇ 5 ਤੋਂ 8, ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ 5 ਤੋਂ 8 ਤੋਂ ਹੀ ਉਸ ਸ਼ੋਅ 'ਚ ਵੜੋ ਹੀ ਨਾ, ਕੋਈ ਲੋੜ ਹੀ ਨਹੀਂ, ਹੋਰ ਬੰਨੇ ਲਾ ਲਓ। ਧੰਨਵਾਦ ਜੀ ਜਸਵਿੰਦਰ ਸਿੰਘ ਜੀ। ਵੇਖੋ, ਇਹ ਮੈਂ ਜਿਹੜੇ ਮੰਚ ਤੇ ਬੈਠਾ, ਇਹ ਮੰਚ ਹੈ, ਇਹਨੂੰ ਮੈਂ ਵਫਾ ਕਰਦਾ। ਮੈਂ ਨਹੀਂ ਕਹਿੰਦਾ ਵੀ ਇਸ ਮੰਚ ਦੇ ਸਵੇਰ ਤੋਂ 6 ਵਜੇ ਤੋਂ ਲੱਗੀ ਹੋਈ ਸੂਈ ਰਾਤ ਤੱਕ, ਜਦ ਤੱਕ ਟਾਕ ਸ਼ੋਅ ਚੱਲਦੇ ਆ, ਉਹ ਸੂਈ ਪਰਾਂ ਹੋਵੇ। ਲੋਕ ਜੁੜੇ ਰਹਿਣੇ। ਸ਼ੇਰੇ ਪੰਜਾਬ ਉਹ ਜਗ੍ਹਾ ਹੈ ਜਿੱਥੇ ਜਾਂ ਸਵੇਰੇ ਕੋਈ ਬਹਿ ਜਾਂਦਾ, ਇੱਥੋਂ ਪਰਾਂ ਨਹੀਂ ਹੁੰਦਾ। ਸਰਫਿੰਗ ਕਰ ਲੈਂਦੇ ਨੇ ਇੱਧਰ ਉੱਧਰ। ਹਾਂ, ਸਾਨੂੰ ਜਿੰਨੇ ਅਸੀਂ ਆ, ਪਲੀਜ਼ ਇਸ ਵਿਸ਼ੇ ਤੇ ਗੱਲ ਨਾ ਕਰੋ, ਮੈਂ ਬੇਨਤੀ ਕਰਦਾ। ਮੇਰੇ ਸ਼ੋਅ ਦੇ ਵਿੱਚ ਫਿਰ ਇਸ ਦਾ ਇਹ ਹੋਰ ਪਾਸੇ ਨੂੰ ਗੱਲ ਚੱਲ ਰਹੀ ਹੈ। ਸਾਡੀ ਆਪਸ ਵਿੱਚ ਜੇ ਕਹੀਏ ਸਾਡਾ ਤੇ ਉਹ ਬਹੁਤ ਹੁੰਦਾ, ਨਾ ਨਾ, ਤੇ ਉਹ ਨਹੀਂ ਹੈ। ਸਾਡੀ ਰੇਟਿੰਗ ਆ, ਅਸੀਂ ਇੱਕ ਦੂਜੇ ਨੂੰ ਠਿੱਬੀ, ਇੱਕ ਦੂਜੇ ਨੂੰ ਲੱਕੋਂ ਫੜ ਕੇ ਸਿੱਟਣਾ, ਉਹ ਅਸੀਂ ਤੇ ਉਹ ਤੂੰ ਤੁਹਾਨੂੰ ਦਿਖਾਵਾਂਗੇ ਬਾਹਰ। ਸਾਹਿਬ ਵੀ ਕਹਾਂਗੇ ਇੱਕ ਨੂੰ, ਗਿੱਲ ਸਾਹਿਬ ਸਾਡੇ ਸਟਾਰ ਹੋਸਟ ਨੇ, ਪਰ ਹੱਥ ਛੱਡਵੀਂ ਜਦ ਕੈਂਚੀ ਸਿੱਟਣੀ ਆ ਪਿੱਠ ਤੇ, ਉਹ ਸਾਡੇ ਵਿੱਚ ਹੀ ਆ। ਸੋ ਅਸੀਂ ਪਰ ਮੰਚ ਨੂੰ, ਸਾਰੀ ਟੀਮ ਮੰਚ ਨੂੰ ਅਸੀਂ ਵਫਾ ਕਰਨਾ ਹੈ। ਮੈਂ ਨਹੀਂ ਕਹਿੰਦਾ ਸਾਡੀ ਸੂਈ ਪਰਾਂ ਹੋਵੇ। ਹਾਂ, ਸਾਨੂੰ, ਅਸੀਂ ਆਪਣੀ ਟੀਮ ਨੂੰ ਅਸੀਂ ਕਿਵੇਂ ਬੰਨ੍ਹ ਕੇ ਰੱਖਣਾ ਤੁਹਾਨੂੰ, ਉਹ ਸਾਡੀ ਕਾਬਲੀਅਤ ਹੈ। ਬਸ ਮੈਂ ਇਹੀ ਕਹਿਣਾ। ਪਲੀਜ਼ ਇਸ ਵਿਸ਼ੇ ਤੇ ਗੱਲ ਨਾ ਕਰਿਓ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਕੰਸਰਨ ਪਹੁੰਚਾ ਦਿਓ, ਮੈਨੇਜਮੈਂਟ ਨੂੰ ਪਹੁੰਚਾ ਦਿਓ। ਮੈਨੇਜਮੈਂਟ ਸੁਣਦੀ ਹੈ, ਕਿਉਂਕਿ ਜਦ ਇੱਕ ਹੋਸਟ ਦੀ ਦੂਜੇ ਹੋਸਟ ਦੇ ਪ੍ਰੋਗਰਾਮ 'ਚ ਗੱਲ ਹੁੰਦੀ ਹੈ, ਸਾਡੇ ਆਪਸ ਵਿੱਚ ਸਾਡਾ ਖਲਜਗਣ ਪੈਂਦਾ। ਪਲੀਜ਼ ਮੈਨੂੰ ਸਮਝਿਓ ਇਸ ਗੱਲ ਨੂੰ। ਇੱਕੋ ਖੇਤ 'ਚ ਬੀਜੇ ਕਣਕ ਤੇ ਛੋਲੇ ਕੀ ਨੇ? ਇਹਨੂੰ ਬੇਰੜਾ ਕਹਿੰਦੇ ਨੇ, ਬੇਰੜਾ। ਖੰਡ ਘਿਓ ਤੇ ਸ਼ੱਕਰ ਪਾ ਕੇ ਬੰਦੇ ਨੂੰ ਵੀ ਕਈ ਵਾਰ ਕਹਿੰਦੇ ਨੇ, ਜਿਹੜਾ ਬੰਦਾ ਖਰਾਬ ਕਰੇ ਕਹਿੰਦੇ ਬੇਰੜਾ। ਬੇਰੜਾ ਤੂੰ ਜਿਹੜਾ ਸਿੱਧੀ ਗੱਲ ਨਾ ਕਰੇ, ਉਹਨੂੰ ਇਹ ਅਤ ਮਾੜਾ ਸ਼ਬਦ ਬੋਲ ਕੇ ਲੋਕ ਉਹਦੀ ਬੱਖੀ ਤੋੜਦੇ। ਕਹਿੰਦੇ ਬੇਰੜੇ ਦਾ ਤੇਰੇ ਦਾ ਕੀ ਹੈ, ਤਾਂ ਪੁੱਠੀ ਗੱਲ ਕਰਨੀ। ਘਿਓ, ਖੰਡ ਜਾਂ ਸ਼ੱਕਰ ਪਾ ਕੇ ਤਿਆਰ ਕੀਤਾ ਗਿਆ ਪਦਾਰਥ, ਉਹਨੂੰ ਵੋੜਵਾ ਕਹਿੰਦੇ, ਵੋੜਵਾ। ਵੇਰਵੇ ਨਾਲ ਤਫਸੀਲ ਦਿਓ, ਤਫਸੀਲ। ਮੁੰਜੀ ਲਾਉਣ ਵਾਲੀਆਂ ਲਾਬੀਆਂ, ਗਾਂ ਮੱਝ ਦੁੱਧ ਦਿੰਦਿਆਂ ਨੂੰ ਕਈ ਮਹੀਨੇ ਹੋ ਗਏ, ਤੋਕੜ ਹੋ ਗਈ, ਤੋਕੜ। ਬਾਲਣ ਝੋਕਾ, ਥਾਣੇਦਾਰ ਜਦ ਕਿਤੇ ਡਾਂਗ ਫੇਰਦਾ ਕਹਿੰਦਾ ਤੂੰ ਵੀ ਝੋਕਾ ਲਾਉਣ ਦਾ ਸ਼ੌਕੀਨ ਹੈ, ਝੋਕਾ ਤੂੰ ਵੀ ਲਾਉਂਦਾ ਲੱਗਦਾ। ਭੱਠ ਤੇ ਗੁੜ ਪਕਾਉਣ ਵਾਲਾ ਚੁੰਬਾ, ਚੁੰਬਾ ਉਹਨੂੰ ਕਹਿੰਦਾ। ਰਿਸ਼ਵਤ ਵੱਡੀ, ਬੱਕਰਾ ਜਿਹੜਾ ਖੱਸੀ ਨਾ ਕੀਤਾ ਹੋਵੇ, ਨਮੈਡ ਹੋਵੇ, ਜਿਹੜਾ ਗਾਂ ਪ੍ਰੋਡਕਸ਼ਨ ਦੇ ਸਕਦਾ, ਉਹਨੂੰ ਬੋਕ ਕਹਿੰਦੇ ਆ। ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਦੇ ਆ। ਸਰ ਹਰਜੀਤ ਸਿੰਘ, ਲਾਈਨ ਨੰਬਰ 1, ਕਾਲੇ ਸਾਹਿਬ। ਹੈਲੋ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ। ਸਤਿ ਸ਼੍ਰੀ ਅਕਾਲ ਬਾਈ ਜੀ। ਤੁਸੀਂ ਥੋੜਾ ਜਿਹਾ ਵਰਜਤਾ ਤੇ ਮੈਂ ਚਲੋ ਥੋੜੇ ਜਿਹੇ ਹੋਰ ਤਰੀਕੇ ਨਾਲ ਗੱਲ ਕਰਦਾ।
ਜੀ ਤੁਸੀਂ ਬਹੁਤ ਵਾਰੀ ਦੱਸਿਆ ਵੀ ਲੋਕ ਮਤਲਬ ਬਹੁਤ ਸੰਸਥਾਵਾਂ ਇੱਥੇ ਬਣੀਆਂ, ਬੜਾ ਉਹਨਾਂ ਨੇ ਮਤਲਬ ਕਮਿਊਨਿਟੀ ਨੇ ਕਿਹਾ ਸਾਡੀ ਮਦਦ ਕਰੋ, ਸਾਡਾ ਹੌਸਲਾ ਵਧਾਓ, ਸਾਨੂੰ ਮਤਲਬ ਪਲੇਟਫਾਰਮ ਜਦੋਂ ਉਹਨਾਂ ਨੇ ਲੈ ਲਏ ਤੇ ਫਿਰ ਉਹ ਕਹਿੰਦੇ ਜੀ ਹੁਣ ਤੁਸੀਂ ਕੌਣ ਹੋ। ਮਤਲਬ ਇਹੀ ਗੱਲ ਮੈਂ ਹੁਣ ਮਤਲਬ ਕੋਈ ਨਾਂ ਨਹੀਂ ਕਿਸੇ ਦਾ ਲੈਣਾ ਚਾਹੁੰਦਾ, ਹੁਣ ਉਹੀ ਗੱਲ ਹੁਣ ਹੋ ਰਹੀ ਹੈ ਵੀ ਹੁਣ ਜਦੋਂ ਗੱਲ ਕਰਦੇ ਹੋ ਕਿ ਤੁਸੀਂ ਕੌਣ ਹੋ, ਭਾਈ ਸਾਹਿਬ ਤੁਸੀਂ ਕੌਣ ਹੋ। ਜਦੋਂ ਨਹੀਂ ਮਿਲਿਆ ਸੀ ਉਦੋਂ ਕਹਿੰਦੀ ਭਾਈਚਾਰਾ ਸਾਡੇ ਨਾਲ ਆਵੇ, ਭਾਈਚਾਰਾ ਸਾਡਾ ਸਾਥ ਦੇਵੇ। ਮਤਲਬ ਉਹ ਗੱਲ ਆ ਵੀ ਜਿੱਦਣ ਮਾਈਕ ਹੱਥ 'ਚ ਆ ਗਿਆ ਫੇਰ ਕਹਿੰਦੇ ਤੁਸੀਂ ਕੌਣ ਹੋ। ਮਤਲਬ ਕਮਾਲ ਦੀ ਗੱਲ ਆ। ਦੂਜੀ ਗੱਲ ਇੱਕ ਇਹ ਵੀ ਆ ਵੀ ਬਹੁਤ ਲੋਕ ਇਹ ਕਹਿੰਦੇ ਆ ਵੀ ਕਹਿੰਦੇ ਸਾਨੂੰ ਸੁਣਦੇ ਬਹੁਤ ਆ, ਕਈ ਮੈਂ ਬਹੁਤਾਂ ਤੋਂ ਸੁਣਿਆ। ਮਤਲਬ ਇੱਕ ਨਾ ਮਤਲਬ ਘੋੜਾ ਖੜਾ ਉਹਦੀ ਖੂਬਸੂਰਤੀ ਦੇਖਦੇ ਆ ਲੋਕ ਵੀ ਦੇਖੋ ਕਿੰਨਾ ਸੋਹਣਾ ਉਹਦੇ ਅੰਗ ਪੈਰ ਨੇ, ਕਿੰਨੀ ਖੂਬਸੂਰਤ ਆ ਉਹਦੀ ਦਿੱਖ ਤੋਂ ਦੇਖ ਕੇ ਲੋਕ ਉਹਨੂੰ ਦੇਖਦੇ ਆ ਨਾ। ਇੱਕ ਗਧਾ ਵੀ ਖੜਾ ਹੁੰਦਾ, ਉਹ ਗਧਾ ਮਤਲਬ ਲਿਟਦਾ, ਉਹ ਚੱਕ ਚਿੱਕੜ ਮਾਰਦਾ ਤਾਂ ਉਹਨੂੰ ਵੀ ਲੋਕ ਦੇਖਦੇ ਆ। ਉਹ ਗਧੇ ਨੂੰ ਲੱਗਦਾ ਵੀ ਮੇਰੀ ਖੂਬਸੂਰਤੀ ਨੂੰ ਦੇਖਦੇ ਆ, ਕਿੰਨੇ ਲੋਕ ਮੈਨੂੰ ਖੜੇ ਦੇਖਦੇ ਆ। ਮਤਲਬ ਉਹਨੂੰ ਉਹ ਫੀਲਿੰਗ ਆਉਣ ਲੱਗ ਜਾਂਦੀ ਹੈ। ਘੋੜੇ ਵਾਲੀ ਵੀ ਮੈਨੂੰ ਵੀ ਬਹੁਤ ਦੇਖਦੇ ਆ ਲੋਕ। ਮਤਲਬ ਅਸਲ 'ਚ ਉਹਨੂੰ ਇਹ ਨਹੀਂ ਪਤਾ ਹੁੰਦਾ ਮੇਰਾ ਤਮਾਸ਼ਾ ਦੇਖਦੇ ਆ ਉਹ। ਮਤਲਬ ਇਹ ਵੀ ਦੋ ਗੱਲਾਂ ਹੈਗੀਆਂ ਵੀ ਘੋੜੇ ਤੇ ਗਧੇ ਵਾਲੀ ਫੀਲਿੰਗ ਵੀ ਹੁੰਦੀ ਆ ਵੀ ਉਹ ਫੀਲਿੰਗ ਲੋਕਾਂ 'ਚ ਹੋਰ ਹੁੰਦੀ ਆ, ਉਹਨਾਂ ਨੂੰ ਹੋਰ ਫੀਲਿੰਗ ਹੁੰਦੀ ਆ। ਇਹ ਵੀ ਦੇਖਣ ਵਾਲੀ ਗੱਲ ਆ। ਥੈਂਕ ਯੂ। ਧੰਨਵਾਦ ਜੀ ਕਾਲੇ ਸਾਹਿਬ, ਤੁਸੀਂ ਮੇਰੀ ਬੇਨਤੀ ਮੰਨੀ ਆ। ਦਿਓਲ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਲਾਈਨ ਨੰਬਰ 2? ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਦੇਖੋ ਚਲੋ ਦਿਸ਼ਾ ਦਾ ਕਿਉਂਕਿ ਅਸੀਂ ਸਾਡਾ ਉਹ ਉਧਰ ਸੰਘਰਸ਼ ਚਾਲੂ ਉਦਾਂ ਗੱਲ ਜ਼ਿਆਦਾ ਕਰ ਰਹੀ ਹੈ। ਜਿੱਦਾਂ ਹੁਣ ਤੁਸੀਂ ਉਹਦੀ ਬੋਲੀ ਵੀ ਜਦੋਂ ਕਰਦੇ ਆ ਨਾ ਉਹਦੇ ਇਹੀ ਚੀਜ਼ਾਂ ਹੁੰਦੀਆਂ। ਜਿੱਦਾਂ ਹੁਣ ਤੁਸੀਂ ਆਪਾਂ ਕੋਈ ਭਰਾ ਕਹਿੰਦਾ, ਕੋਈ ਬਾਈ ਕਹਿੰਦਾ, ਕੋਈ ਭਾਊ ਕਹਿੰਦਾ, ਕੋਈ ਮੰਨ ਲਓ ਵੀਰ ਕਹਿੰਦਾ, ਇਹ ਮੰਨ ਲਓ ਹੈਗੀ ਤਾਂ ਪੰਜਾਬੀ ਬੋਲੀ ਦੇ ਸਾਰੇ ਲਹਿਜੇ ਇਹ ਵੰਨ-ਸੁਵੰਨਤਾ ਹੈ ਸਾਡੀ। ਜੀ ਅਸੀਂ ਜੇ ਕਿਸੇ ਨੂੰ ਕਹੀਏ ਸਾਰਿਆਂ ਨੂੰ ਵੀ ਤੂੰ ਭਰਾ ਹੀ ਕਹਿ ਜਾਂ ਵੀਰ ਹੀ ਕਹਿ, ਭਾਊ ਕਹਿ ਜਾਂ ਬਾਈ, ਉਹ ਵੰਨ-ਸੁਵੰਨਤਾ ਟੁੱਟ ਜਾਂਦੀ ਆ। ਜਿੱਦਾਂ ਮੰਨਿਆ ਜਾਂਦਾ ਵੀ ਪੰਜਾਬ ਦੇ ਵਿੱਚ ਆਪਾਂ ਪੰਜਾਬੀ ਬੋਲੀ ਦਾ ਕਹਿੰਦੇ ਆ, ਪਰ ਇਹਦੇ ਵਿੱਚ ਘੱਟੋ ਘੱਟ ਵੀ ਮਾਝਾ, ਮਾਲਵਾ, ਦੁਆਬਾ, ਪੁਆਲ ਜਾਂ ਡੋਗਰੀ ਤੋਂ ਇਲਾਵਾ ਮਤਲਬ 37 ਤੋਂ ਵਧੇਰੇ ਇਹਦੇ ਲਹਿਜੇ ਆ ਜਿਹੜੇ ਸਾਰੇ ਹੀ ਉਹ ਮੁੱਖ ਬੋਲੀਆਂ ਇਹਦੇ ਅੰਦਰ। ਤੁਸੀਂ ਜਦੋਂ ਸੈਂਟਰਲਾਈਜ਼ ਚੀਜ਼ਾਂ ਕਰ ਦਿੱਤੀਆਂ ਜਾਂਦੀਆਂ ਉਹ ਸਾਰੀ ਉਹਦੀ ਵੰਨ-ਸੁਵੰਨਤਾ ਦਾ ਕਤਲ ਕਰ ਦਿੰਦੀਆਂ ਜੀ। ਜਦੋਂ ਅਸੀਂ ਅੱਜ ਕਿਤਾਬੀਕਰਨ ਕਰ ਦਿੱਤਾ, ਮੰਨ ਲਓ ਉਹਦੇ ਹੀ ਕਿਤਾਬਾਂ ਰਾਹੀਂ ਪੜ੍ਹਦੇ, ਜਦ ਕਿ ਇਹਦੀ ਸੰਭਾਲ ਹੋਣੀ ਚਾਹੀਦੀ ਹੁੰਦੀ ਆ ਇੱਕ ਬਲਾਕ ਪੱਧਰ ਤੱਕ। ਅੱਗੇ ਜਿਹੜੀ ਪੜ੍ਹਾਈ ਤਾਂ ਹੀ ਅੱਗੇ ਜਿਹੜੀ ਪਹਿਲੀ ਪੜ੍ਹਾਈ ਉਹ ਤਾਂ ਹੀ ਜਾਂ ਮਦਰਸਿਆਂ ਦੇ ਵਿੱਚ ਜਾਂ ਧਰਮਸ਼ਾਲਾ 'ਚ ਹੁੰਦੀ ਸੀਗੀ, ਉਹ ਇੱਕ ਵੰਨ-ਸੁਵੰਨਤਾ ਨੂੰ ਸਾਂਭਣ ਤੱਕ ਹੁੰਦੀ ਸੀਗੀ। ਹੁਣ ਮੈਂ ਉਹ ਗੱਲ ਇੱਕ ਹੋਰ ਕਰਦਾ ਵੀ ਚਲੋ ਸੰਘਰਸ਼ ਦੇ ਨਾਲ ਜੁੜੀ ਪਈ ਹਾਲੇ ਤੱਕ ਵੀ ਜਿਹੜੇ ਝੂਠ ਦੇ ਉਹਨਾਂ ਦੇ ਮੰਨ ਲਓ ਜੋ ਮਰਜ਼ੀ ਗੱਲ, ਕਿਉਂਕਿ ਮੈਂ ਤਾਂ ਇਹ ਕਹਿੰਦਾ ਹੁੰਦਾ ਵੀ ਚਲੋ ਹਰ ਇੱਕ ਹੋਸਟ ਨੂੰ ਜਾਂ ਹੱਕ ਆਪਣਾ ਜਿੱਦਾਂ ਦਾ ਇਸ਼ੂ ਲਿਆਉਣਾ ਲਿਆਵੇ, ਘੱਟੋ ਘੱਟ ਉਹਦਾ ਆਪਣਾ ਕੋਈ ਆਧਾਰ ਹੋਵੇ, ਦੂਜੇ ਨੂੰ ਮੌਕਾ ਰੱਖਣ ਦਾ ਦੇਵੇ। ਭਾਈ ਤੂੰ ਮਤਲਬ ਅਸੀਂ ਜੋ ਅੱਜ ਤੱਕ ਮੋਦੀ ਦੀ ਐਕਸੈਪਟ ਕਰਨੀ ਬਣਦੀ ਆ ਵੀ ਜਿਹੜਾ ਅੱਜ ਤੱਕ ਝੂਠ ਦਾ ਇੰਡੀਆ ਸਟੇਟ ਦਾ ਪਹਿਲਾ ਪਲੰਦਾ ਹੁੰਦਾ ਹੈਗਾ ਵੀ ਤੁਸੀਂ ਸੰਵਿਧਾਨਕ ਵਿੱਚ ਵਿਸ਼ਵਾਸ ਰੱਖੋ, ਏਕਤਾ ਕਰਦਾ, ਉਹਦੇ ਨਾਂ ਦੇ ਥੱਲੇ ਹੀ ਉਹਨੇ ਸਾਰਾ ਕੁਝ ਤੁਹਾਡੇ ਤੇ ਥੋਪਿਆ। ਉਹਨੇ ਕੋਈ ਤੋਂ ਬਾਹਰ ਜਾ ਕੇ ਨਹੀਂ ਥੋਪਿਆ। ਜਿਹੜਾ ਅਸੀਂ ਲੋਕ ਕਹਿੰਦੇ ਹੁੰਦੇ ਕਿ ਵੀ ਆ ਯਾਰ ਜਦ ਅਸੀਂ ਵੀ ਪਹਿਲਾਂ ਉਹਦੇ ਜੁੜੇ ਗਏ, ਸਾਨੂੰ ਕਹਿਣ ਵਾਲਿਆਂ ਨੇ ਦੱਸਿਆ, ਉਹਨਾਂ ਦੀ ਨਹੀਂ ਮੰਨਦੇ ਹੁੰਦੇ, ਅੱਜ ਸਾਨੂੰ ਪਤਾ ਲੱਗਣ ਲੱਗਾ। ਹੁਣ ਉਹੀ ਦੇਖੋ ਮੇਰਾ ਕਹਿਣ ਦਾ ਭਾਵ ਹੈ ਵੀ ਅਸੀਂ ਹਾਲੇ ਵੀ ਕੁਝ ਗਲਤੀਆਂ ਕਰ ਰਹੇ ਆ, ਕਿਸਾਨ ਆਗੂ ਵੀ ਜਾਂ ਕਿੱਦਾਂ ਆ। ਇੱਥੇ ਵੀ ਜਦੋਂ ਤੁਸੀਂ ਲੋਕਲ ਵੀ ਖੇਤੀਬਾੜੀ ਦਾ ਮਸਲਾ ਪੇਸ਼ ਕਰਦੇ ਆ, ਉਹਦੇ ਵਿੱਚ ਜਿਹੜੀ ਆ ਜਦੋਂ ਤੁਸੀਂ ਆਪਣਾ ਨੁਕਤਾ ਕੇਵਲ ਸੰਵਿਧਾਨਕ ਜਾਂ ਆਰਥਿਕ ਬਣਾ ਕੇ ਪੇਸ਼ ਕਰੋਗੇ, ਜਦਕਿ ਇਹ ਕਰਨੇ ਚਾਹੀਦੇ ਆ, ਪਰ ਜਦੋਂ ਤੁਸੀਂ ਇੱਥੇ ਤੱਕ ਕਰੋਗੇ ਇਹ ਤੁਹਾਡੇ ਲਈ ਨੁਕਸਾਨਦੇਹ ਹੋਊਗਾ। ਉਹ ਕਿੱਦਾਂ ਹੋਊਗਾ? ਮੰਨ ਲਓ ਇੰਡੀਅਨ ਸਟੇਟ ਜਿਹੜਾ ਨੁਕਤਾ ਪੇਸ਼ ਉਹ ਸੰਵਿਧਾਨਕ ਨੁਕਤੇ ਤੋਂ ਬੇਸ਼ੱਕ ਉਹ ਗਲਤ ਵੀ ਹੋਣ, ਪਰ ਸੁਪਰੀਮ ਕੋਰਟ ਉਹਨਾਂ ਕੋਲ ਆ, ਸਾਰਾ ਕੁਝ ਉਹਨਾਂ ਕੋਲ, ਮੀਡੀਆ ਉਹਨਾਂ ਕੋਲੋਂ ਨਹੀਂ ਸਹੀ ਹੋ ਜਾਣਾ। ਜੇ ਤੁਸੀਂ ਆਰਥਿਕ ਨੁਕਤੇ ਤੇ ਗੱਲ ਕਰੋਗੇ ਤਾਂ ਵੀ ਉਹਨੀ ਕਹਣਾ ਅਸੀਂ ਵਧੀਆ ਆਰਥਿਕ ਨੀਤੀਆਂ ਲੈ ਕੇ ਆ ਰਹੇ ਆ। ਤੁਹਾਨੂੰ ਇਹਦੇ ਵਿੱਚ ਆਪਣਾ ਮੰਨ ਲਓ ਕੁਦਰਤੀ ਤੇ ਸੱਭਿਆਚਾਰਕ ਜਾਂ ਧਰਮ ਦੇ ਜਿਹੜੀ ਸੇਧ ਆ ਉਹ ਸਾਰਾ ਕੁਝ ਲਿਆਉਣਾ ਪੈਣਾ, ਹੈਰੀਟੇਜ ਲਿਆਉਣਾ ਪੈਣਾ ਤੁਹਾਨੂੰ ਦੁਨੀਆ ਨੂੰ ਦੱਸਣ ਦੇ ਲਈ। ਜਦੋਂ ਤੁਸੀਂ ਇਹਦੇ ਨੂੰ ਹੈਰੀਟੇਜ ਇਨਵੋਲਵ ਕਰੋਗੇ, ਦੁਨੀਆ ਨੇ ਵੀ ਤੁਹਾਡੀ ਗੱਲ ਸਮਝਣੀ ਆ। ਤੁਸੀਂ ਇਹਨੂੰ ਆਰਥਿਕ ਤੌਰ ਤੇ ਪੇਸ਼ ਕਰਕੇ ਆਪਣਾ ਨੁਕਸਾਨ ਕਰਦੇ, ਜਦੋਂ ਕਹਿੰਦੇ ਨੇ ਧਰਮ ਨੂੰ ਅਲੱਗ ਰੱਖੋ ਜਾਂ ਇਦਾਂ ਕਰੋ, ਉਹ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੁੰਦੇ ਆ। ਕਿਉਂਕਿ ਇੱਥੇ ਆਪਾਂ ਜਿਹੜੀ ਖੇਤੀ ਦੀ ਗੱਲ ਤੁਸੀਂ ਕਰਦੇ ਨੇ, ਇਹਦੇ ਵਿੱਚ ਨੇਟਵਾਂ ਦੀ ਕਿਉਂ ਸੁਣੀ ਜਾਂਦੀ ਹੈ ਜਾਂ ਇੱਥੇ ਐਮਐਚ ਪੀਪਲ ਰਹਿੰਦੇ, ਉਹ ਆਪਣਾ ਪੱਖ ਜਿਹੜਾ ਆ ਉਹ ਆਪਣਾ ਹੈਰੀਟੇਜ ਪੱਖ ਮੋਹਰੇ ਲਿਆਉਂਦੇ, ਕੁਦਰਤੀ ਤੇ ਸੱਭਿਆਚਾਰਕ, ਉਹਦੇ ਵਿੱਚ ਹੀ ਉਹਨਾਂ ਦਾ ਆਰਥਿਕ ਪੱਖ ਆਪਣੇ ਆਪ ਆ ਜਾਂਦਾ ਉਹਦੇ ਵਿੱਚ। ਇੱਥੇ ਹੁਣ ਜਿਹੜੀ ਸਾਡੀ ਜਾਂ ਆਪਣੇ ਘਰਾਂ ਦੀ ਆਉਂਦੀ ਇੱਥੇ ਫਾਰਮਾਂ ਜਾਂ ਹੋਰ ਕੁਛ ਆ, ਉਹ ਅਸੀਂ ਬਾਰ-ਬਾਰ ਇਹ ਲਿਆਉਣੇ ਆ ਵੀ ਨਹੀਂ ਸਾਨੂੰ ਵੱਡੇ ਘਰ ਚਾਹੀਦੇ। ਅਸੀਂ ਇੱਕ ਪਾਸੇ ਆਪਣਾ ਸੱਭਿਆਚਾਰਕ ਪੱਖ ਅਸੀਂ ਇਕੱਠੇ ਰਹਿਣਾ ਚਾਹੁੰਦੇ, ਦੂਜੇ ਅਸੀਂ ਕਹਿੰਦੇ ਨੇ ਸਾਨੂੰ ਕਿਰਾਇਆ ਵਾਧੂ ਦੇਣਾ ਪੈਂਦਾ, ਸਾਡਾ ਘਰ ਉਹ ਨਹੀਂ ਢਾਹ ਦੇਣਾ। ਇਸ ਕਰਕੇ ਤੁਸੀਂ ਆਪਣੀ ਆਰਥਿਕ ਦਾ ਪੱਖ, ਉਹ ਕਹਿੰਦੇ ਤੁਸੀਂ ਹੈਰੀਟੇਜ ਪੱਖ ਦੱਸਦੇ ਨਹੀਂ, ਫਿਰ ਘਰ ਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ, ਅਸੀਂ ਇਹ ਵੀ ਰੱਖਣਾ ਸਾਂਭ ਕੇ। ਮੇਰਾ ਕਹਿਣ ਦਾ ਭਾਵ ਸਮੁੱਚੇ ਸੰਘਰਸ਼ ਜਿੱਥੇ ਵੀ ਦੁਨੀਆ ਦੇ ਵਿੱਚ
ਸੰਵਿਧਾਨਕ ਤੇ ਆਰਥਿਕ ਪੱਖ ਦੇ ਨਾਲ ਨਾਲ ਤੁਹਾਡਾ ਪੱਖ ਤਾਂ ਵੱਡਾ ਹੋਊਗਾ ਜੇ ਇਹਨੂੰ ਹੈਰੀਟੇਜ ਪੱਖ ਤੋਂ ਪੇਸ਼ ਕਰੋਗੇ। ਉਹ ਅਸੀਂ ਬਹੁਤ ਵੱਡੀ, ਸਾਡੀਆਂ ਕਿਸਾਨ ਆਗੂ ਵੀ ਤੇ ਅਸੀਂ ਵੀ ਇੱਥੇ ਜਦੋਂ ਉਹ ਤੋਂ ਦੂਰ ਰਹਿਣ ਦੀ ਗੱਲ ਕਰ ਰਹੇ ਜਦ ਕਿ ਇਹਨੇ ਤੁਹਾਡਾ ਨੁਕਸਾਨ ਕਰਨਾ। ਅੱਜ ਮੰਨ ਲਓ ਆਰਥਿਕ ਪੱਖ ਨੇ ਸਾਰੇ ਸਾਡੇ ਜਾੜੇ ਕੀਤੇ ਹੋ ਜਿੰਨੇ ਕੁਦਰਤੀ ਤੇ ਸੱਭਿਆਚਾਰਕ ਜਾੜੇ ਹੋਏ। ਜੀ ਜੀ ਜੋ ਸਭ ਧੰਨਵਾਦ। ਯੂਕਨੈਕਟ ਵਾਇਰਲੈਸ ਤੇ ਆਈਫੋਨ 11 ਸੀਰੀਜ਼ ਜਿਹੜੀ ਸੈਮਸੰਗ ਤੇ S20 600 ਬਿਲ ਕ੍ਰੈਡਿਟ $30 ਜਿਹੜਾ 12 ਮੰਥ ਤੇ 12 ਮਹੀਨੇ ਤੇ ਇੱਕ ਆਈਫੋਨ ਲੈਣਾ ਤਾਂ $30 ਤੇ ਮਿਲਣੇ। ਸੈਮਸੰਗ ਫੋਨ ਲੈਓਗੇ ਤੇ ਨਾਲ ਉਹਦੇ ਇੱਕ ਫ੍ਰੀ ਟੈਬਲੇਟ ਹੈ। ਟੈਕਸੀ ਇੰਡਸਟਰੀ ਟਰੱਕਿੰਗ ਇੰਡਸਟਰੀ ਸਪੈਸ਼ਲ ਪਲਾਨ ਨੇ 604 578 0800 604 712 9100। ਕੱਲ੍ਹ ਨੂੰ ਵਰਚੁਅਲ ਲਾਈਵ ਔਨ ਲੋਕੇਸ਼ਨ ਹੋਣੀ ਹੈ 1 ਤੋਂ 5 ਵਜੇ ਤੱਕ ਯੂ ਕਨੈਕਟ ਵਾਇਰਲੈਸ ਤੇ, ਯਾਦ ਰੱਖਿਓ। ਤੇ ਨਾਲ ਇਹ ਰਾਈਡਵੇ ਟਰਾਂਸਪੋਰਟ ਵਾਲਿਆਂ ਨੂੰ ਡਰਾਈਵਰ ਚਾਹੀਦਾ ਹੈ 604 720 35 ਡਰਾਈਵਰ ਚਾਹੀਦੇ ਨੇ 720 35 99। 15 ਸਾਲ ਹੋ ਗਏ ਇੰਡਸਟਰੀ 'ਚ, 1 ਸਾਲ ਦਾ ਪੋਰਟ ਦਾ ਐਕਸਪੀਰੀਅੰਸ ਹੋਵੇ ਬੰਦਰਗਾਹ ਦਾ 604 720 35 99 ਰਾਈਡਵੇ ਟਰਾਂਸਪੋਰਟ। ਸਰ ਜਸਵੀਰ ਸਿੰਘ ਜੀ ਲਾਈਨ ਨੰਬਰ 1। ਧੰਨਵਾਦ ਸਰਦਾਰ ਜੀ। ਤੁਸੀਂ ਸ਼ਬਦਾਂ ਦੀ ਬੋਲੀ ਦੀ ਉਹਨਾਂ ਦੇ ਦੋ ਨੌਆਂ ਦੀ ਗੱਲ ਕਰਦੇ ਹੋ ਜੀ। ਜਿਹੜੇ ਸ਼ਬਦ ਤੁਸੀਂ ਬੋਲੇ ਨੇ ਨਾ ਉਹਨਾਂ ਦੇ ਵਿੱਚ ਬਹੁਤਾ ਜ਼ਿਆਦਾ ਸੁਮੇਲ ਉਰਦੂ ਸ਼ਬਦਾਂ ਦਾ ਜ਼ਿਆਦਾ। ਉਹਦਾ ਕਾਰਨ ਹੈ ਜੀ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਤੋਂ ਜਿਹੜੇ ਉਰਦੂ ਬੋਲੀ ਜਿਹੜੀ ਹੈ ਨਾ ਉਹ ਸਾਡੀ ਪੇਂਡੂ ਬੋਲੀ 'ਚ ਸਹਿਯੋਗ ਕਰਦੀ ਸੀ। ਉਹਨਾਂ ਸ਼ਬਦਾਂ ਨੂੰ ਅਸੀਂ ਫਿਰ ਬੋਲੀ ਜਿਹੜੀ ਸਾਡੀ ਆਮ ਲਿਖਤੀ ਨਹੀਂ ਜਿਹੜੀ ਸਾਡੀ ਬੋਲਣ ਵਿੱਚ ਆਉਂਦੀ ਸੀ ਉਹਦੇ ਵਿੱਚ ਅਸੀਂ ਗੱਲਬਾਤ ਦੇ ਲਹਿਜੇ 'ਚ ਉਹਨੂੰ ਵਰਤਦੇ ਆ। ਹੁਣ ਸਾਡੀ ਤੁਸੀਂ ਉਹਦੀ ਉਦਾਹਰਨ ਹੁਣ ਦੇਖੋ, ਜਿਹੜੇ ਅਸੀਂ ਬਾਹਰ ਆ ਗਏ ਜਾਂ ਸਾਡੇ ਜਿਹੜੇ ਹੁਣ ਬੱਚੇ ਆ ਰਹੇ ਨੇ ਉਹ ਜਦੋਂ ਪੰਜਾਬੀ ਦੀ ਗੱਲ ਕਰਦੇ ਨੇ ਉੱਥੇ ਜਿੱਥੇ ਕਹਿਣਾ ਸੀ ਮੈਂ ਕਹਿਣਾ ਵਾਹ ਜਾਂ ਕਹੂੰਗਾ, ਇਹ ਜਿਹੜੇ ਸ਼ਬਦਾਂ ਦਾ ਸੁਮੇਲ ਆ ਨਾ ਉਹ ਨਹੀਂ ਹੁੰਦਾ। ਉਹਦਾ ਕਾਰਨ ਇਹ ਹੈ ਕਿ ਸਾਨੂੰ ਉਹ ਬੋਲੀ ਜਿਹੜੀ ਬੋਲਣ ਦੇ ਵਿੱਚ ਮਾਪਿਆਂ ਤੋਂ, ਪਿੰਡ ਦੇ ਲੋਕਾਂ ਤੋਂ ਜਾਂ ਸਾਡੇ ਕੰਮਕਾਰ ਦੇ ਵਿੱਚ ਸਹਿਯੋਗੀ ਜਿਹੜੇ ਸਾਨੂੰ ਬੋਲ ਕੇ ਦੱਸਦੇ ਸੀ ਨਾ, ਉਹ ਬੋਲੀ ਸਾਨੂੰ ਸੁਣਨੋਂ ਹਟ ਗਈ। ਇਸ ਕਰਕੇ ਸ਼ਬਦ ਜਿਹੜੇ ਨੇ ਉਹ ਸਭ ਤੋਂ ਵਿਸਰ ਗਏ। ਸਮਾਂ ਪਾ ਕੇ ਸ਼ਬਦਾਂ ਦਾ ਈਵਨ ਜਿਹੜੇ ਨਾਂ ਵੀ ਹੁੰਦੇ ਨੇ ਅਸੀਂ ਬਚਪਨ 'ਚ ਜਿੰਨਾ ਦੋਸਤਾਂ ਮਿੱਤਰਾਂ ਨਾਲ ਜਾਂ ਰਿਸ਼ਤੇਦਾਰਾਂ ਨਾਲ ਵਰਤਦੇ ਰਹੇ, ਲੰਮਾ ਸਮਾਂ ਜੇ ਨਾ ਵਰਤੇ ਤਾਂ ਸਾਨੂੰ ਉਹਨਾਂ ਦੇ ਕਈਆਂ ਦੇ ਨਾਂ ਵੀ ਹੁਣ ਨਹੀਂ ਆਉਂਦੇ। ਸੋ ਸਿਮਰਤੀ ਦੇ ਵਿੱਚ ਉਹੀ ਚੀਜ਼ ਟਿਕੀ ਰਹਿੰਦੀ ਆ ਜਿਹੜੀ ਚੀਜ਼ ਨੂੰ ਅਸੀਂ ਵਾਰ-ਵਾਰ ਸੁਣਦੇ ਆ ਜਾਂ ਬੋਲਦੇ ਆ। ਸੋ ਇਹ ਜਿਹੜੇ ਤੁਸੀਂ ਸ਼ਬਦ ਦੱਸੇ ਨੇ ਇਹਨਾਂ ਦਾ ਬਹੁਤਾ ਸੰਬੰਧ ਸਾਡੀ ਪੇਂਡੂ ਜ਼ਿੰਦਗੀ ਦੇ ਨਾਲ ਹੈ। ਸੋ ਜਦੋਂ ਮਨੁੱਖ ਪੇਂਡੂ ਜ਼ਿੰਦਗੀ ਤੋਂ ਲਾਂਭੇ ਹੋ ਜਾਂਦਾ, ਸ਼ਬਦਾਂ ਦਾ ਜਿਹੜਾ ਨਾ ਵਿਸਰਨਾ ਕੁਦਰਤੀ ਹੈ। ਸੋ ਚੰਗੀ ਲੱਗਿਆ। ਇੱਕ ਮੈਂ ਕਮੈਂਟ ਜਿਹੜਾ ਅੱਜ ਦਾ ਸਮਾਂ ਚੱਲ ਰਿਹਾ ਆਪਣਾ ਸੰਘਰਸ਼ ਆ ਉਹਦੇ ਤੇ ਕਰਨੀ ਚਾਹੁੰਦਾ ਜੀ। ਦੇਖੋ ਅਸੀਂ ਇਹ ਗੱਲ ਕਹਿੰਦੇ ਆ ਵੀ ਇਹਦੇ 'ਚ ਜਿੱਤ ਹੋਊਗੀ ਜਾਂ ਹਾਰ ਹੋਊਗੀ, ਮਸਲਾ ਇਹ ਬਿਲਕੁਲ ਨਹੀਂ ਹੈ। ਜੇ ਅਸੀਂ ਸਿੱਖ ਇਤਿਹਾਸ ਨੂੰ ਜਾਂ ਕੌਮੀ ਇਤਿਹਾਸ ਨੂੰ ਜਾਂ ਆਪਣੇ ਪੰਜਾਬ ਦੇ ਖਿੱਤੇ ਦੇ ਇਤਿਹਾਸ ਨੂੰ ਵੇਖੀਏ, ਜਿੱਤ ਦਾ ਮਤਲਬ ਅੱਜ ਸਾਡੀ ਪਕੜ ਵਿੱਚ ਇਹ ਆ ਕਿ ਜਿਹੜੀ ਚੀਜ਼ ਮੈਂ ਮੰਗ ਲਈ ਮੈਂ ਤੇ ਕਬਜ਼ਾ ਕਰ ਲਾਂ, ਅਸੀਂ ਇਹਨੂੰ ਜਿੱਤ ਸਮਝਦੇ ਹਾਂ। ਲੇਕਿਨ ਕੌਮਾਂ ਦੀ ਤੇ ਜਿਹੜੇ ਸੰਘਰਸ਼ ਚੱਲਦੇ ਨੇ ਉਹਨਾਂ ਦੀ ਜਿੱਤ ਹੁੰਦੀ ਆ ਵੀ ਜਿਹੜੀ ਪ੍ਰਾਪਤੀ ਦੀ ਖਾਤਰ ਅਸੀਂ ਹਮਲਾ ਮਾਰਿਆ, ਉਸ ਹਮਲੇ ਦਾ ਅਸਰ ਜਿਹੜਾ ਹੈ ਉਹ ਕਿੰਨੇ ਕੁ ਲੋਕਾਂ ਨੇ ਕਬੂਲ ਕਰ ਲਿਆ। ਜੇ ਉਹ ਅਸਰ ਨੂੰ ਬਹੁ ਗਿਣਤੀ ਲੋਕ ਕਬੂਲ ਕਰ ਜਾਣ ਤਾਂ ਉਹਦੀ ਪ੍ਰਾਪਤੀ ਦਾ ਜਿਹੜਾ ਪੰਧ ਹੈ ਜਾਂ ਜਿਹੜਾ ਉਹਦਾ ਅਖੀਰ ਹੈ ਉਹ ਫਿਰ ਨੇੜੇ ਹੋ ਜਾਂਦਾ। ਉਹ ਨੇੜੇ ਕਈ ਵਾਰੀ ਬਿਲਕੁਲ ਨੇੜੇ ਵੀ ਹੁੰਦਾ, ਕਈ ਵਾਰੀ ਥੋੜਾ ਜਿਹਾ ਪਲਾਂਘਾ ਪੱਟ ਕੇ ਗਾਂਹ ਵੀ ਖੜੋਤਾ ਹੁੰਦਾ, ਉਹਨੂੰ ਥੋੜਾ ਜਿਹਾ ਸਮਾਂ ਲੱਗਦਾ। ਸੋ ਸਾਨੂੰ ਇਸ ਢੰਗ ਨਾਲ ਵੇਖਣਾ ਚਾਹੀਦਾ। ਮੈਂ ਅੱਜ ਦੇਖ ਰਿਹਾ ਸੀ ਇੱਕ 9 ਮਹੀਨਿਆਂ ਦੀ ਬੱਚੀ ਇੱਕ ਮਾਂ ਲੈ ਕੇ ਉੱਥੇ ਸੰਘਰਸ਼ ਵਿੱਚ 22 ਦਿਨਾਂ ਤੋਂ ਬੈਠੀ ਹੈ। ਸਭ ਤੋਂ ਛੋਟਾ ਬੱਚਾ ਸੰਘਰਸ਼ ਦੇ ਵਿੱਚ ਸ਼ਮੂਲੀਅਤ ਕਰ ਰਿਹਾ ਉਹ। ਔਰ ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਉਹਦੇ ਨਾਲ ਇੱਕ 9 ਸਾਲ ਦੀ ਬੱਚੀ ਹੈ, ਇੱਕ ਮਾਂ ਵਾ, ਇੱਕ ਉਹਦਾ ਘਰ ਵਾਲਾ। ਇਹ ਜਿਹੜੀ ਦ੍ਰਿੜਤਾ ਹੈ, ਇਹ ਜਿਹੜਾ ਵਿਸ਼ਵਾਸ ਹੈ ਔਰ ਇਹ ਜਿਹੜਾ ਆਪਣਾ ਹੌਸਲਾ, ਇਹ ਹੌਸਲਾ ਸਾਨੂੰ ਜਿੱਤ ਦੀਆਂ ਬਰੂਹਾਂ ਦਾ ਮਤਲਬ ਜਿਹੜਾ ਦਰਵਾਜ਼ਾ ਖੋਲ੍ਹਦਾ। ਔਰ ਸਾਨੂੰ ਇਹਦੇ 'ਚ ਇਹ ਗੁਰੂ ਸਾਹਿਬ ਵੀ ਸਾਨੂੰ ਇਹ ਗੱਲ ਕਹਿੰਦੇ ਨੇ, ਸਾਡੇ ਪੁਰਖਿਆਂ ਨੇ ਵੀ ਇਹ ਗੱਲ ਕਹੀ ਸੀ, ਜ਼ਮੀਰ ਦਾ ਮਰ ਜਾਣਾ ਹਾਰਨਾ ਹੁੰਦਾ ਜਾਂ ਮੌਤ ਹੁੰਦੀ ਹੈ। ਸੋ ਇਸ ਕਰਕੇ ਸਾਨੂੰ ਆਪਦੀ ਜ਼ਮੀਰ ਦੇ ਵਿੱਚ, ਸਾਡੇ ਖਿਆਲਾਂ ਦੇ ਵਿੱਚ, ਸਾਡੀ ਸਿਮਰਤੀ ਦੇ ਵਿੱਚ ਇਹ ਚੀਜ਼ਾਂ ਨੂੰ ਘਰ ਕਰ ਲੈਣਾ ਚਾਹੀਦਾ। ਇਹ ਸਾਡੇ ਹੱਕ ਨੇ। ਅਸੀਂ ਜਦੋਂ ਇਹ ਗੱਲ ਕਈ ਵਾਰੀ ਭਾਰ ਦੇ ਕੇ ਸੁਣਦੇ ਜਾਂ ਕਹਿੰਦੇ ਆ ਨਾ ਸਰਕਾਰਾਂ ਜੀ ਉਹਨਾਂ ਕੋਲੇ ਫਲਾਨਾ ਕੁਛ ਆ, ਉਹਨਾਂ ਕੋਲ
ਸਰਕਾਰਾਂ ਕੋਲ ਹਮੇਸ਼ਾ ਹੀ ਰਿਹਾ। ਜਿੱਦਣ ਸਰਕਾਰਾਂ ਸਿੱਖ ਜਿਹੜੇ ਸੀ ਉਹ 2-2 4-4 ਸੜਕਾਂ ਤੇ ਖੜਦੇ ਸੀ, ਉਦਣ ਵੀ ਸਰਕਾਰਾਂ ਕੋਲ ਇੰਨੀ ਤਾਕਤ। ਸੋ ਤਾਕਤ ਹਮੇਸ਼ਾ ਸਰਕਾਰਾਂ ਕੋਲ ਜ਼ਿਆਦਾ ਰਹਿੰਦੀ ਹੈ, ਲੇਕਿਨ ਉਹ ਤਾਕਤ ਦਾ ਜਿਹੜਾ ਬਲ ਹੁੰਦਾ ਨਾ, ਉਹਦੇ ਵਿੱਚ ਜਿਹੜਾ ਸਰਕਾਰਾਂ ਨੂੰ ਭਰੋਸਾ ਹੁੰਦਾ, ਉਹ ਹੁੰਦਾ ਲੁਕਾਈ ਦਾ। ਜਦੋਂ ਲੁਕਾਈ ਦੇ ਵਿੱਚ ਇਹ ਅਹਿਸਾਸ ਪੈਦਾ ਹੋ ਜਾਵੇ ਕਿ ਅਸੀਂ ਇਸ ਦੇ ਨਾਲ ਸਹਿਮਤੀ ਨਹੀਂ ਜਤਾਉਣੀ, ਤਾਂ ਬਾਕੀ ਦੀਆਂ ਜਿਹੜੀਆਂ ਤਲਵਾਰਾਂ ਤੋਪਾਂ ਨੇ ਬਾਈ ਜੀ ਉਹ ਖੜੀਆਂ ਰਹਿ ਜਾਂਦੀਆਂ ਨੇ ਜਾਂ ਲੋਕ ਛੱਡ ਕੇ ਭੱਜ ਲੈਂਦੇ ਨੇ। ਸੋ ਇਸ ਕਰਕੇ ਸਾਨੂੰ ਇਸ ਆਸ ਦੇ ਨਾਲ ਔਰ ਇਸ ਵਿਲੱਖਣ ਵਿਚਾਰ ਦੇ ਨਾਲ ਸਹਿਮਤ ਹੋਣਾ ਚਾਹੀਦਾ, ਔਰ ਸਾਨੂੰ ਉਹਨਾਂ ਲੋਕਾਂ ਦੀ ਤਿਲ ਫੁੱਲ ਦੀ ਔਰ ਆਪਣੇ ਜ਼ੁਬਾਨ ਦੇ ਨਾਲ, ਆਪਣੀ ਲਿਖਤ ਦੇ ਨਾਲ ਔਰ ਆਪਣੇ ਬੋਲਾਂ ਦੇ ਨਾਲ ਸਹਿਯੋਗ ਦਿੰਦਾ ਰਹਿਣਾ ਚਾਹੀਦਾ। ਜਿਹੜਾ ਵੀ ਵਿਅਕਤੀ ਜਿੱਥੇ ਬੈਠਾ ਹਾਂ ਦਾ ਨਾਅਰਾ ਮਾਰਨਾ ਵੀ ਓਨਾ ਹੀ ਬੁਲੰਦ ਕਰਦਾ ਜਿੰਨਾ ਮਨੁੱਖ ਆਪ ਸਰੀਰਕ ਤੌਰ ਤੇ ਜਾ ਕੇ ਉਹਦੇ 'ਚ ਦਾਖਲਾ ਲੈਂਦਾ। ਬਹੁਤ ਧੰਨਵਾਦ ਸਰਦਾਰ ਬਹਾਦਰ ਤੁਹਾਡਾ, ਮਿਹਰਬਾਨੀ। ਧੰਨਵਾਦ ਜੀ। ਰੰਜਿਸ਼ ਨੂੰ ਕਹਿੰਦੇ ਕਿੜ ਵੀ ਕਹਿੰਦੇ ਰਹੇ ਆਪਾਂ, ਕਹਿੰਦਾ ਕਿੜ ਕੱਢਦਾ ਕਿੜ। 5 ਕਿਲੋ ਨੂੰ ਧੜੀ ਪਿੰਡਾਂ 'ਚ ਆਪਾਂ ਕਹਿੰਦੇ ਰਹੇ ਹਾਂ। ਪਾਣੀ ਫਿਰਨਾ ਪੀਚ, 10 ਮਣ ਨੂੰ ਮਾਣੀ ਕਹਿੰਦੇ ਰਹੇ ਹਾਂ। ਕੱਚੇ ਖਰਬੂਜਿਆਂ ਨੂੰ ਕਚਰੇ ਕਹਿੰਦੇ ਰਹੇ ਹਾਂ। ਕਚਰੇ, ਕਰਚੇ ਤੇ ਕਚਰੇ 2 ਸ਼ਬਦ ਹੈ। ਕਰਚੇ ਜਦ ਕਣਕ ਵੱਢ ਦਿੰਦੇ ਆ, ਬਰਾਬਰੋਂ ਜਿਹੜਾ ਖੁੱਬਦਾ ਹੁੰਦਾ ਸੀ ਚੱਪਲ ਦੇ ਵਿੱਚ ਦੀ, ਉਹਨੂੰ ਕਚਰੇ ਕਹਿੰਦੇ। ਦੁੱਧ ਸ਼ੀਰ ਕਹਿੰਦੇ ਆ। ਚਰਨ ਸਿੱਧੂ ਜੀ, ਲਾਈਨ ਨੰਬਰ 2। ਸਿੱਧੂ ਸਾਹਿਬ, ਹੈਲੋ, ਸੌਰੀ, ਰਣਜੀਤ ਸਿੰਘ ਜੀ, ਲਾਈਨ ਨੰਬਰ 2। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਜਿਹੜਾ ਸੰਘਰਸ਼ ਚੱਲ ਰਿਹਾ, ਸੜਕਾਂ ਤੇ ਬੈਠੇ ਆ, ਇਹਦਾ ਜ਼ਿੰਮੇਵਾਰ ਕੌਣ ਆ? ਅਸੀਂ। ਜਦੋਂ ਅਸੀਂ ਵੋਟ ਪਾਉਂਦੇ ਆ, 48% ਕ੍ਰਿਮੀਨਲ ਲੋਕਾਂ ਨੂੰ ਆਪਾਂ ਵੋਟ ਪਾਈ ਆ। ਆਪਾਂ ਜਦੋਂ ਵੋਟਾਂ ਪਾਉਣ ਵਾਲੇ ਇਸ ਤਰ੍ਹਾਂ ਦੇ ਕੈਂਡੀਡੇਟ ਚੁਣਾਂਗੇ, ਦੇਖੋ ਇੱਕ ਇਹੋ ਜਿਹਾ ਤੁਸੀਂ ਪ੍ਰਧਾਨ ਮੰਤਰੀ ਦੇਸ਼ ਦਾ ਬਣਾ ਦਿੱਤਾ, 130 ਕਰੋੜ ਲੋਕਾਂ ਨੂੰ ਉਹਨੇ ਰਿਪਰੈਜ਼ੈਂਟ ਕਰਨਾ। ਉਹਦੀ ਕੁਆਲੀਫਿਕੇਸ਼ਨ ਕੀ ਆ? ਕਦੀ ਉਹਦੀਆਂ ਸਾਰੀਆਂ ਇੰਟਰਵਿਊਆਂ ਸੁਣ ਲਓ। ਉਹ ਪਹਿਲਾਂ ਤੇ ਸ਼ੁਰੂ ਚ ਕਹਿੰਦਾ ਮੈਂ ਅੰਡਰ ਮੈਟ੍ਰਿਕ ਹਾਂ, ਫਿਰ ਉਹ ਮੈਟ੍ਰਿਕ ਤੇ ਆਉਂਦਾ, ਫਿਰ ਉਹ BA ਤੇ ਆਉਂਦਾ, ਫਿਰ ਉਹ, ਔਰ ਉਹਦੀ ਡਿਗਰੀ ਉਸ ਦਿਨ ਇਸ਼ੂ ਕੀਤੀ ਗਈ ਹੈ ਜਦੋਂ ਸੰਡੇ ਹੁੰਦੇ, ਛੁੱਟੀ ਹੁੰਦੀ ਹੈ, ਵੀ ਕਿਉਂਕਿ ਪਤਾ ਨਹੀਂ ਹੁੰਦਾ ਤਰੀਕ ਕਿਹੜੀ ਪਾਉਣੀ ਹੈ। ਇਹ ਸਾਨੂੰ ਹੁਣ ਅੱਜ ਕਿਸਾਨ ਉੱਥੇ ਬੈਠੇ ਨੇ, ਜੇ ਮੈਂ ਕਹਿੰਦਾ ਉੱਥੇ ਇਹਨਾਂ ਦੀ ਕੋਈ ਵੀ ਨਾ ਸੁਣਵਾਈ ਹੋਵੇ, ਇੱਕ ਗੱਲ ਆਪਣੇ ਦਿਲ ਚ ਲਾਇਆ ਹੁਣ ਵੀ ਵੋਟ ਉਸ ਬੰਦੇ ਨੂੰ ਪਾਉਣੀ ਹੈ ਜਿਹਦਾ ਕ੍ਰਿਮੀਨਲ ਰੈਕਡ ਹੈ ਨਹੀਂ। 48% ਜਿਹੜੇ ਨੇ ਉਹ ਕ੍ਰਿਮੀਨਲ ਬੈਠੇ, ਤੇ ਕ੍ਰਿਮੀਨਲਾਂ ਤੋਂ ਤੁਸੀਂ ਕਿਵੇਂ ਜਸਟੀਫਿਕੇਸ਼ਨ ਲੈ ਲਓਗੇ? ਅਸਲ ਵਿੱਚ ਇਹ ਆ ਵੀ ਉਹ ਜਿਹੜੇ ਉੱਤੇ ਬੈਠੇ ਨੇ, ਇੱਕ ਤੇ ਜਿਹੜੇ ਫੰਡਿੰਗ ਆ, ਇੱਥੇ ਦੇਖੋ ਆਪਾਂ ਇਹਨਾਂ ਨੇ ਵਧੀਆ ਜਿਹੜਾ ਕੈਨੇਡਾ ਦੇ ਵਿੱਚ ਇਹਨਾਂ ਨੇ ਕਾਰਪੋਰੇਸ਼ਨ ਫੰਡਿੰਗ ਉੱਤੇ ਬੈਨ ਲਾਇਆ। ਉੱਥੇ ਕੋਈ ਟਰਾਂਸਪੇਰੈਂਸੀ ਨਹੀਂ। ਅਬਾਨੀਆਂ ਅਡਾਨੀਆਂ ਨੇ 90,000 ਕਰੋੜ ਰੁਪਈਆ ਚਾੜਤਾ ਹੈ, ਉਹ ਹੁਣ ਕਿਸ ਤਰ੍ਹਾਂ ਥੱਲੇ ਉਤਰੂਗਾ? ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਹਾਂ ਸੰਘਰਸ਼ ਚੜ੍ਹਦੀ ਕਲਾ ਵਿੱਚ ਆ। ਦੇਖੋ ਇੱਥੇ ਜਿੱਤ ਹਾਰ ਦਾ, ਮੈਂ ਮੇਰੇ ਤੋਂ ਪਹਿਲਾਂ ਵੀ ਕਾਲਰ ਕਹਿ ਗਿਆ ਵੀ ਜਿੱਤ ਹਾਰ ਦਾ ਕੋਈ ਰੌਲਾ ਨਹੀਂ। ਮਤਲਬ ਲੋਕਾਂ ਨੇ ਇੰਨਾ ਜ਼ਰੂਰ ਦੱਸ ਦਿੱਤਾ ਹੈ ਕਿ ਜੇ ਅਸੀਂ ਚਾਹੀਏ ਤਾਂ ਕੁਛ ਵੀ ਕਰ ਸਕਦੇ ਹਾਂ, ਕਿਸੇ ਨੂੰ ਵੀ ਰੋਕ ਸਕਦੇ ਹਾਂ। ਉਹ ਹੁਣ ਇਹ ਆ ਕਿ ਸਭ ਤੋਂ ਪਹਿਲਾਂ ਜ਼ਰੂਰੀ ਆ, ਜਿਹੜੀ ਇੱਥੇ ਕੀ ਹੁੰਦਾ ਕੀ ਨਹੀਂ, ਲੰਮੀ ਲੜਾਈ ਆ, ਮੈਨੂੰ ਪਤਾ ਉਹਨਾਂ ਨੇ ਖੱਜਲ ਕਰਨਾ ਹੈ। ਕਦੀ ਕੋਈ ਕਮੇਟੀ ਬਣਾਉਣਗੇ, ਕੋਈ ਉਹਨਾਂ ਦੇ ਅਜੇ ਕੋਈ ਉਹਨਾਂ ਦਾ ਤੀਰ ਚੱਲ ਨਹੀਂ ਰਿਹਾ ਜੀ। ਦੇਖੋ, ਇੱਕ 65% ਜਿਹੜੇ ਲੋਕ ਨੇ ਉਹਨਾਂ ਨੂੰ ਪੁਲਿਸ ਤੋਂ ਡਰਦੇ ਨੇ ਵੀ ਪੁਲਿਸ ਹੋਣਾ ਤਾਂ ਚਾਹੀਦਾ ਵੀ ਪੁਲਿਸ ਆ ਗਈ ਤੇ ਸਾਡੇ ਕੋਲ ਪੁਲਿਸ ਵਾਲਾ ਆ ਜਾਵੇ, ਆਪਾਂ ਆਣ ਕਹਿੰਦੇ ਵੀ ਹਾਂ ਹੁਣ ਸੇਫਟੀ ਹੋ ਗਿਆ, ਆਪਾਂ ਰਾਈਟ ਵੇ, ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਅਸੀਂ 911 ਕਾਲ ਕਰਦੇ। 65 FIR ਉਹਨਾਂ ਚਿਰ ਦਰਜ ਨਹੀਂ ਹੁੰਦੀਆਂ ਜਿੰਨਾ ਚਿਰ MLA ਦੀ ਜਾਂ ਕਿਸੇ ਸਰਪੰਚ ਦਾ ਜਾਂ ਕਿਸੇ ਦਾ ਫੋਨ ਨਹੀਂ ਹੁੰਦਾ। ਇਹ ਜਿਹੜੀਆਂ ਚੀਜ਼ਾਂ ਇਹਨਾਂ ਨੂੰ ਜਿਹੜੀ ਹੁਣ ਅੱਗੇ ਨਵੀਂ ਜਨਰੇਸ਼ਨ ਆ ਉਹ ਐਜੂਕੇਟ ਹੋਵੇ। ਇੱਕ ਸ਼ੈਡੋ ਕੈਬਨਿਟ ਹੁੰਦੀ ਆ, ਇੱਥੇ ਵੀ ਹੁੰਦੀ ਆ, ਪਰ ਇੰਡੀਆ 'ਚ ਹੈ ਨਹੀਂ। ਇਹ ਹੈ ਸੰਵਿਧਾਨ ਦੇ ਵਿੱਚ ਹੈਗਾ ਕਿ ਇੱਕ ਸ਼ੈਡੋ ਕੈਬਨਿਟ ਹੁੰਦੀ ਆ, ਜਿਸ ਤਰ੍ਹਾਂ ਇੱਕ ਫਾਈਨਾਂਸ ਹੈ ਉਹਦੇ ਨਾਲ ਇੱਕ ਸ਼ੈਡੋ ਕੈਬਨਿਟ ਹੁੰਦੀ ਜਿਹੜੀ ਬਾਅਦ 'ਚ ਕਰ ਆਪੋਜੀਸ਼ਨ ਦੀ ਜਿਹੜੀ ਆ ਉਹ ਬਾਅਦ 'ਚ ਕਰਦੀ ਆ ਵੀ ਵਾਟ ਦਾ ਹੈਲ ਇਜ਼ ਗੋਇੰਗ ਔਨ। ਉੱਥੇ ਹੈਗੇ ਆ ਪਰ ਲਾਗੂ ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ। ਜਿਹੜੇ ਉੱਥੇ ਰਾਜ ਵੇਖੋ ਕਿੰਨੀ ਵਧੀਆ ਗੱਲ, ਇੱਕ ਸਾਡੇ ਹੈਗੇ ਨੇ ਉਹ IPS ਅਫਸਰ, ਉਹਨਾਂ ਦੀ ਵਾਰਲੇ ਵੀ ਹੋ ਰਹੀ ਹੈ ਇਹਨਾਂ ਚੀਜ਼ਾਂ ਦੇ ਉੱਤੇ। ਭਈ ਜਦੋਂ ਕੋਈ ਵੀ ਮੁੱਦਾ ਹੋਵੇ, ਇਹ ਕਦੇ ਇਕੱਠੇ ਨਹੀਂ ਹੁੰਦੇ, ਤੇ ਜਦੋਂ ਇਹ ਆਉਂਦਾ ਵੀ
ਜਦੋਂ ਕੋਈ ਕ੍ਰਿਮੀਨਲ ਬੰਦਾ ਜਿਹੜਾ ਉਹਨੂੰ ਟਿਕਟ ਨਹੀਂ ਦਿੱਤੀ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ। ਨਹੀਂ ਜੀ, ਜਿੰਨਾ ਚਿਰ ਸਬੂਤ ਨਹੀਂ, ਕਿਸੇ ਕਲਰਕ ਨੇ ਅਪਲਾਈ ਕਰਨਾ ਹੋਵੇ ਤਾਂ ਤੁਹਾਨੂੰ ਆਪਣਾ ਕਲੈਰੀਫਿਕੇਸ਼ਨ ਲੈਣ ਦਿੰਦੀ ਆ ਵੀ ਮੇਰਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈ। ਜਦਰ ਜੀ ਮੇਰੇ ਕੋਲ ਸਮਾਂ ਘਟਦਾ ਜਾਂਦਾ ਜੀ, ਪਲੀਜ਼ ਸਮ ਅਪ ਕਰਿਓ। ਸਮਾਂ ਬਸ ਕਰਤਾ ਜੀ ਵੀ ਇਹ ਚੀਜ਼ਾਂ ਜਿੰਨਾ ਚਿਰ ਅਸੀਂ ਲਿਆਉਂਦੇ ਨਹੀਂ, ਸਾਨੂੰ ਸੜਕਾਂ ਤੇ ਬਹਿਣਾ ਪਊਗਾ, ਵਾਛੜਾਂ ਸਹਿਣੀਆਂ ਪੈਣਗੀਆਂ, ਡਾਂਗਾਂ ਸਹਿਣੀਆਂ ਪੈਣਗੀਆਂ। ਐਜੂਕੇਟ ਹੋਈਏ, ਜਿਹੜੇ ਹੁਣ ਗਾਂ ਆਉਣੇ ਨੇ ਆਪਣੇ ਪਿੰਡ 'ਚ ਇੱਕੋ ਹੀ ਕੰਮ ਕਰ ਲਓ ਵੀ ਅਸੀਂ ਇੱਕ ਆ, ਨਾ ਕਾਂਗਰਸੀਆਂ ਨਾ ਅਕਾਲੀਆਂ, ਅਸੀਂ ਆਪਣੇ ਹੱਕਾਂ ਦੇ ਰਾਖੇ ਹਾਂ ਤਾਂ ਸਾਰੇ ਮਸਲਾ ਫਿਰ ਗਾਂ ਆਊਗਾ ਨਹੀਂ। ਸ਼ਰਾਬੰਤ ਸਿੰਘ ਜੀ, ਲਾਈਨ ਨੰਬਰ 1। ਗੱਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੇ ਤਾਂ ਕਿਸਾਨਾਂ ਦੀ ਹੋਊਗੀ, ਸ਼ੋਰ ਹੋਊਗੀ, ਲਿਖ ਲੈਣੀ ਚਾਹੀਦੀ ਹੈ, ਪੱਥਰ ਤੇ ਲਕੀਰ ਹੋਊਗੀ। ਅਗਲੀ ਗੱਲ ਜੀ ਮੈਂ ਨਾ ਥੋੜਾ ਇਤਜਾਹ ਦੇਣਾ ਚਾਹੁੰਦਾ। ਤੁਸੀਂ ਉਹ ਗੱਲ ਨਾ ਜਿਹੜੇ ਪੁਰਾਣੇ ਸ਼ਬਦ ਇਕੱਠੇ ਕੀਤੇ, ਕਿਉਂਕਿ ਸਾਡੀ ਉਮਰ ਤਾਂ ਹੁਣ ਕਾਫੀ ਹੋ ਗਈ ਹੈ ਤੇ ਨਿੱਕੇ ਹੁੰਦੇ ਨੇ ਗੱਲਾਂ ਸੁਣੀਆਂ ਹੋਈਆਂ ਤੇ ਉਹ ਵੱਟੇ ਵਰਤੇ ਹੋਏ ਆ। ਜਿਹੜੀ ਉਹ ਤੁਸੀਂ ਗੱਲ ਕਹੀ ਨਾ ਧੜੀ ਹੁੰਦੀ ਆ, 5 ਸ਼ੇਰ ਹੁੰਦਾ ਜਿਹੜਾ ਵੱਟਾ ਉਹਨੂੰ ਪਸੇਰੀ ਕਹਿੰਦੇ, ਜਿਹੜਾ 10 ਸ਼ੇਰ ਵਾਲਾ ਹੁੰਦਾ ਉਹਨੂੰ ਧੜੀ ਕਹਿੰਦੇ। 5 ਕਿਲੋ ਨਹੀਂ ਜੀ, ਕਿਲੋ ਨਹੀਂ, ਉਹ ਸ਼ੇਰ ਹੁੰਦੇ। ਵੈਸੇ ਧੜੀ ਜਿਹੜਾ ਮੇ ਵੀ ਇਲਾਕੇ ਦਾ ਹੋਵੇ, ਉਹਨਾਂ ਨੇ ਮਾਣੀ 10 ਮਣ ਲਿਖਿਆ, ਧੜੀ ਨੂੰ 5 ਕਿਲੋ ਤੇ 5 ਸ਼ੇਰ ਲਿਖਿਆ। ਧੜੀ ਨੂੰ ਨਹੀਂ ਜੀ, ਉਹ ਗਲਤ ਲਿਖਤਾ ਜੀ। ਅੱਛਾ ਜੀ, ਮੈਨੂੰ ਪਤਾ, ਕਿਉਂਕਿ ਮੈਂ ਉਹ ਪੱਟੇ ਚੱਕਦਾ ਹੁੰਦਾ, ਮੈਨੂੰ ਫੜਾਉਂਦਾ ਹੁੰਦਾ ਸੀ। ਚਲੋ ਅਗਲੀ ਗੱਲ ਜੀ, ਆਪਾਂ ਇਹ ਤੇ ਬਹਿਸ ਵਾਲੀ ਕੋਈ ਗੱਲ ਨਹੀਂ ਜੀ। ਨਹੀਂ ਠੀਕ ਹੈ। ਜਿਹੜੀ ਪੰਡ ਤੇ ਭਰੀ, ਉਹਦਾ ਫਰਕ ਇਹ ਆ, ਜਿਹੜੀ ਜਿਵੇਂ ਤੂੜੀ ਹੁੰਦੀ ਸੀ ਉਹਦੀ ਆਪਾਂ ਪੰਡ ਬੰਨਦੇ, ਭਰੀ ਜਿਹੜੇ ਪੱਠੇ ਕੁਤਰ ਕੇ ਆਪਾਂ ਉਹਨੂੰ ਪੱਲੀ ਜਾਂ ਦੋੜੇ 'ਚ ਪਾ ਕੇ ਉਹਦੀ ਆਪਾਂ ਲੜ ਚਾਰੇ ਫੜ ਕੇ ਪੰਡ ਬੰਨਦੇ ਸੀ। ਜਿਹੜੀ ਜਿਵੇਂ ਪੱਠੇ ਵੱਢ ਕੇ, ਜਿਵੇਂ ਉਹ ਚਰੀ ਹੋਈ ਆ ਜਾਂ ਮੱਕੀ ਆ, ਰੱਸਾ ਪਾ ਕੇ ਉਹ ਭਰੀ, ਉਹ ਭਰੀ ਆ, ਉਹਨੂੰ ਆਪਾਂ ਭਰੀ ਕਹਿੰਦੇ ਤੇ ਪੰਡ ਕਹਿੰਦੇ ਸੀ। ਭਰੀ ਤੇ ਪੰਡ। ਧੰਨਵਾਦ ਜੀ। ਇਹ ਸੀ ਜੀ ਅੱਜ ਦਾ ਪ੍ਰੋਗਰਾਮ, ਤੇ ਹੁਣ ਸੋਮਵਾਰ ਨੂੰ 9 ਵਜੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ। ਚੜ੍ਹਦੀ ਕਲਾ, ਵੀਕਐਂਡ ਤੁਹਾਡਾ ਵਧੀਆ ਰਹੇ, ਖੁਸ਼ ਰਹੋ ਤੇ ਗੁਰੂ ਕਿਰਪਾ ਰੱਖੇ।